रल मिल के बैठ के गुरु ग्रंथ साहब जी के दर्शन कर रही साध संगत जी। वाहिगुरु जी का खालसा, वाहिगुरु जी की फतेह। गुरु ग्रंथ साहब जी की चल रही लड़ीवार विचारां विच अज अंक नंबर 1071 नंबर अंक तो अगे पाठ करना है। मारू राग की चौथी पातशाही धन धन गुरु रामदास जी के उच्चारण किए हुए 16 के पाठ चल रहे हैं, जिस विच दूजे 16 के 12 पद्यां तक के पाठ पहला हो चुके हैं। अज अगों पाठ करना है। किस ही जोर अहंकार बोलन का, किस ही जोर दीवान माया का। मैं हर बिन टेक धर अवर ना काई, तू करते राख मैं निमाणी है। किस ही जोर अहंकार बोलन का, किसी जोर दीवान माया का। मैं हर बिन टेक धर अवर न काई, तू करते राख मैं निमाणी है। किस ही जोर, किस ही जोर अहंकार बोलन का। कहते किसी भी जोर है, ताकत है, बल है, समर्था है बोलन दी। अच्छा बोल सकता है, अच्छे तरीके दे नाल प्रेजेंट कर सकता है। कहते उसनों उसी गल का अहंकार होया होया। किस ही जोर अहंकार बोलन का, किस ही जोर दीवान माया का। दीवान अखर आया, देखिए ध्यान दिए, पर नाल माया का नाल जिक्र आया। दीवान माया का, माया दा दीवान। दीवान तो पाओ असी अगर जेकर अखरी अर्थ लेना करिए, जिस तरह कोई हाकम होंदा ना, कोई वड्डा ओहदेदार होए, उहदे अधीन बहुत सारे मुलाजम होंदे ने, ते ਉਹਨੂੰ ਵੀ ਦੀਵਾਨ, ਹਾਕਮ ਨੂੰ ਵੀ ਦੀਵਾਨ ਵੀ ਕਿਹਾ ਜਾਂਦਾ ਹੈ। ਉਸ ਜਿਹੜੀ ਉਹ ਪੂਰਾ ਇਕੱਠ ਕਹਿ ਲਓ, ਉਸ ਪੂਰਾ ਦਰਬਾਰ ਜਿਹੜਾ ਲੱਗਿਆ ਹੋਏ, ਉਹਨੂੰ ਵੀ ਦੀਵਾਨ ਕਿਹਾ ਜਾਂਦਾ ਹੈ। ਤੇ ਦੀਵਾਨ ਦੇ ਅਰਥ ਆਸਰਾ ਵੀ ਹੈ। ਭਾਵੇਂ ਅਹੁਦੇਦਾਰ ਦਾ ਅਸੀਂ ਜ਼ਿਕਰ ਸਮਝ ਲਈਏ ਕਿ ਅਹੁਦੇਦਾਰ ਕੋਈ ਵੱਡੇ ਅਹੁਦੇ ਤੇ ਵੇ, ਜਾਂ ਮਾਇਆ ਦਾ ਆਸਰਾ, ਜਿਹਨੂੰ ਮਾਇਆ ਦੀ ਟੇਕ ਬਹੁਤ ਹੈ ਕਿ ਮੇਰੇ ਕੋਲ ਧਨ ਦੌਲਤ ਬਹੁਤ ਹੈ, मेरे को वड्डा ओहदा है, मेरे को बल बहुत है। कहते किस ही जोर, किसी दे कोल बल है। दीवान माया का, माया दा आसरे दे बल है, वो उसी दा इनकार करी जा रहे, उसी ते टेक बना के रखी है कि मैं, मेरा जेड़ा कदों जरूरत होएगी ते मेरे ए काम आएगा, ए जेड़ी चीज़ां ए मेरे काम आन गियां, ते उसी दा वो इनकार करी जा रहा है। मानो उसी दे जोर दे आसरे ते वो टिकिया होया। गुरु साहब आम लोगों का मानो जिक्र करके जेड़े इनकार करके बैठे हैं या बोलन दा, या दीवान माया का, ते नाल ही अगे एक भगत दा अपने ते टुका के जिक्र कर रहे हैं। मैं हर बिन टेक धर अवर ना काई, कि एक भगत, एक दास या अपने ते टुका के जिक्र करन, कहंदे मैं हर बिन टेक धर अवर ना काई। कहंदे मैनू हरि तो बिना किसी होर दी धर, धर तो पाव भी आसरा है, टेक तो पाव भी सहारा है। मैं हर बिन टेक धर अवर ना काई, मैनू किसी होर दा आसरा, किसी होर दी टेक नहीं है। मैं केवल ते केवल हरि दा आसरा रखना कीता है। मैं केवल ते केवल आस बंदी है, ते केवल हरि नाल आस बंदी है। नानक के घर केवल नाम, और हरि दा नाम है कि ਅਸੀਂ ਧਿਆਨ ਦਈਏ ਵਿਕਾਰਾਂ ਦੇ ਵਿੱਚ ਜਦ ਤੱਕ ਅਸੀਂ ਹੁੰਦੇ ਆ, ਵਿਕਾਰ ਸਾਨੂੰ ਡੁਬਾਉਂਦੇ ਹਨ।
ਹਰੀ ਦਾ ਨਾਮ ਕੀ ਕਰਦਾ ਹੈ? ਹਰੀ ਦਾ ਨਾਮ ਵਿਕਾਰਾਂ ਦੀ ਮੈਲ ਨੂੰ ਮਨ ਦੇ ਵਿੱਚੋਂ ਕੱਢ ਕੇ ਸਾਨੂੰ ਹਰ ਥਾਂ ਤੇ ਸਹਾਇਕ ਹੁੰਦਾ ਹੈ। ਕਦੀ ਸਮਾਂ ਐਸਾ ਆ ਜਾਂਦਾ ਹੈ ਕਿਸੇ ਦੇ ਨਾਲ ਬੋਲ ਵਾਦ ਵਿਵਾਦ ਹੋ ਜਾਏ, ਹਰੀ ਦਾ ਨਾਮ ਸਹਾਇਕ ਬਣਦਾ। ਵਾਦ ਵਿਵਾਦ ਵਿੱਚ ਵੀ ਕਈ ਵਾਰ ਵਾਦ ਵਿਵਾਦ ਅਸੀਂ ਖਤਮ ਕਰਨ ਦੇ ਉਸ ਦੇ ਵਿੱਚ ਅਸੀਂ ਆਪ ਹੀ ਵਧਾ ਰਹੇ ਹੁੰਦੇ ਹਾਂ। ਕਈ ਵਾਰੀ ਅਗਰ ਮਨ ਦੇ ਵਿੱਚ ਸਾਡੇ ਵੀ ਟੈਨਸ਼ਨਾਂ, ਮਨ ਦੇ ਵਿੱਚ ਸਾਡੇ ਵੀ ਵਿਕਾਰ ਹਨ, ਸਾਹਮਣੇ ਵਾਲੇ ਦੇ ਮਨ ਦੇ ਵਿੱਚ ਵੀ ਹਨ, ਤੇ ਇੱਕ ਦੂਜੇ ਦੇ ਵਿਕਾਰਾਂ ਦਾ ਟਕਰਾਅ ਹੋ ਜਾਂਦਾ ਹੈ। ਪਰ ਜੇਕਰ ਕਿਸੇ ਦੇ ਮਨ ਸ਼ਾਂਤ ਹੋਏ, ਸਾਹਮਣੇ ਕੋਈ ਕ੍ਰੋਧੀ ਕੁਝ ਬੋਲ ਵੀ ਦਵੇ, ਤੇ ਹਰੀ ਦਾ ਨਾਮ ਸਹਾਇਕ ਹੋ ਕੇ ਜਿਹਦੇ ਹਿਰਦੇ ਵਿੱਚ ਹਰੀ ਦਾ ਨਾਮ ਵਸਿਆ, ਉਹਨੂੰ ਉਧਰੋਂ ਕੱਢ ਲੈਂਦਾ ਹੈ, ਬਚਾ ਲੈਂਦਾ ਹੈ, ਨਿਮਰਤਾ ਸਹਿਤ, ਬਿਨਾਂ ਉਲਝੇ, ਬਿਨਾਂ ਵਾਦ ਵਿਵਾਦ ਵਿੱਚ ਪਏ। ਤੇ ਇਸੇ ਤਰੀਕੇ ਦੇ ਨਾਲ ਹਰ ਥਾਂ ਤੇ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਹਰੀ ਦਾ ਨਾਮ ਜਿਹੜਾ ਹੈ ਸਦੀਵ ਸਹਾਇਕ ਹੁੰਦਾ ਹੈ। ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਬਿਲਕੁਲ ਨਿਮਰਤਾ ਵਿੱਚ ਉਸ ਪਰਮਾਤਮਾ ਦੇ ਅੱਗੇ ਬਿਲਕੁਲ ਨਿਮਾਣੇ ਹੋ ਕੇ ਅਰਦਾਸ ਕਰਨ ਕਿ ਮੈਂ ਨਿਮਾਣੀ ਨੂੰ, ਮੈਂ ਤੇਰੀ ਓਟ ਲਿੱਤੀ ਹੈ ਹਰੀ, ਤੂੰ ਮੈਨੂੰ ਰੱਖ ਲੈ, ਮੇਰੀ ਰੱਖਿਆ ਕਰ ਲੈ, ਮੈਨੂੰ ਐ ਡੁੱਬਦੇ ਭਵ ਸਾਗਰ ਵਿੱਚੋਂ ਕੱਢ ਲੈ। ਵਿਕਾਰ ਮੈਨੂੰ ਇਹਦੇ ਵਿੱਚ ਡੁਬੋਈ ਜਾਂਦੇ ਹਨ, ਭਰਮ ਮੈਨੂੰ ਇਹਦੇ ਵਿੱਚ ਡੁਬੋਈ ਜਾਂਦੇ ਹਨ, ਤੇ ਇਹ ਕਰਤੇ ਤੂੰ ਮੈਨੂੰ ਨਿਮਾਣੀ ਨੂੰ ਰੱਖ ਲੈ। ਰਾਖ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ, ਮੈਂ ਨਿਮਾਣੀ ਨੂੰ, ਮੈਂ ਨਾ ਚੀਜ਼ ਨੂੰ। ਬਿਲਕੁਲ ਨਿਮਰਤਾ ਅਸੀਂ ਸਮਝ ਲਈਏ। ਜਦੋਂ ਤੱਕ ਗੁਰੂ ਦੇ ਸ਼ਬਦ ਦੇ ਸਦਕੇ ਮਨ ਦੀ ਇਹ ਅਵਸਥਾ ਨਹੀਂ ਬਣਦੀ, ਤੂੰ ਕਰਤੇ ਰਾਖ ਮੈਂ ਨਿਮਾਣੀ ਹੈ, ਤਦ ਤੱਕ ਭਾਂਡਾ ਪੂਰੀ ਤਰ੍ਹਾਂ ਤੋਂ ਸਿੱਧਾ ਨਹੀਂ ਹੁੰਦਾ। ਤੇ ਐਂ ਸਮਝੀਏ ਗੁਰੂ ਦਾ ਬੇਸ਼ਕੀਮਤੀ ਅਮੋਲਕ ਨਾਮ, ਅਮੋਲਕ ਧਨ ਉਸ ਭਾਂਡੇ ਨੂੰ ਭਰ ਨਹੀਂ ਪਾਉਂਦਾ, ਕਿਉਂਕਿ ਸਾਡਾ ਭਾਂਡਾ ਅਕਸਰ ਅਸੀਂ ਪਾਠ ਵੀ ਕਰੀ ਜਾਂਦੇ ਹਾਂ, ਸੇਵਾ ਵੀ ਕਰੀ ਜਾਂਦੇ ਹਾਂ, ਪਰ ਕਿਧਰੇ ਨਾ ਕਿਧਰੇ ਸੇਵਾ ਦਾ ਤੇ ਪਾਠ ਦਾ ਹੰਕਾਰ ਵੀ ਵਧਾਈ ਜਾਂਦੇ ਆ। ਕਿਧਰੇ ਦੇ ਕਿਧਰੇ ਜਿੱਧਰੋਂ ਅਸੀਂ ਆਪਣੇ ਅਵਗੁਣਾਂ ਨੂੰ ਧੋਣਾ ਸੀ, ਉਹਨਾਂ ਦੇ ਰਾਹੀਂ ਹੀ ਕਿਧਰੇ ਨਾ ਕਿਧਰੇ ਹੰਕਾਰ ਕਰਕੇ ਐਂ ਸਮਝੀਏ ਇਹ ਸਾਡੇ ਵਿੱਚ ਅਵਗੁਣ ਵੱਧਦੇ ਰਹਿੰਦੇ ਹਨ, ਤੇ ਅਸੀਂ ਜਿਹੜਾ ਹੈ ਉਸ ਅਮੋਲਕ ਧਨ ਤੋਂ ਵਾਂਝੇ ਰਹਿ ਜਾਂਦੇ ਹਾਂ। ਜੀ ਇਕਬਾਲ ਵੀਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। आवाज आ रही जी? जी बिल्कुल आ रही है। शब्द है किसी ही जोर अहंकार बोलन का, किसी ही जोर दीवान माया। किसी ही जोर, जोर किस नूं हुंदा? तान दा जिहड़ा अहंकार किस नूं हुंदा है? जिहड़ा गुरु तो टुटिया होया हुंदा। जिहड़ा जीव गुरु तो टुटिया ਉਹਦੇ ਬਾਬਤ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਆ, ਭਾਈ ਜਿਹੜਾ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੁੰਦਾ, ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੁੰਦਾ ਹੈ, ਉਹਨੂੰ ਹੰਕਾਰ ਮਾਇਆ ਦਾ ਬੋਲਣ ਦਾ ਵੀ ਹੁੰਦਾ ਹੈ, ਤੇ ਉਸਨੂੰ ਆਪਣੇ ਦੀਵਾਨ, ਆਪਣੀ ਸਰਦਾਰੀ ਦਾ ਵੀ ਜਿਹੜਾ ਹੈਗਾ ਹੰਕਾਰ ਹੈ, ਮਾਨ ਹੈ। ਕਿਸੇ ਹੀ ਜੋਰ, ਕਿਸੇ ਨੂੰ ਤਾਣ ਹੈ ਬੋਲਣ ਦਾ, ਹੰਕਾਰ ਵਿੱਚ ਬੋਲਣ ਦਾ ਤਾਣ ਹੁੰਦਾ ਹੈ। ਕਿਸੇ ਹੀ ਜੋਰ, ਕਿਸੇ ਨੂੰ ਤਾਣ ਹੈ ਦੀਵਾਨ ਮਾਇਆ ਕਾ, ਮਾਇਆ ਦੇ ਪ੍ਰਭਾਵ ਦੇ ਅਧੀਨ ਜਿਹੜੀ ਸਰਦਾਰੀ ਕਾਇਮ ਰੱਖਦਾ, ਮੈਂ ਮੇਰੀ ਜਿਹਨੂੰ ਕਹਿੰਦੇ ਆ, ਉਸਨੂੰ ਜੀਵ ਜਿਹੜਾ ਹੈਗਾ ਆਪਣੇ ਗੁਰੂ ਤੋਂ ਟੁੱਟ ਕੇ ਇਹ ਜਿਹੜੀ ਅਵਸਥਾ ਉਹ ਬਣਾਈ ਰੱਖਦਾ ਹੈ। ਪਰ ਸਤਿਗੁਰੂ ਜੀ ਇੱਥੇ ਸਮਝਾਉਣਾ ਕਰਦੇ ਹਨ ਕਿ ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ, ਮੈਨੂੰ ਹਰੀ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਟੇਕ ਆਸਰਾ ਨਹੀਂ ਹੈ। ਤੂੰ ਕਰਤੇ, ਹੇ ਕਰਤੇ ਰਾਖ ਮੈਂ ਨਿਮਾਣੀ, ਹੇ ਕਰਤੇ ਮੈਨੂੰ ਨਿਮਾਣੀ ਨੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖ, ਭਾਵ ਮੇਰੀ ਰੱਖਿਆ ਕਰ। ਗੁਰ ਕਾ ਸ਼ਬਦ ਰਖਵਾਰੇ, ਗੁਰੂ ਦੇ ਸ਼ਬਦ ਦੇ ਦੁਆਰਾ ਹੀ ਰੱਖਿਆ ਹੁੰਦੀ ਹੈ। ਇਸ ਲਈ ਸਤਿਗੁਰੂ ਜੀ ਇੱਥੇ ਅਰਦਾਸ ਬੇਨਤੀ ਜੋ ਜਿਹੜੀ ਪ੍ਰਾਰਥਨਾ ਕਰਦੇ ਕਰਤੇ ਦੇ ਅੱਗੇ ਕਿ ਮੈਨੂੰ ਆਪਣੇ ਚਰਨਾਂ ਨਾਲ, ਸ਼ਬਦ ਦੇ ਨਾਲ ਜੋੜੀ ਰੱਖੀ, ਮੈਂ ਨਿਮਾਣੀ ਹਾਂ, ਕਿਉਂਕਿ ਮੇਰੇ 'ਚ ਮੈਂ ਜ਼ੋਰਵਾਨ ਨਹੀਂ, ਬਲ ਵਾਲਾ ਨਹੀਂ ਹੈ, ਤਾਣ ਵਾਲਾ ਨਹੀਂ ਹੈ, ਤੇ ਮੈਨੂੰ
ਨਿਮਾਣੀ ਨੂੰ ਤੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖ। ਸ਼ਬਦ ਨਾਲ ਪ੍ਰੀਤ ਬਣਾਈ ਰੱਖ, ਸ਼ਬਦ ਨਾਲ ਭੈ ਭਾਵਨੀ ਪ੍ਰੇਮਾ ਭਗਤੀ ਬਣਾਈ ਰੱਖ ਜੀ। ਧੰਨਵਾਦ ਵੀਰ ਜੀ। ਮਾਇਆ ਦੇ ਪ੍ਰਭਾਵ ਹੇਠ ਮਨੁੱਖ ਜਿਹੜਾ ਹੈ ਉਸ ਗੁਰੂ ਦੋ ਸ਼ਬਦ ਤੋਂ ਟੁੱਟਿਆ ਹੋਇਆ ਮਾਇਆ ਦੇ ਪ੍ਰਭਾਵ ਹੇਠ ਪਿਆ ਰਹਿੰਦਾ ਤੇ ਅਹੰਕਾਰ ਵਧਾਈ ਰੱਖਦਾ। ਧੰਨਵਾਦ ਆਪ ਜੀ ਦਾ। ਜੀ ਅਰਵਿੰਦਰ ਵੀਰ ਜੀ। ਜਿਹੜੀ ਗੁਰਮਤਿ ਦੀ ਜਿਹੜੀ ਚਾਲ ਚੱਲੀ ਜਾਂਦੀ ਪਈ ਨਾ ਬਈ ਸਾਡੇ ਹੋਰ ਰੱਬ ਦੇ ਵਿਚਕਾਰ ਕਹਿੰਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਹੈ। ਅਸੀਂ ਉਸ ਰੱਬ ਦੇ ਪੁੱਤਰ ਹੀ ਹਾਂ। ਅਸੀਂ ਕੱਲ ਵੀ ਗੱਲ ਕਰਦੇ ਪਏ ਸੀ, ਉਹ ਅਸੀਂ ਜਦੋਂ ਕਹਿੰਦੇ ਬਈ ਮਨ ਤੋਂ ਜੋਤ ਸਰੂਪ ਹੈ, ਉੱਥੇ ਮਨ ਨੂੰ ਕੁਠਰ ਵੀ ਕਿਹਾ ਜਾ ਰਿਹਾ। ਮਨ ਕੁਠਹਰ ਕੁਟਰ ਤਪਾਓ ਖੋਤਾ ਗਦਾ, ਮਨ ਕੁਠਹਰ ਤੇਰਾ ਨਹੀਂ ਬਿਸਾਸਾ, ਮਨ ਕਮੀਨ, ਉਹ ਜਿਹੜਾ ਮਨ ਨੂੰ ਕਮੀਨਾ ਵੀ ਕਿਹਾ ਜਾ ਰਿਹਾ। ਤੇ ਜਿਹੜਾ ਜਦ ਤੱਕ ਅਸੀਂ ਉਹ ਗੁਰੂ ਨੂੰ ਮਿਲ ਕੇ ਸਾਡਾ ਜੀਵਨ ਸੁਚੱਜਾ ਨਹੀਂ ਬਣਦਾ ਨਾ, ਹਾਂ ਅਸੀਂ ਉਸ ਰੱਬ ਦੀ ਅੰਸ਼, ਉਹ ਕਬੀਰ ਹਮ ਰਾਮ ਕੀ ਅੰਸ਼। ਲੇਕਿਨ ਜਦ ਤੱਕ ਅਸੀਂ ਟੁੱਟੇ ਹੋਏ ਹਾਂ, ਜਦ ਤੱਕ ਸਾਡੇ ਜ਼ਿੰਦਗੀ ਵਿੱਚ ਹਉਮੈ ਹੈ, ਗੁਰੂ ਸਾਹਿਬ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਹੀਂ। ਜਦੋਂ ਤੱਕ ਮੈਨੂੰ ਆਪਣੇ ਆਪ ਤੇ ਭਰੋਸਾ, ਆਪਣੇ ਤੇ ਟੇਕ ਜਦ ਤੱਕ ਮੇਰੀ ਕਾਇਮ ਸੀ ਨਾ, ਤਦ ਤੱਕ ਮੇਰੀ ਰੱਬ ਦੇ ਨਾਲ ਸਾਂਝ ਨਹੀਂ ਪੈਂਦੀ। ਵੱਖ-ਵੱਖ ਬੰਦਿਆਂ ਨੂੰ ਨਾ ਵੱਖ-ਵੱਖ ਉਹਨਾਂ ਨੂੰ ਕਹਿ ਲਓ, ਜੋ ਰੱਬ ਉਹਨਾਂ ਨੂੰ ਬਖਸ਼ਿਸ਼ ਕਰਦਾ ਹੈ ਗੁਣ, ਉਹ ਰੱਬ ਦੇ ਉਹ ਗੁਣ ਤੇ ਰੱਬ ਦੇ ਬਖਸ਼ਿਸ਼ ਕੀਤੇ ਹੋਏ ਉਹਨਾਂ ਨੂੰ। ਲੇਕਿਨ ਉਹ ਰੱਬ ਨੂੰ ਨਾ ਯਾਦ ਕਰਦਿਆਂ ਹੋਏ ਨਾ, ਉਹ ਜੋ ਗੁਣ ਰੱਬ ਨੇ ਉਹਨਾਂ ਨੂੰ ਬਖਸ਼ਿਸ਼ ਕੀਤੇ ਨੇ ਨਾ, ਉਹਨਾਂ ਤੇ ਵੀ ਹੰਕਾਰ ਕਰਨਾ ਸ਼ੁਰੂ ਹੋ ਜਾਂਦਾ। ਜੇ ਰੱਬ ਨੇ ਕਿਸੇ ਨੂੰ ਚੰਗਾ ਬੋਲਣ ਦਾ ਜਿਹੜਾ ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸ਼ੋਰ, ਜੋਰ ਨਾ ਸੁਰਤੀ, ਬੰਦਾ ਕਿ ਅੱਛਾ ਮੇਰਾ ਬਹੁਤ ਧਿਆਨ ਅੱਛਾ ਲੱਗਦਾ ਹੈ, ਕਹਿੰਦਾ ਨਹੀਂ ਵੀ ਤੂੰ ਜ਼ਿੰਦਗੀ ਦੀ ਹਰ ਕਿਰਿਆ ਵਿੱਚ ਜੇ ਜੈ ਪ੍ਰਸਾਦ ਨੂੰ ਜਦ ਤੱਕ ਨਹੀਂ ਜੋੜ ਲੈਂਦਾ ਨਾ, ਤੇ ਅੱਛਾ ਬਿਸਤਰਾ ਸੋਣ ਨੂੰ ਕਹਿੰਦਾ ਜੈ ਪ੍ਰਸਾਦ ਸੁਖ ਸੇ ਸੋਈ ਜੇ। ਮਨ ਦੀ ਜਿਹੜੀ ਉਹਨੂੰ ਚੇਂਜ ਕਰਨਾ ਹੈ ਨਾ, ਵੀ ਮੈਂ ਕਮਾਏ ਨਾਲੋਂ ਜ਼ਿਆਦਾ ਇਹ ਕਹਿ ਦੇਣਾ ਕਿ ਨਹੀਂ ਰੱਬ ਤੇਰੀ ਬਖਸ਼ਿਸ਼ ਤੂੰ ਕੀਤਾ, ਤੇਰੀ ਤੂੰ ਰੱਬ ਕਰੇਗਾ ਤੇ ਮਿਲੇਗਾ। ਇੱਥੇ ਕਹਿੰਦੇ ਵੀ ਕਿਸੇ ਹੀ ਜੋਰ ਵੱਖ-ਵੱਖ ਬੰਦਿਆਂ ਨੇ ਨਾ ਇਹ ਰੱਬ ਤੋਂ ਟੁੱਟੇ ਹੋਏ ਦੇ ਇਹ ਗੁਣ ਮਿਲੇ ਸਨ ਰੱਬ ਤੋਂ। ਦਾਤ ਪਿਆਰੀ ਵਿਸਰਿਆ ਦਾਤਾਰ। ਜੇ ਕਿਸੇ ਨੂੰ ਅੱਛਾ ਬੋਲਣ ਦਾ ਕਿਸੇ ਨੂੰ ਰੱਬ ਨੇ ਜੇ ਹੁਨਰ ਦੇ ਦਿੱਤਾ, ਫਿਰ ਉਹ ਬੰਦਾ ਕੀ ਕਰਦਾ ਪਿਆ, ਉਹ ਰੱਬ ਦਾ ਸ਼ੁਕਰਾਨਾ ਨਾ ਕਰਦਿਆਂ ਹੋਇਆਂ ਰੱਬ ਕੋਲੋਂ ਮਿਲੀ ਹੋਈ ਦਾਤ ਦੇ ਉੱਤੇ ਉਸ ਦਾਤ ਨੂੰ ਆਪਣੀ ਹੁਨਰ ਸਮਝ ਕੇ ਉਹਦੇ ਉੱਤੇ ਮਾਣ ਕਰੀ ਬੈਠਾ। ਲੇਕਿਨ ਗੁਰੂ ਸਾਹਿਬ ਉਹਨੂੰ ਸਪਸ਼ਟ ਕਰਦੇ ਪਏ ਨੇ, ਮਤਾਂ ਤੋਂ ਇਸ ਭੁਲੇਖੇ ਵਿੱਚ ਰਵੇਂ ਕਿ ਵੀ ਉਹ ਹੋਰ ਸ਼ਬਦ ਆਉਂਦਾ, ਕਹਿੰਦੇ ਜੋ ਜਾਣੇ ਹੋ ਕਥਨੀ ਕਰਤਾ, ਵੀ ਮੈਂ ਬੜਾ ਵਧੀਆ ਬੋਲ ਲੈਣਾ ਜੀ, ਮੈਂ ਦਲੀਲਾਂ ਵਧੀਆਂ ਦੇਣਾ, ਮੇਰੀ ਗੱਲ ਕਰਨ ਦਾ ਤਰੀਕਾ ਚੰਗਾ ਹੈ। ਕਹਿੰਦੇ ਜੋ ਜਾਣੇ ਹੋ ਕਥਨੀ ਕਰਤਾ, ਕਹਿੰਦੇ ਉਹਦੀ ਹਾਲਤ ਕੈਸੀ ਹੈ, ਕਹਿੰਦੇ ਨੇ ਵਿਆਪਾਰੀ ਬਸੁਦਾ ਜਿਉਂ ਫਿਰਤਾ। ਜੇ ਕੋਈ ਟਰੇਡਰ ਸਮਾਨ ਲੈ ਕੇ ਮਿਹਨਤ ਤੇ ਬਹੁਤ ਕਰੀ ਜਾਂਦਾ ਹੈ, ਅੱਛਾ ਤਿੰਨੋਂ ਵੀ ਸਿੱਖਿਆ ਦੇ ਰਿਹਾ, ਤਿੰਨੋਂ ਵੀ ਸਿੱਖਿਆ ਦੇ ਰਿਹਾ, ਤਿੰਨੋਂ ਵੀ ਸਿੱਖਿਆ ਦੇ ਰਿਹਾ, ਉਹਦਾ ਆਪਣਾ ਜੀਵਨ ਤੇ ਖਾਲੀ ਹੈ। ਕੀ ਉਹ ਜੋ ਗੱਲਾਂ ਉਹ ਕਰਦਾ ਪਿਆ, ਜੋ ਸਮਾਨ ਉਹ ਵੇਚਦਾ ਪਿਆ ਹੋਰਨਾਂ ਨੂੰ, ਕਿ ਉਹਨੇ ਆਪ ਖਰੀਦਿਆ ਹੋਇਆ, ਉਹਦੇ ਜੀਵਨ ਵਿੱਚ ਤੇ ਉਹ ਗੱਲ ਹੈ ਨਹੀਂ, ਨਾ ਦਿਖਦੀ ਨਾ ਨਜ਼ਰ ਆਉਂਦੀ ਹੈ। ਹਾਂ ਕਥਨੀ ਕਰਤਾ ਜ਼ਰੂਰ ਹੈ, ਵੀ ਜੋ ਜਾਣੇ ਹੋ ਕਥਨੀ ਕਰਤਾ। ਉਹਨੇ ਵਿਆਪਾਰੀ ਵਸੁਦਾ ਜਿਉਂ ਫਿਰਤਾ, ਵਸੁਦਾ ਸਾਰੀ ਧਰਤੀ, ਹਰ ਇੱਕ ਨੂੰ ਢੂੰਡ ਕੇ ਹਰ ਇੱਕ ਨੂੰ ਜੀਵਨ ਉਹਨਾਂ ਨੂੰ ਉਪਦੇਸ਼ ਦੇ ਹੀ ਜਾਂਦਾ। ਇੱਕ ਹੋਰ ਬੜਾ ਪਿਆਰਾ ਸ਼ਬਦ ਕਬੀਰ ਜਾਂਦਾ, ਕਹਿੰਦੇ ਨੇ ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਜਿਹੜਾ ਬੰਦਾ ਕੇਵਲ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਨਾ, ਉਹ ਆਪ ਨਹੀਂ ਕਮਾਉਂਦਾ ਉਹਨੂੰ। ਕਹਿੰਦੇ ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ। ਜਿਸ ਤਰ੍ਹਾਂ ਬੰਦਾ ਜੇ ਮਿੱਟੀ ਖਾਵੇ ਨਾ, ਹੁਣ ਮਿੱਟੀ ਦਾ ਟੇਸਟ ਬੰਦਾ ਕੀ ਕਹੇਗਾ, ਕੀ ਟੇਸਟ ਆਉਂਦਾ ਉਹਦਾ, ਉਹ ਇਟ ਇਜ਼ ਅ ਟੇਸਟਲੈਸ ਥਿੰਗ। ਉਹਦੀ ਗੱਲਾਂ ਅੰਦਰ ਸਵਾਦ ਨਹੀਂ ਹੈ ਉਹਦੇ, ਕਿਉਂਕਿ ਉਹਨੇ ਆਪ ਆਪਣੇ ਜੀਵਨ ਤੇ ਹੰਡਾਈ ਨਹੀਂ ਹੋਈ। ਉਹ ਕੇਵਲ ਅਵਰਨ ਕੋ ਉਪਦੇਸ਼ ਤੇ ਵਾਲਾ ਕੰਮ ਹੈ। ਉਹਦੇ ਪ੍ਰਥਾਈ ਗੁਰੂ ਸਾਹਿਬ ਕੀ ਕਹਿੰਦੇ ਨੇ, ਅਵਰਨ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬੇਗਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਿਸੇ ਦੇ ਹੋਰ ਦੀ ਰਾਸ ਪੂੰਜੀ ਦੀ ਤੇ ਤੈਨੂੰ ਬੜੀ ਫਿਕਰ ਪਈ ਹੈ। ਰਾਸ ਇਜ਼ ਕੈਪੀਟਲ, ਰਾਸ ਬੇਗਾਨੀ। ਤੂੰ ਚਾਹੁੰਦਾ ਹੈ ਕਿ ਕੋਈ ਹੋਰ ਬੰਦਾ ਹੈ ਨਾ, ਉਹਦੇ ਪਰਮਾਰਥ ਦਾ ਸਰਮਾਇਆ ਲੁੱਟਿਆ ਨਾ ਜਾਵੇ। ਤੇਰਾ ਆਪਣਾ ਘਰ ਦਾ ਖੇਤ ਤੇਰਾ ਲੁੱਟਿਆ ਪੁੱਟਿਆ ਪਿਆ। ਰਾਸ ਬੇਗਾਨੀ ਰਾਖ ਤੇ ਉਹ ਜਿਹੜਾ ਜੇ ਕੇਵਲ ਅੱਛਾ ਗੱਲ ਤੇ ਨਾ ਵੀ ਉਹ ਕਰਮਾਂ ਉੱਪਰ ਨਿਬੜੇ। ਜੇ ਤੂੰ ਬੜਾ ਕੁਝ ਕਰ ਲੇਗਾ ਨਾ ਵੀ ਕਰਮਾਂ ਉੱਪਰ ਨਿਬੜੇ, ਜੇ ਲੋਚੇ ਸਭ ਕੋਈ ਕਰਮੀ ਆਪੋ ਆਪਨੀ ਕੇ ਨੇੜੇ ਕੇ ਤੂੰ।
ਜਿਹੜਾ ਇਹ ਸ਼ਬਦ ਕਹਿੰਦੇ ਮੈਨੂੰ ਵੀ ਜੋ ਜਾਣੇ ਹੋ ਕਥਨੀ ਬਖਤਾ व्यापारी उस तो एक होर लाइन आंदी कहते जो जाने हो भगत ज्ञानी कहते आगे ठाकुर तिल नहीं मानी जित जद तक असी हौमे दे प्लेटफॉर्म ते खड़े हाँ साडा किता होया कोई भी कर्म ਅਸੀਂ ਤਾਂ ਕਹਿੰਦੇ ਜੀ मैं कर देवांगा मैनू पता है कि हो बंदों हो साधो बैर हमरी भूम कौन काले पै रहे हम किया हम करेंगे गुरु कहते हम मूर्ख गावा करने वाला विसरिया जो पिछे रब ਕਰਨ ਨੂੰ ਬੈਠਿਆ ਹੋਇਆ ਹੈ ਨਾ ਔਰ ਸਾਨੂੰ ਵੈਸੇ ਵੀ ਨਾ ਕਈ ਪ੍ਰਸੰਗ ਜ਼ਿੰਦਗੀ ਦੇ ਐਸੇ तो ਜਿਹੜਾ ਮੁਗਲ ਹਿਸਟਰੀ ਦਾ ਥੋੜਾ ਸ਼ਾਇਦ ਲੰਬਾ ਹੋ ਜਾਏ ਨਾਲ ਅਸੀਂ ਬੋਲੋ ਜਿਹੜਾ ਮੁਗਲ ਹਿਸਟਰੀ ਹੈ ਜਦੋਂ ਹੁਮਾਯੂ ਦੇ ਮਰ ਜਾਣ ਤੋਂ ਬਾਅਦ ਅਕਬਰ ਦਾ ਜਦੋਂ ਵੀ ਉਹ ਜਿਹੜਾ ਰਾਜ ਸੀ ਉਸ ਟਾਈਮ ਤੇ ਜਿਹੜਾ ਵਿਕਰਮਾਦਿੱਤਿਆ ਸੀ ਜਿਹੜਾ ਉਹਨੇ ਖੋਹ ਲਿੱਤਾ ਉਹਦਾ ਨਾਮ ਕੀ ਸੀ मैं नाम याद शेयर करना मैं उन्हें खो लिता सी हुमायूं कोलों अकबर दे नाल ओदी पानीपत दे मैदान विच जंग होई ओदी ओदे कोल फौजां बहुत तगड़ियां सन जेड़ा जिहदा दिल्ली ते राज सी ओदा नाम ठीक है तो अकबर कोल फौजां भी काफी घट सन और ओदे फौजां विच तो वंडी भी पै चुकी होई सी ओदे जेहड़े जरनैल सन आपस विच टुटे होए सन ਉਹ ਸਾਰੀ ਜੰਗ ਦਾ ਜਿਹੜਾ ਸਾਰਾ ਉਹ ਕਹਿੰਦਾ ਉਹ ਤਖਤਾ ਉਹ ਤਕਰੀਬਨ ਹਾਰ ਚੁੱਕਾ ਸੀ ਵੀ ਉਹ ਵਾਲੀ ਜੰਗ ਸੀ ਉਹਦੇ ਕਿਸੇ ਇੱਕ ਤੀਰੰਦਾਜ਼ ਨੇ ਹੇਮੂ ਵਿਕਰਮਾਦਿੱਤਿਆ ਉਹਦਾ ਨਾਮ ਸੀ ਉਹ ਬੰਦਾ ਪਹਿਲਾਂ 16 ਜੰਗਾਂ ਵਿੱਚ ਭਾਗ ਲੈ ਚੁੱਕਾ ਸੀ ਔਰ ਇੱਕ ਵੀ ਨਹੀਂ ਸੀ ਹਾਰਿਆ ਉਹਦੇ ਕੋਲ ਹਾਥੀਆਂ ਦੀ ਬੜੀ ਵੱਡੀ ਤਾਦਾਦ ਸੀ ਬੜਾ ਸਟਰੋਂਗ ਬੰਦਾ ਸੀ ਇੱਕ ਜਿਹੜਾ ਅਕਬਰ ਦੀ ਉਮਰ ਵੀ ਸਿਰਫ 14 ਸਾਲ ਸੀ ਤੇ ਉਹਦੇ ਕੋਲ ਜਿਹੜੇ ਨਿਸ਼ਾਨਚੀ ਸਨ ਉਹਨਾਂ ਵਿੱਚੋਂ ਇੱਕ ਨਿਸ਼ਾਨਚੀ ਨੇ ਤੀਰ ਮਾਰਿਆ ਜੋ ਉਹ ਹੇਮੂ ਦੇ ਅੱਖ ਵਿੱਚ ਜਾ ਕੇ ਵੱਜਿਆ ਉਹ ਹਾਥੀ ਤੋਂ ਗਿਰ ਪਿਆ ਉਹ ਆਪਣੀ ਜਿੱਤੀ ਹੋਈ ਜੀਵਨ ਦੀ ਜੋ ਜਿੱਤ ਚੁੱਕਾ ਸੀ ਤਕਰੀਬਨ ਉਹ ਹਾਰ ਗਿਆ ਉਸ ਤੋਂ ਬਾਅਦ ਤਕਰੀਬਨ 200 ਸਾਲ ਜਿਹੜਾ ਨਾ ਮੁਗਲਾਂ ਦਾ ਰਾਜ ਫਿਰ ਚੱਲਦਾ ਰਿਹਾ ਉਹ ਕਹਿੰਦਾ ਮਤਲਬ ਕੀ ਰੱਬ ਇੱਕ ਛੋਟੀ ਚੀਜ਼ ਦੇ ਨਾਲ ਕਿਤਨਾ ਕੁਝ ਪਰਿਵਰਤਨ ਅਸੀਂ ਜੇ ਕਹਿੰਦੇ ਵੀ ਅਸੀਂ ਕਿਸ ਗੱਲ ਦਾ ਹੰਕਾਰ ਕਰੀਏ ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਉਹ ਕਿਸੇ ਹੀ ਜ਼ੋਰ ਹੰਕਾਰ ਬੋਲਣ ਕਾ ਉਹ ਕਿਸੇ ਹੀ ਜ਼ੋਰ ਦੀਵਾਨ ਮਾਇਆ ਕਾ ਕਿਸੇ ਨੂੰ ਪੈਸੇ ਦਾ अपने राजसी ताकत का बड़ा अभिमान है भी आम तौर ते देखो ਜਿਹੜੇ ਪੁਲਿਸ ਇੰਸਪੈਕਟਰ ਵਗੈਰਾ ਨੇ ਉਹਨਾਂ ਦੇ ਬੱਚੇ ਨੇ ਜਿਹੜੇ ਮਿਨਿਸਟਰ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦਾ ਬੋਲਣ ਦਾ ਤਰੀਕਾ ਦੇਖੋ ਉਹ ਜਿਸ ਤਰੀਕੇ ਦੇ ਨਾਲ ਗੱਲ ਕਰਦੇ ਨੇ ਗੁਰੂ ਸਾਹਿਬ ਸਾਨੂੰ ਜਿਹੜਾ ਕਹਿੰਦੇ ਨਹੀਂ ਵੀ ਮੈਨੂੰ ਕਹਿੰਦੇ ਕਿਸੇ ਹੀ ਕੋਈ ਕਹਿੰਦੇ ਮਾਂਝ ਨਹੀਂ ਮਾਨੀ ਇੱਕ ਹੋ ਸਕਦਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਜ਼ੋਰ ਹੋਵੇ ਕਿਸੇ ਹੀ ਕੋਈ ਹੋ ਸਕਦਾ ਹੈ ਕਿਸੇ ਦਾ ਪਿਓ ਮਿਨਿਸਟਰ ਹੈ ਕਿਸੇ ਦਾ ਚਾਚਾ ਕੁਛ ਹੈ ਕਿਸੇ ਦਾ ਕੁਛ ਹੈ ਨਹੀਂ ਉਹ ਗੁਰੂ ਕਹਿੰਦਾ ਨਹੀਂ ਕਿ ਮੈਨੂੰ ਤੇ ਕੇਵਲ ਜਿਹੜੀ ਨਾ ਵੀ ਉਹ ਤੇਰੀ ਤੇ ਤੇਰਾ ਦੇਖੋ ਬੜਾ ਪੂਰਾ ਸ਼ਬਦ ਹੀ ਐਸਾ ਹੈ ਬੰਦੇ ਕਿਸੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਕਿਸੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ ਕਿਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ ਹਮਰਾ ਧੜਾ ਹਰ ਰਹਾ ਸਮਾਈ हम हर स्यों धड़ा किया मेरी हर टेक मैं हर बिन पख धड़ा अवर ना कोई हूं हर गुण गावा असंख अनेक मैनू होर कहते मनु की टेक बिरती समझान एक रब तो छुट होर किसे दे उत्ते ना किसे होर दे उत्ते भी नहीं ना अपनी बोलचाल ते ना अपनी बुद्धि ते ना अपने किते होए उद्यम ते उद्यम जरूर करना है ऐ नहीं कि अच्छा बोलना भी छोड़ दे नहीं बोल भी चंगा बोल भी उद्यम भी कर लेकिन भरोसा अपने बोलां उत्ते अपने उद्यम उत्ते ओ नहीं लेके आना कम सब करने कहते मैं हर बिन टेक धर अवर ना काई मैनू एक रब तो छुट मैनू होर किसी दे भरोसा नहीं वो कहते मैं धर तेरी पार ब्रह्म तेरे टेक रहा मैनू अपने किसी किते हुए काम दे उत्ते कोई भरोसा यकीन जिहड़ा ना कहते नानक की धर तू है करते तू है ठाकुर हर रंग पार परीवा जी मेरा आसरा मेरी ओट मैं किदा आसरा देखना मैं केवल ते केवल कहते जीरे ओला भी सपोर्ट नूं कहते जीरे ओला नाम का अगे की कहते अवर जे करण कराम नूं तिन में भौ है जाम का जे तू होर किसी दा तू किसी होर चीज दे उत्ते आसरा लैके आना पे मैं अपना किचन ईस्ट च नहीं वैस्ट च बनावा मैं छा पा लवां ਉਹ किसी होर दा आसरा तकना पे कहते अवर जे करण कराम नूं तिसमें भौ है जाम का तू केवल नाम दा भरोसा ना
ਉਹ ਜਨ ਨਾਨਕ ਕੀਤਾ ਨਾਮ ਧਰ ਹੋਰ ਛੋੜਿਆ ਧੰਦਾ। ਮੈਂ ਤੇ ਕੇਵਲ ਨਾਮ ਦਾ ਆਸਰਾ ਲੈ ਲਿੱਤਾ, ਜਿਹੜੇ ਬਾਕੀ ਧੰਦੇ ਨੇ ਨਾ ਇਹ ਉਲਝਣਾਂ ਨੇ, ਉਲਝਣ ਵਾਲੇ ਕੰਮ ਨੇ। ਇਹ ਡਾਇਰੈਕਸ਼ਨ ਚੇਂਜ ਕਰ ਲਓ, ਇਹ ਪਾ ਲਓ ਫੈਂਗ ਸ਼ੂਈ, ਨਿਊਮਰੋਲੋਜੀ ਤੇ ਸਾਰਾ ਕੁਝ ਜਿਹੜਾ ਨਾ ਵੀ ਅਸੀਂ ਜਿਹੜਾ ਬਣਾ ਕੇ ਬੈਠੇ ਹੋਏ ਆ। ਕਹਿੰਦੇ ਨਹੀਂ, ਮੈਨੂੰ ਕੇਵਲ ਤੇ ਕੇਵਲ ਤੇਰਾ ਪਰਮਾਤਮਾ ਦਾ, ਪਰਮਾਤਮਾ ਦੇ ਨਾਮ ਦਾ, ਗੁਰੂ ਦਾ ਆਸਰਾ ਜਿਹੜਾ ਹੈ ਨਾ, ਮੈਨੂੰ ਤੇ ਕੇਵਲ ਉਹੀ ਹੈ। ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ, ਮੈਨੂੰ ਹੋਰ ਕਿਸੇ ਦਾ ਓਟ ਆਸਰਾ ਨਹੀਂ। ਤੂੰ ਕਰਤੇ ਰਾਖ ਮੈਂ, ਤੂੰ ਕਰਤਾ ਹੈ। ਜਿਹੜਾ ਕੱਲ ਵੀ ਸੀ ਨਾ, ਕੱਲ ਦਾ ਵੀ ਬੜਾ ਪਤਾ ਐਂਡ ਹੋਇਆ ਸੀ। ਉਹ ਕਹਿੰਦਾ ਹੋਮ ਮੰਗੋ ਦਾਨ ਤੁਝੇ ਪੈ ਕਰਤੇ। ਮੈਂ ਹੋਰ ਕਿਸੇ ਕੋਲੋਂ ਨਹੀਂ, ਮੈਂ ਕਿਸੇ ਹੋਰ ਦਰ ਦਾ ਮੰਗਤਾ ਨਹੀਂ ਬਣਨਾ ਚਾਹੁੰਦਾ। ਮੈਂ ਥਾਂ ਤੇ ਮੈਂ ਇੱਕ ਰੱਬ ਨੂੰ ਹੋਰ ਕਈ ਉਹ ਆਸਰੇ ਟੇਕ ਜਿਹੜੇ ਉਹ ਨਹੀਂ ਬਣਾਉਣਾ ਚਾਹੁੰਦਾ ਵੀ ਮੈਂ ਨਿਮਾਣਾ ਹੋ ਕੇ ਤੇਰੇ ਕੋਲ ਮੰਗਣਾ ਚਾਹੁੰਦਾ। ਮੈਂ ਕੋਈ ਦਾਵਾ ਨਹੀਂ ਕਰਦਾ ਪਿਆ ਕਿ ਮੈਂ ਕਿਸੇ ਚੀਜ਼ ਦਾ ਹੱਕਦਾਰ ਹਾਂ। ਮੈਂ ਜੀ ਰੋਜ਼ ਸਵੇਰੇ ਮੈਂ ਜੀ 5 ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਵਾ, ਤਾਂ ਕਰਕੇ ਮੈਂ ਇਹਨੂੰ ਕੁਆਲੀਫਾਈ ਕਰਨਾ ਵਾ, ਬਿਲਕੁਲ ਨਹੀਂ। ਇਹ ਤੇ ਅਸੀਂ ਸਭ ਕੁਝ ਕਰਨਾ ਹੈ ਤਾਂ ਕਿ ਰੱਬ ਦੀ ਬਖਸ਼ਿਸ਼ ਦਾ ਪਾਤਰ ਬਣ ਸਕੀਏ, ਲੇਕਿਨ ਭਰੋਸਾ ਰੱਬ ਦੀ ਬਖਸ਼ਿਸ਼ ਦੇ ਉੱਤੇ ਹੋਵੇ, ਨਾ ਸਾਡੇ ਕੀਤੇ ਹੋਏ ਕਰਮਾਂ। ਤੂੰ ਕਰਤੇ ਰਾਖ ਮੈਂ ਤੇ ਨਿਮਾਣਾ ਵਾ। ਵੀ ਜਦ ਤੱਕ ਆਪਣੇ ਆਪ ਤੇ ਜ਼ੋਰ ਰਹੇਗਾ ਤਦ ਤੱਕ ਉਹ ਉਸ ਰੱਬ ਦੇ ਨਾਲ ਸਾਂਝ ਜਿਹੜੀ ਹੈ ਨਾ ਉਹ ਨਹੀਂ ਬਣ ਸਕਦੀ। ਤੂੰ ਕਰਤੇ ਰਾਖ ਮੈਂ ਨਿਮਾਣੀ ਹੈ। ਹਾਂਜੀ ਧੰਨਵਾਦ ਵੀਰ ਜੀ, ਬਹੁਤ ਸੋਹਣੀ ਡਿਟੇਲ ਆਪ ਜੀ ਨੇ ਰੱਖਣੀ ਕੀਤੀ ਹੈ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। किस ही जोर हंकार बोलन का, किस ही जोर दीवान माया का। ਉਹ ਜਿਹੜਾ ਮਨ ਜਿਹੜਾ ਹੰਕਾਰ ਵਿੱਚ ਹੈ, ਉਹ ਉਸਨੂੰ ਉਹ ਮਾਣ ਕਰਦਾ ਹੈ ਆਪਣੇ ਗਿਆਨ ਤੇ ਬੋਲਣ ਦਾ, ਔਰ ਉਸਨੂੰ ਮਾਣ ਹੈ, ਉਸਨੂੰ ਤਾਣ ਹੈ, ਉਸਨੂੰ ਜ਼ੋਰ ਹੈ। ਹੀ ਇਜ਼ ਡਿਪੈਂਡੈਂਟ ਔਨ ਦ ਮਾਇਆ। ਉਹ ਮਾਇਆ ਜੋ ਸਾਡੇ ਅੰਦਰ ਦੀ ਵਾਇਸਸ ਹਨ, ਉਹ ਸੋਚਦਾ ਕਿ ਇਹੀ ਤੇ ਮੇਰਾ ਪਰਿਵਾਰ ਹੈ, ਇਹ ਤੇ ਹਉਮੈ ਦਾ ਪੂਰਾ ਸਰਕਾਰ ਹੈ, ਇਹੀ ਤੇ ਮੇਰਾ ਹੈ। ਤਾਂ ਹੀ ਇਜ਼ ਡਿਪੈਂਡੈਂਟ ਔਨ ਇਟ। ਜਦੋਂ ਡਿਪੈਂਡੈਂਟ ਤੇ ਦੁਖੀ ਹੁੰਦਾ ਹੈ, ਪਰ ਫਿਰ ਜਦੋਂ ਮਨ ਨੂੰ ਸੋਝੀ ਹੋ ਗਈ, ਜਦੋਂ ਮੈਂ ਮਨ ਨੂੰ ਸੋਝੀ ਹੋ ਗਈ ਕਿ ਬਈ ਮੈਂ ਤਾਂ ਉਸ ਇੱਕ ਦਾ ਹੀ ਟੇਕ ਲੈਣਾ ਹੈ, ਉਸ ਇੱਕ ਨਾਮ ਦਾ ਟੇਕ ਲੈਣਾ, ਉਹਦੇ ਸਾਰੇ ਵਰਚੂਸ ਦਾ ਟੇਕ ਲੈਣਾ, ਉਹਦੇ ਗੁਣਾਂ ਦਾ ਟੇਕ ਲੈਣਾ ਹੈ, ਕਿਉਂਕਿ ਉਹੀ ਮੇਰੀ ਰੱਖਿਆ ਕਰੇਗਾ। ਤਾਂ ਉਹ ਹਉਮੈ ਤੋਂ ਟੁੱਟ ਕੇ ਉਹ ਇੱਕ ਦੇ ਨਾਲ ਜੁੜ ਜਾਏ ਤਾਂ ਸਰਕਾਰ ਬਣ ਗਿਆ ਇੱਕ ਦਾ। ਔਰ ਜਦੋਂ ਇੱਕ ਦਾ ਬਣ ਗਿਆ ਤੇ ਉਸ ਦੀ ਰੱਖਿਆ ਪੂਰੀ ਤਰ੍ਹਾਂ ਹੁੰਦੀ ਹੈ। ਕਿਸ ਚੀਜ਼ਾਂ ਤੋਂ? ਉਸ ਮਾਇਆ, ਉਸ ਵਾਇਸਸ ਦਾ। ਹਾਂਜੀ, ਧੰਨਵਾਦ ਭੂਆ ਜੀ, ਆਪ ਜੀ ਨੇ ਮਨ ਤੇ ਟੁਕਾ ਕੇ ਸਮਝਾਣਾ ਕੀਤਾ ਤੇ ਜਦੋਂ ਨਾਮ ਨਾਲ ਜੁੜ ਜਾਂਦਾ ਹੈ ਤੇ ਰੱਖਿਆ ਕਿਸ ਤੋਂ ਆਉਂਦੀ ਹੈ? ਵਿਕਾਰਾਂ ਤੋਂ ਰੱਖਿਆ ਹੁੰਦੀ ਹੈ। ਧੰਨਵਾਦ ਆਪ ਜੀ ਦਾ। ਨਿਮਾਣੇ ਮਾਣ ਕਰੇ ਤੁਧ ਭਾਵੈ, ਹੋਰ ਕੀਤੀ ਚੱਕ ਚੱਕ ਆਵੈ ਜਾਵੈ। ਜਿਨ ਕਾ ਪਖ ਕਰੇ ਤੂੰ ਸੁਆਮੀ, ਤਿਨ ਕੀ ਉਪਰ ਗਲ ਤੁਧ ਆਣੀ ਹੈ। ਨਿਮਾਣੇ ਮਾਣ ਕਰੇ ਤੁਧ ਭਾਵੈ। ਨਿਮਾਣੇ ਮਾਣ, ਨਿਮਾਣਿਆਂ ਨੂੰ ਹੈ ਪ੍ਰਮਾਤਮਾ ਤੇਰਾ ਹੀ ਮਾਣ ਹੈ। ਨਿਮਾਣੇ ਮਾਣ, ਨਿਮਾਣਿਆਂ ਦੀ ਤੂੰ ਰੱਖਿਆ ਕਰਦਾ, ਉਹਨਾਂ ਨੂੰ ਮਾਣ ਤੂੰ ਦਿਵਾਉਂਦਾ, ਉਹਨਾਂ ਨੂੰ ਤੇਰਾ ਹੀ ਮਾਣ ਹੈ, ਤੇਰਾ ਹੀ ਆਸਰਾ ਹੈ। ਕਰੇ ਤੁਧ ਭਾਵੇ, ਨਿਮਾਣੇ ਮਾਣ ਕਰੇ ਤੁਧ ਭਾਵੇ। ਇਹ ਪਰਮਾਤਮਾ ਸਭ ਕੁਝ ਕਰਨ ਕਰਾਉਣ ਵਾਲਾ ਤੂੰ ਹੀ ਹੈ। ਜੋ ਤੈਨੂੰ ਪਾਉਂਦਾ ਤੂੰ ਕਰਦਾ। ਤੁਧ ਭਾਵੇ, ਜੋ ਤੈਨੂੰ ਪਾਉਂਦਾ ਤੂੰ ਉਹ ਕਰਦਾ ਹੈ। ਪਰ ਨਿਮਾਣਿਆਂ ਨੂੰ ਤੇਰਾ ਹੀ ਆਸਰਾ ਹੈ, ਤੇਰੀ ਹੀ ਓਟ ਹੈ। ਹੋਰ ਕੀਤੀ ਚੱਖ ਚੱਖ ਆਵੇ ਜਾਵੇ। ਕਹਿੰਦੇ ਨੇ ਹੋਰ ਕੀਤੀ, खेती तो पाओ बहुत सारे। ਚੱਕ 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 ਕੇ, ਚੱਕ ਦੇ ਕੱਕੇ ਨੂੰ ਸਿਆਰੀਏ ਚੱਕ ਕੇ ਆਵੇ ਜਾਵੇ। ਜਿਹੜੇ ਨਾਮ ਨਾਲ ਟੁੱਟੇ ਹਨ ਉਹ ਆਵਾਗਾਵਣ ਵਿੱਚ ਪਏ ਹੋਏ ਹਨ। ਉਹ ਕਿੰਨੇ ਹਨ? ਕਹਿੰਦੇ ਨੇ खेती, खेती ਤੋਂ ਪਾਓਵੇ ਬਹੁਤ ਸਾਰੇ, ਕਿੰਨੇ ਹੀ ਬਹੁਤ ਸਾਰੇ। ਹੋਰ ਕੀਤੀ ਚੱਕ ਚੱਕ ਆਵੇ ਜਾਵੇ। ਨਾਮ ਤੋਂ ਟੁੱਟ ਕੇ ਵਿਕਾਰਾਂ ਵਿੱਚ ਪਏ ਹੋਏ ਵੱਖ-ਵੱਖ ਜੂਨਾਂ ਵਿੱਚ ਭਟਕਦੇ ਰਹਿੰਦੇ ਹਨ। ਅਸੀਂ ਦੇਖੋ ਆਵੇ ਜਾਵੇ ਦਾ ਜ਼ਿਕਰ ਬਾਰ-ਬਾਰ ਆ ਰਿਹਾ ਨਾ। ਵਿਕਾਰਾਂ ਦੇ ਵਿੱਚ
ਕਦੀ ਵੱਖ-ਵੱਖ ਜੂਨਾਂ ਦਾ ਜ਼ਿਕਰ ਹੁੰਦਾ ਹੈ। ਇੱਕ ਜਨਮ ਸਾਡਾ ਮਾਂ-ਪਿਓ ਦੇ ਰਾਹੀਂ ਹੈ, ਸਰੀਰ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਤੇ ਇੱਕ ਜਨਮ ਗੁਰੂ ਦੇ ਰਾਹੀਂ ਹੋਣਾ ਹੈ। ਜਦੋਂ ਤੱਕ ਗੁਰੂ ਦੇ ਰਾਹੀਂ, ਗੁਰੂ ਦੇ ਘਰ, ਗੁਰੂ ਦੇ ਰਾਹੀਂ ਜਨਮ ਨਾ ਹੋ ਜਾਏ, ਜਦੋਂ ਤੱਕ ਗੁਰੂ ਦੇ ਗੋਦ ਵਿੱਚ ਆਸਰਾ, ਗੁਰੂ ਦੇ ਰਾਹੀਂ ਮਨ ਪ੍ਰਮਾਤਮਾ ਵਿੱਚ ਨਾ ਟਿਕ ਜਾਏ, ਤਦ ਤੱਕ ਸਾਡਾ ਆਵਾਗਮਨ ਬਣਿਆ ਰਹਿੰਦਾ ਹੈ। ਤਦ ਤੱਕ ਅਸੀਂ ਇੰਝ ਸਮਝ ਲਈਏ ਕਿ ਸਰੀਰਿਕ ਤਲ ਤੇ ਜੀ ਰਹੇ ਹਾਂ। ਜਦੋਂ ਤੱਕ ਸਰੀਰਿਕ ਤਲ ਤੇ ਜੀ ਰਹੇ ਹਾਂ, ਤਦ ਤੱਕ ਆਵਾਗਮਨ ਸਾਡਾ ਬਣਿਆ ਹੋਇਆ ਹੈ। ਤੇ ਹੋਰ ਕੀਤੀ ਝੱਕ ਝੱਕ ਆਵੇ ਜਾਵੇ, ਸਿਰਫ ਆਵਾਗਮਨ ਨਹੀਂ ਬਣਿਆ, ਝੱਕ ਵੀ ਰਹੇ ਹਾਂ। ਜਿਹੜੀ ਜੂਨ ਵਿੱਚ ਭਟਕ ਰਹੇ ਹਾਂ, ਉੱਥੇ ਝੱਕ ਰਹੇ ਹਾਂ। ਝੱਕਣ ਤੋਂ ਕੀ ਪਾਓਗੇ? ਅਸੀਂ ਅਕਸਰ ਕਈ ਵਾਰੀ ਗੱਲ ਕਰਦੇ ਹਾਂ, ਤੂੰ ਬਾਜ਼ਾਰ ਗਿਆ ਸੀ, ਕੀ ਲੈ ਕੇ ਆਇਆ? ਉਹ ਕਹਿੰਦਾ ਕੁਝ ਵੀ ਨਹੀਂ ਲੱਭਾ, ਖਾਲੀ ਝੱਖਾਂ ਹੀ ਮਾਰ ਆਇਆ। ਭਾਵ ਵਿਅਰਥ ਸਮਾਂ ਗਵਾ ਕੇ ਆ ਗਿਆ, ਸਮਾਂ ਵੀ ਗਿਆ, ਸਰੀਰਿਕ ਐਫਰਟ ਵੀ ਕੀਤਾ, ਬਲ ਵੀ ਲੱਗਿਆ, ਉਹ ਵੀ ਵਿਅਰਥ ਗਿਆ, ਸਰਮਾਇਆ ਵੀ ਲੱਗਿਆ, ਉਹ ਵੀ ਵਿਅਰਥ ਗਿਆ, ਨਤੀਜਾ ਕੁਝ ਨਹੀਂ ਨਿਕਲਿਆ। ਨਤੀਜਾ 0/0 ਨਿਕਲਿਆ, ਕਿਉਂਕਿ ਕੁਝ ਲੈ ਨਹੀਂ ਪਾਇਆ, ਕੁਝ ਕੰਮ ਦਾ ਮਿਲਿਆ ਨਹੀਂ। ਤੇ ਗੁਰੂ ਸਾਹਿਬ ਇੱਥੇ ਵੀ ਝੱਕ ਝੱਕ ਆਵੇ ਜਾਵੇ, ਝੱਕ ਰਹੇ ਹਨ, ਆਵਾਗਮਨ ਵਿੱਚ ਪਏ ਹੋਏ ਹਨ। ਨਤੀਜਾ ਕੀ ਨਿਕਲ ਰਿਹਾ? ਨਤੀਜਾ 0/0 ਨਿਕਲ ਰਿਹਾ। ਇੱਕ ਵਾਰੀ ਮਨ ਦੇ ਵਿੱਚੋਂ ਇੱਕ ਉਦਾਹਰਣ ਨਿਕਲਿਆ ਸੀ, ਪਰ ਉਦਾਹਰਣ ਭਾਵੇਂ ਥੋੜਾ ਜਿਹਾ ਹਲਕਾ ਲੱਗ ਰਿਹਾ, ਲੇਕਿਨ ਉਹਦੇ ਵਿੱਚੋਂ ਗੱਲ ਸਮਝਣ ਦੀ ਚੇਸ਼ਟਾ ਕਰਦੇ ਹਾਂ। ਇੱਕ ਰਾਕਟ ਦੇ ਵਿੱਚ ਕਈ ਲੋਕ ਜਿਹੜੇ ਹਨ ਚੰਦਰਮਾ ਤੇ ਪਹੁੰਚ ਗਏ। ਉਦਾਹਰਣ ਸਮਝੀਏ, ਥੋੜੀ ਜਿਹੀ ਗੱਲ ਸਮਝਣ ਦੀ ਚੇਸ਼ਟਾ ਕਰਦੇ ਹਾਂ, ਸਾਨੂੰ ਸਾਰੀ ਇਹ ਗੱਲ ਪਤਾ ਹੈ। ਉੱਥੇ ਜਾ ਕੇ ਰਾਕਟ ਖਰਾਬ ਹੋ ਗਿਆ, ਤੇ ਜਿਹੜੇ ਲੋਕ ਸੀ ਉਹ ਉੱਥੇ ਟਿਕ ਗਏ, ਤੇ ਜਿਹੜਾ ਇੰਜੀਨੀਅਰ ਸੀ ਉਹ ਕਹਿੰਦੇ ਸਾਨੂੰ ਕੁਝ ਸਮਾਂ ਲੱਗੇਗਾ, ਰਾਕਟ ਠੀਕ ਹੋਣ ਵਿੱਚ ਥੋੜਾ ਜਿਹਾ ਸਮਾਂ ਲੱਗਣਾ ਹੈ ਅਜੇ, ਤੇ ਥੋੜਾ ਜਿਹਾ ਸਮਾਂ ਲੱਗੇਗਾ, ਤੇ ਤੁਸੀਂ ਤਦ ਤੱਕ ਬੇਸ਼ੱਕ ਤੁਸੀਂ ਆਲੇ ਦੁਆਲੇ ਵਿਚਰ ਲਓ। ਜੇਕਰ ਅਸੀਂ ਇਹਨੂੰ ਇੰਝ ਸਮਝਣਾ ਕਰੀਏ, ਜਿਹੜੇ ਉੱਥੇ ਵਿਚਰ ਰਹੇ ਹਨ, ਚੰਦਰਮਾ ਕਹਿ ਲਈਏ ਜਾਂ ਕੋਈ ਹੋਰ ਪਲਾਨਟ ਕਹਿ ਲਈਏ, ਤੇ ਉਹ ਉੱਥੇ ਵਿਚਰਦੇ ਹੋਏ ਉੱਤੇ ਇੱਟ ਤੇ ਪੱਥਰ ਇਕੱਠੇ ਕਰਨ ਲੱਗ ਪੈਣ, ਤੇ ਉਹਨਾਂ ਨੂੰ ਲੈ ਕੇ ਝਗੜਨ ਲੱਗ ਪੈਣ ਕਿ ਇਹ ਇੱਟਾਂ ਮੇਰੀਆਂ ਤੇ ਇਹ ਪੱਥਰ ਮੇਰੇ ਹਨ। ਤੇ ਉਹਨਾਂ ਦੇ ਇਕੱਠੇ ਕਰਨ ਦੀ ਉਸ ਦੇ ਵਿੱਚ ਆਪਸ ਵਿੱਚ ਝਗੜਦੇ ਰਹਿਣ। ਔਰ ਕੁਝ ਦਿਨਾਂ ਬਾਅਦ ਜਿਹੜਾ ਇੰਜੀਨੀਅਰ ਹੈ, ਜਿਹੜੇ ਪਾਇਲਟ ਸੀ, ਜਿਹੜੇ ਰਾਕਟ ਚਲਾ ਰਹੇ ਸਨ, ਉਹ ਕਹਿਣ ਜੀ ਠੀਕ ਹੋ ਗਿਆ, ਹੁਣ ਚਲੋ ਵਾਪਸੀ ਦਾ ਉਹ ਹੋ ਗਿਆ, ਲੇਕਿਨ ਤੁਸੀਂ ਇੱਥੇ ਜੋ ਇਕੱਠਾ ਕੀਤਾ ਨਾਲ ਨਹੀਂ ਲਿਜਾ ਸਕਦੇ, ਨਾਲ ਤੁਹਾਡਾ ਨਾਲ ਤੁਸੀਂ ਬਿਲਕੁਲ ਲਿਜਾ ਨਹੀਂ ਸਕਦੇ। ਅਸੀਂ ਧਿਆਨ ਦਈਏ ਨਾ, ਅਸੀਂ ਵੀ ਇੱਕ ਸਫ਼ਰ ਤੇ ਹਾਂ, ਅਸੀਂ ਇਧਰੋਂ ਵੀ ਕੁਝ ਨਾ ਕੁਝ ਇਕੱਠਾ ਕਰੀ ਜਾਂਦੇ ਹਾਂ, ਉਹਨਾਂ ਲਈ ਅਸੀਂ ਝਗੜ ਰਹੇ ਹਾਂ। ਉਹੀਓ ਅਸੀਂ ਇੰਝ ਸਮਝ ਲਈਏ, ਜਦੋਂ ਸਮਾਂ ਆਣਾ ਹੈ ਤੇ ਸਾਡਾ ਇਕੱਠਾ ਕੀਤਾ ਹੋਇਆ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ। ਕੁਝ ਇੰਝ ਕਹਿ ਲਈਏ ਕਿ ਸਭ ਕੁਝ ਇੱਥੇ ਫਜ਼ੂਲ ਚਲਾ ਜਾਣਾ ਹੈ। ਅਸਲ ਜਿਹੜਾ ਕੰਮ ਕਰਨਾ ਸੀ ਅਸੀਂ ਉਹ ਕੀਤਾ ਨਹੀਂ, ਜਿਹੜੇ ਹਰੀ ਦੇ ਨਾਮ ਨਾਲ ਜੁੜਨਾ ਸੀਗਾ ਉਹਦੇ ਨਾਲ ਜੁੜਨਾ ਨਹੀਂ ਕੀਤਾ, ਤੇ ਜ਼ਿੰਦਗੀ ਭਰ ਅਸੀਂ ਝੱਕਦੇ ਹੀ ਰਹੇ, ਟੱਕਰਾਂ ਹੀ ਮਾਰਦੇ ਰਹੇ, ਵਿਅਰਥ ਹੀ ਸਮਾਂ ਵਿਅਰਥ ਕਰਦੇ ਰਹੇ। ਨਤੀਜਾ ਕੀ ਨਿਕਲਿਆ? ਨਤੀਜਾ ਕੁਝ ਵੀ ਨਹੀਂ ਨਿਕਲਿਆ। ਜਿਨਕਾ ਪੱਖ ਕਰੇ ਤੂੰ स्वामी तिन की ऊपर गल तुद आनी है, जिनका पक्ष करे तू स्वामी। पर हे स्वामी, जिन्हां नूं तू पक्ष कर लैंदा, भाव जिन्हां नूं तेरी मत आ जाती है, जिन्हां नूं तेरी सोझी आ जाती है, समझ आ जाती है, जेड़े नाम नाल जुड़ बैठदे हन, जिन्हां दा तू सिर ते सहायक हो जाता है, तिन की ऊपर गल तुद आनी है। कहंदे उन्हां दी गल फिर तू ऊपर सारियां तो उत्ते लियांदी है, भाव ਉਹਨਾਂ ਦੀ ਗੱਲ ਮੰਨੀ ਜਾਂਦੀ ਹੈ, ਉਹਨਾਂ ਦੀ ਗੱਲ ਜਿਹੜੀ ਹੈ ਉਹ ਸੱਚ ਸਮਝ ਲਈਏ, ਸੱਚ ਕਰਕੇ ਸਾਬਤ ਹੁੰਦੀ ਹੈ। ਉਹਨਾਂ ਦੀ ਗੱਲ ਤਿੰਨ ਕੀ ਉੱਪਰ ਗੱਲ ਤੁਧ ਆਣੀ ਹੈ। ਹੁਣ ਗੱਲ ਤੁਧ ਆਣੀ ਹੈ, ਅਸੀਂ ਸੰਸਾਰਿਕ ਤਲ ਤੇ ਸੋਚਾਂਗੇ ਤੇ ਸੰਸਾਰਿਕ ਤਲ ਤੇ ਸਾਨੂੰ ਲੱਗੇਗਾ ਕਿ ਬਾਕੀਆਂ ਦੀ ਗੱਲਾਂ ਤੋਂ ਉਹਨਾਂ ਦੀ ਗੱਲ ਜਿਹੜੀ ਹੈ ਉਹ ਉਹਨਾਂ ਦੀ ਗੱਲ ਮੰਨੀ ਜਾਏਗੀ। ਸੰਸਾਰਿਕ ਤਲ ਦੀ ਗੱਲ ਗੁਰੂ ਸਾਹਿਬ ਸੰਸਾਰਿਕ ਤਲ ਦੇ ਨਾਲ ਨਾਲ ਇੰਝ ਸਮਝੀਏ ਨਾ ਕਿ ਜਿਹੜੀ ਗੱਲ ਸ਼ਬਦ ਦੀ ਕਰਦੇ ਹਨ ਤੇ ਸ਼ਬਦ ਦੀ ਗੱਲ ਸੱਚ ਸਾਬਤ ਹੁੰਦੀ ਹੈ। ਜਿਹੜੇ ਸ਼ਬਦ ਨਾਲ ਜੁੜਦੇ ਹਨ, ਸ਼ਬਦ ਦੇ ਮੁਤਾਬਿਕ ਕਾਰ ਵਿਹਾਰ ਕਰਦੇ ਹਨ, ਇੱਕ ਅਸੀਂ ਵਿਕਾਰਾਂ ਦੇ ਮੁਤਾਬਿਕ ਕਾਰ ਵਿਹਾਰ ਕਰਦੇ ਹਾਂ,
ਤੇ ਵਿਕਾਰਾਂ ਦੇ ਮੁਤਾਬਿਕ ਕੀਤੀ ਹੋਈ ਕਾਰ ਵਿਹਾਰ ਜਿਹੜੀ ਹੈ ਸਾਨੂੰ ਡੁਬਾਉਂਦੀ ਹੈ, ਝੂਠ ਸਾਬਿਤ ਹੁੰਦੀ ਹੈ। ਇੱਕ ਵਿਕਾਰਾਂ ਦੇ ਆਧਾਰ ਤੇ ਜ਼ਿੰਦਗੀ ਬਤੀਤ ਕਰਦੇ ਹਨ। ਉਹ ਕਹਿੰਦੇ ਹਨ ਕਿ ਅਸੀਂ ਵਿਕਾਰਾਂ ਦੇ ਮੁਤਾਬਿਕ ਕਾਰ ਵਿਹਾਰ ਕਰ ਰਹੇ ਹਾਂ ਤੇ ਅਸੀਂ ਠੀਕ ਹਾਂ, ਦੁਨਿਆਵੀ ਧਨ ਦੌਲਤ ਇਕੱਠੇ ਕਰਦੇ ਹਾਂ, ਐਸ਼ੋ ਆਰਾਮ ਕਰਦੇ ਸਾਨੂੰ ਨਜ਼ਰ ਆਉਂਦੇ ਹਨ। ਸਾਨੂੰ ਲੱਗਦਾ ਕਿ ਉਹ ਠੀਕ ਹੋਣਗੇ, ਇੰਨੀ ਐਸ਼ੋ ਆਰਾਮ ਕਰ ਰਹੇ ਨੇ, ਇੰਨੀ ਧਨ ਦੌਲਤ ਇਕੱਠੀ ਕਰ ਲਈ, ਵੱਡੀ ਗੱਡੀਆਂ ਵਿੱਚ ਘੁੰਮ ਰਹੇ ਹਨ। ਲੇਕਿਨ ਜਿਹੜੇ ਸ਼ਬਦ ਦੇ ਮੁਤਾਬਿਕ ਕਾਰ ਵਿਹਾਰ ਕਰਦੇ ਹਨ, ਜ਼ਿੰਦਗੀ ਸ਼ਬਦ ਦੇ ਆਸਰੇ ਜਿਉਂਦੇ ਹਨ, ਗੁਰੂ ਸਾਹਿਬ ਉਹਨਾਂ ਦੀ ਗੱਲ ਸੱਚ ਕਰਕੇ ਸਾਬਿਤ ਹੁੰਦੀ ਹੈ। ਕਿਉਂਕਿ ਜਿਹੜੇ ਝੂਠ ਦੀ ਜ਼ਿੰਦਗੀ ਜੀ ਰਹੇ ਹਨ ਉਹ ਵਿਅਰਥ ਉਹਨਾਂ ਦੀ ਜ਼ਿੰਦਗੀ ਚਲੀ ਜਾਂਦੀ ਹੈ। ਜਿਹੜੀ ਸੱਚ ਦੀ ਜ਼ਿੰਦਗੀ ਜੀ ਰਹੇ ਹਨ ਉਹ ਆਨੰਦ ਵਿੱਚ ਰਹਿੰਦੇ ਹਨ, ਖੇੜੇ ਵਿੱਚ ਰਹਿੰਦੇ ਹਨ। ਜੀ ਇਕਬਾਲ ਵੀਰ ਜੀ। ਨਿਮਾਣੇ ਗੁਰੂ ਦੀ ਸ਼ਰਨ ਪਏ ਹੋਏ ਕਰਦੇ ਹਨ। ਉਹ ਤੈਨੂੰ ਚੰਗੇ ਲੱਗਦੇ ਨੇ ਪ੍ਰਭੂ ਜੀ। ਜਿਹੜੇ ਜੀਵ ਨਿਮਰਤਾ ਦੇ ਭਗਤ ਵਿੱਚ ਰਹਿੰਦੇ ਹਨ ਤੇ ਮਨ ਕਰਦੇ ਹਨ, ਸ਼ਬਦ ਤੇ ਮਨ ਕਰਦੇ ਹਨ, ਸੁਧ ਭਾਵੇ ਜਾਂ ਹਰੀ ਪਰਮਾਤਮਾ ਤੇ ਰੱਬ ਤੇ ਮਾਣ ਕਰਦੇ ਹਨ ਤੇ ਤੈਨੂੰ ਉਹ ਚੰਗੇ ਲੱਗਦੇ। ਬੇਨਤੀ ਡਿਸਟਰਬੈਂਸ ਹੋ ਰਹੀ ਦੁਬਾਰਾ ਤੋਂ। हेलो, अभी भी ਤੁਹਾਨੂੰ ਵੀ ਹੋ ਰਹੀ ਹੈ? आवाज आ रही है? मैं ठीक ਹੁਣ है। बेटर है ਵੀਰ ਜੀ, ਹੁਣ बेटर। आप जी कंटिन्यू रखो इकबाल ਵੀਰ जी। ਨਿਮਾਣੇ ਮਾਣ ਕਰੇ ਗੁਰੂ ਦੀ ਸ਼ਰਨ ਪਏ ਹੋਏ ਜਿਹੜੇ ਮਨੁੱਖ ਹਨ ਉਹ ਗੁਰੂ ਤੇ ਹੀ ਮਾਣ ਕਰਦੇ ਹਨ, ਸੁਧ ਭਾਵੇ। ਫਿਰ ਜਿਹੜੇ ਗੁਰੂ ਤੇ ਮਾਣ ਕਰਦੇ ਹਨ, ਗੁਰੂ ਦੀ ਸ਼ਰਨ ਪਏ ਹਨ, ਉਹ ਤੈਨੂੰ ਚੰਗੇ ਲੱਗਦੇ। ਇਹ ਪ੍ਰਭੂ ਜੀ ਉਹ ਤੈਨੂੰ ਭਾ ਜਾਂਦੇ ਹਨ। ਹੋਰ ਕੇਥੀ ਚੱਕ ਚੱਕ ਆਵੇ ਜਾਵੇ। ਹੋਰ ਲੋਕਾਈ ਇਹ ਜਿਹੜਾ ਸੰਸਾਰ ਹੈ ਜੋ ਮਾਇਆ ਵਿੱਚ ਗਰਸਿਆ ਹੋਇਆ, ਝੱਕ ਝੱਕ ਤੇ ਮਾਇਆ ਵਿੱਚ ਹੀ ਗਰਸ ਕੇ ਖੁਆਰ ਹੁੰਦਾ ਹੈ, ਆਵੇ ਜਾਵੇ। ਤੇ ਉਹਨਾਂ ਦਾ ਜਿਹੜਾ ਜੰਮਣਾ ਮਰਨਾ, ਉਹਨਾਂ ਦੀਆਂ ਤ੍ਰਿਸ਼ਨਾਵਾਂ ਦੇ ਵਿੱਚ ਉਹਨਾਂ ਦਾ ਵਾਰ-ਵਾਰ ਜੰਮਣਾ ਮਰਨਾ ਬਣਦਾ ਹੈ। ਜਿਨਕਾ ਪੱਖ ਕਰੇ ਤੂੰ ਸੁਆਮੀ, ਤਿਨ ਕੀ ਉਪਰ ਗੱਲ ਤੁਧ ਆਣੀ। ਪਰ ਜਿਨ੍ਹਾਂ ਦਾ ਪੱਖ, ਜਿਨ੍ਹਾਂ ਨੂੰ ਜੋ ਤੈਨੂੰ ਭਾ ਜਾਂਦੇ ਹਨ, ਤੂੰ ਉਹਨਾਂ ਦਾ ਫਿਰ ਜਦੋਂ ਪੱਖ ਕਰਨਾ ਹੈ, ਕਿਉਂਕਿ ਹਰ ਜੋ ਭਗਤੋਂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਪਰਮਾਤਮਾ ਜਿਹੜਾ ਹੈ ਸਿਰਫ ਉਹਨਾਂ ਦਾ ਪੱਖ ਕਰਦਾ ਹੈ ਜਿਹੜੇ ਉਹਦੀ ਭਗਤੀ ਕਰਦੇ। ਬਾਕੀ ਸੰਸਾਰ ਦੀ ਕਾਰ ਵਿੱਚ ਇੱਕ ਸਮਾਨ ਜੀਵਨ ਬਤੀਤ ਹੁੰਦਾ, ਸਾਰਿਆਂ ਦੀ ਬਰਾਬਰਤਾ ਹੈ। ਪਰ ਪਰਮਾਤਮਾ ਪੱਖ ਕਰਦਾ ਭਗਤ ਆਂਦਾ ਹੈ ਜਿਹੜੇ ਉਹਦੀ ਭਗਤੀ ਕਰਦੇ। ਉਹ ਕਿਸੇ ਵੀ ਜੀਵ ਦੇ ਲਈ ਉਹ ਦਖਲਅੰਦਾਜ਼ੀ ਨਹੀਂ ਕਰਦਾ। ਉਹਨਾਂ ਸਾਰੇ ਜੀਵਾਂ ਲਈ, ਸੰਸਾਰ ਲਈ ਉਹਨੇ ਕੁਦਰਤ ਵਿੱਚ ਇੱਕ ਸਾਰ ਨਿਯਮ ਬਣਾਏ ਹੋਇਆ ਤੇ ਉਹ ਨਿਯਮਾਂ ਦੇ ਵਿੱਚ ਹੀ ਜਿਹੜੀ ਕੁਦਰਤ ਹੈ ਵਿਚਰਦੀ ਹੈ। ਪਰ ਭਗਤ ਜਿਹੜੇ ਹੈ ਉਹ ਕੁਦਰਤ ਤੋਂ ਉੱਪਰ ਹੋ ਜਾਂਦੇ, ਪਰ ਬਤੀਤ ਜੀਵਨ ਕੁਦਰਤ ਵਿੱਚ ਹੀ ਕਰਦੇ ਹਨ। ਪਰ ਉਹਨਾਂ ਦਾ ਪੱਖ ਕਰਤਾ ਜਿਨਕਾ ਪੱਖ ਕਰੇ ਤੂੰ ਸੁਆਮੀ। ਸੁਆਮੀ ਜੀ ਜਿਨ੍ਹਾਂ ਜੀਵਾਂ ਦਾ, ਜਿਨ੍ਹਾਂ ਭਗਤਾਂ ਦਾ ਜੋ ਤੈਨੂੰ ਭਾ ਜਾਂਦੇ ਹਨ, ਜਦੋਂ ਤੂੰ ਪੱਖ ਕਰਦਾ ਹੈ, ਤਿੰਨ ਕੀ ਉੱਪਰ ਗੱਲ ਤੁਧਾਣੀ ਹੈ। ਫਿਰ ਉਹਨਾਂ ਦੀ ਜਿਹੜੀ ਹੈਗੀ ਆ ਤਿੰਨ ਕੀ ਉੱਪਰ ਤੋਂ ਭਾਵ ਕੀ ਹੁੰਦਾ? ਵੀ ਸਭ ਤੋਂ ਪਹਿਲਾਂ ਸੰਸਾਰ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਆ ਬੋਲ ਹੈ, ਉਹਨਾਂ ਦਾ ਕਰਮ ਹੈ, ਉੱਤਮ ਹੋਣ ਕਰਕੇ ਉਹਨਾਂ ਦਾ ਸੰਸਾਰ ਉਹਨਾਂ ਦੀ ਗੱਲ ਮੰਨਦਾ ਹੈ, ਸਭ ਤੋਂ ਪਹਿਲ ਉਹਨਾਂ ਨੂੰ ਦਿੰਦਾ ਹੈ, ਵਧਾਣੀ ਹੈ। ਕਿਉਂਕਿ ਜਦੋਂ ਉਹ ਤੇਰੇ ਚਰਨਾਂ ਵਿੱਚ ਜੁੜ ਜਾਂਦੇ ਹਨ ਤੇ ਉਹਨਾਂ ਦੀ ਸਮੌਰਤਾ ਇਸ ਸੰਸਾਰ ਦੇ ਵਿੱਚ ਬਣੀ ਰਹਿੰਦੀ ਹੈ ਤੇ ਉਹਨਾਂ ਦਾ ਪੱਖ ਤੂੰ ਜਦੋਂ ਤੂੰ ਕਰਦਾ ਹੈ ਤਾਂ ਸੰਸਾਰ ਵਿੱਚ ਸ਼ੋਭਾ ਕੱਢਦੇ ਹਨ। ਵਧਾਣੀ ਹੈ ਉਹ, ਕਿਉਂਕਿ ਉਹਨਾਂ ਦੀ ਵਡਿਆਈ ਧਨਤਾ ਤੇਰੇ ਪੱਖ ਕਰਕੇ ਹੀ ਬਣਦੀ ਹੈ। ਤੇਰੇ ਹੀ ਬਖਸ਼ਿਸ਼ ਦੇ ਨਜ਼ਰ ਦੇ ਪਾਤਰ ਹੋਣ ਕਰਕੇ ਹੀ ਉਹ ਸਾਰੇ ਸੰਸਾਰ ਦੇ ਵਿੱਚ ਸ੍ਰੇਸ਼ਟ ਮੰਨੇ ਜਾਂਦੇ ਹਨ, ਉੱਪਰ ਮੰਨੇ ਜਾਂਦੇ ਹਨ। ਭਾਵ ਸਦਾ ਹੀ ਪਹਿਲ ਦੇ ਆਧਾਰ ਤੇ ਉਹ ਸੰਸਾਰ ਵਿੱਚ ਧਨਤਾ ਪ੍ਰਾਪਤ ਕਰਦੇ ਜੀ।
हाँ, धन्यवाद वीर जी। वीर जी थोड़ा जी जगह बदल के तकिया जे, नेटवर्क की डिस्टरबेंस काफी आ रही सी। आप थोड़ी जी नेटवर्क चेक कर लिया जे। धन्यवाद आप जी ਦਾ। ਜੀ ਅਰਵਿੰਦਰ ਵੀਰ ਜੀ। ਜਿਹੜੀ ਗੱਲ ਚੱਲੀ ਜਾਂਦੀ ਪਈ ਸੀ ਵੀ ਇੱਕ ਉਹਨਾਂ ਦੀ ਉਹ ਜਿਹੜਾ ਇਸ ਤੋਂ ਜਿਹੜਾ ਪਹਿਲਾ ਜਿਹੜਾ ਬੰਦ ਖਤਮ ਹੋਇਆ ਉੱਥੇ ਗੁਰੂ ਸਾਹਿਬ ਕਹਿੰਦੇ ਨੇ ਤੂੰ ਕਰਤੇ ਰਾਖ ਮੈਂ ਨਿਮਾਣੀ ਹੈ, ਮੈਨੂੰ ਨਿਮਾਣੇ ਨੂੰ ਮੈਨੂੰ ਕਿਰਪਾ ਕਰਕੇ ਤੂੰ ਮੇਰੇ ਚ ਕੋਈ ਮਾਨ ਨਹੀਂ, ਮੇਰੇ ਚ ਕੋਈ ਮੈਂ ਕਿਸੇ ਗੱਲ ਦਾ ਜੋ ਗੁਰੂ ਸਾਹਿਬ ਨੇ ਵੱਖ-ਵੱਖ ਵਰਣਨ ਕੀਤਾ ਸੀ ਵੀ ਕਿਸੇ ਹੀ ਜੋਰ ਹੰਕਾਰ ਬੋਲਣ ਕਾ, ਕਿਸੇ ਹੀ ਜੋਰ ਦੀਵਾਨ ਮਾਇਆ ਕਾ, ਕਹਿੰਦੇ ਮੈਂ ਹਰ ਬਿਨ ਟੇਕ ਧਰ ਅਵਰ ਨਾ ਕਾਈ। ਕਿਉਂਕਿ ਜਿਹੜਾ ਹੁਣ ਇਹ ਇੱਥੇ ਨਾ ਇੱਕ ਮੰਨੋ ਇੱਕ ਰੱਬੀ ਨਿਯਮ ਦੇ ਨਾਲ ਫਿਰ ਗੁਰੂ ਸਾਹਿਬ ਸਾਨੂੰ ਸਾਂਝ ਪਾਉਂਦੇ ਪਏ ਨੇ। ਜਿਹੜੇ ਬੰਦੇ ਨਿਮਾਣੇ ਹੋ ਕੇ ਨਿਤਾਣੇ ਹੋ ਕੇ ਰੱਬ ਦੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਜੋਦੜੀ ਅਰਦਾਸ ਕਰਦੇ ਨੇ, ਜੋ ਆਪਣਾ ਜੀਵਨ ਉਸ ਪੱਖੋਂ ਸਮਰਪਿਤ ਕਰ ਦਿੰਦੇ ਨੇ। ਗੁਰੂ ਸਾਹਿਬ ਇੱਕ ਕਹਿ ਲੋ ਮੰਨੋ ਅਸੀਂ ਜਿਹਨੂੰ ਕਹਿੰਦੇ ਵੀ ਸਪਿਰਿਚੁਅਲ ਲਾਅ, ਉਹਦੇ ਨਾਲ ਸਾਡੀ ਸਾਂਝ ਪਾਉਂਦੇ ਪਏ ਨੇ। ਕਹਿੰਦੇ ਨੇ ਨਿਮਾਣੇ ਹੈ ਮਾਣ ਕਰੈ ਹੈ ਤੁਧ ਭਾਵੈ। ਜਿਹੜੇ ਬੰਦੇ ਨਿਮਾਣੇ ਹੁੰਦੇ ਨੇ ਨਾ, ਤੇਰਾ ਸਿਸਟਮ ਹੈ, ਤੂੰ ਉਹਨਾਂ ਨੂੰ ਮਾਣ ਦਵਾਨਾ ਹੀ ਦਵਾਨਾ। ਜਿਹੜੇ ਬੰਦੇ ਨਿਮਾਣੇ ਹੋ ਕੇ ਤੇਰੇ ਦਰ ਤੇ ਢਹਿ ਪੈਂਦੇ ਨੇ ਨਾ, ਨਿਮਾਣੇ ਹੈ ਮਾਣ ਕਰੈ ਤੁਧ ਭਾਵੈ, ਤੈਨੂੰ ਭਾਉਂਦਾ ਹੀ ਐ ਵੇ ਕਿ ਜੋ ਬੰਦਾ ਨਿਮਾਣਾ ਹੋ ਕੇ ਤੇਰੇ ਦਰ ਤੇ ਆ ਡਿੱਗੇ ਨਾ, ਤੂੰ ਉਹਨਾਂ ਨੂੰ ਫਿਰ ਉਹ ਇੱਕੋ ਸ਼ਬਦ ਆਂਦਾ ਕਿ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ ਵੀ ਇੱਕੋ ਨਾਲ ਇੱਕ ਹੋਰ ਨਾਲ ਇੱਕੋ ਟੂ ਅੰਡਰਸਟੈਂਡ ਦਿਸ ਕੋ ਫਰੀਦ ਸਾਹਿਬ ਸ਼ਲੋਕਾਂ ਅੰਦਰ ਆਂਦਾ, ਕਹਿੰਦੇ ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਈ, ਜਿਉਂਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਈ। ਜਿਹੜੀ ਮਿੱਟੀ ਜਦੋਂ ਤੇ ਅਸੀਂ ਜ਼ਿੰਦਗੀ ਭਰ ਪੈਰ ਦੇ ਕੇ ਟੁਰਦੇ ਰਹੇ, ਉਹ ਕਹਿੰਦੇ ਵੀ ਖਾਕ ਉਹਨੂੰ ਮਾੜਾ ਨਾ ਕਹਿ। ਕਿਉਂ? ਕਹਿੰਦੇ ਜਿਉਂਦਿਆਂ ਪੈਰਾਂ ਤਲੇ ਮੋਇਆ, ਉਹ ਜਦੋਂ ਤੂੰ ਕਬਰ ਵਿੱਚ ਪਾਇਆ ਜਾਏਗਾ ਨਾ, ਉਹ ਮਿੱਟੀ ਤੇਰੇ ਉੱਤੇ ਪਾਈ ਜਾਣੀ। ਇੱਥੇ ਕਹਿੰਦੇ ਵੀ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ, ਉਹ ਧਰਤੀ ਜੋ ਤੇਰੇ ਪੈਰਾਂ ਹੇਠ ਸੀ ਨਾ, ਇੱਕ ਦਿਨ ਤੇਰੇ ਉੱਤੇ ਵੀ ਆਣੀ ਹੈ। ਕਹਿੰਦੇ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਵੇ। ਜਿਹੜੇ ਉਹਦੇ ਸਾਧ ਜਨ ਨੇ ਨਾ, ਉਹ ਰੱਬ ਉਹਨਾਂ ਦਾ ਜੀਵਨ ਇੰਨਾ ਸੁਚੱਜਾ ਬਣਾ ਦਿੰਦਾ ਹੈ ਕਿ ਕਹਿੰਦੇ ਵੀ ਜਗਤ ਆਣ ਸਭ ਪੈਰੀ ਪਾਵੇ। ਸਾਰਾ ਸੰਸਾਰ, ਤਾਂ ਭਗਤ ਰਵਿਦਾਸ ਜੀ ਕਹਿੰਦੇ ਮੇਰੀ ਜਾਤ ਕੁੱਟ ਬਾਦਲਾ ਢੋਰ ਢਵੰਤਾ ਨਿਤੇ ਬਨਾਰਸੀ ਆਸ ਪਾਸਾ। ਕਹਿੰਦੇ ਅਬ ਵਿਪਰ ਪ੍ਰਧਾਨ ਤਹਿ ਕਰੇ ਡੰਡੋਤ ਤੇਰੇ ਨਾਏ ਸ਼ਰਨਾਏ ਰਵਿਦਾਸ ਦਾਸਾ। ਜਦੋਂ ਮੈਂ ਨਿਮਾਣਾ ਹੋ ਕੇ ਤੇਰੇ ਨਾਮ ਦੀ ਸ਼ਰਨ ਵਿੱਚ ਆ ਗਿਆ ਨਾ, ਅਬ ਵਿਪਰ ਪ੍ਰਧਾਨ ਵੱਡੇ ਵਿਪਰ ਜਿਹੜੇ ਪੰਡਤ ਬ੍ਰਾਹਮਣ, ਕਹਿੰਦਾ ਹੁਣ ਉਹ ਵੀ ਆ ਕੇ ਮੈਨੂੰ ਡੰਡੋਤ ਕਰਦੇ ਨੇ, ਉਹ ਮੇਰੇ ਪੈਰੀ ਪੈਂਦੇ ਨੇ। ਤੇ ਜਿਹੜੇ ਬੰਦੇ ਰੱਬ ਦੀ ਸ਼ਰਨ ਵਿੱਚ ਆ ਜਾਂਦੇ, ਹੁਣ ਗੁਰੂ ਸਾਨੂੰ ਇਹ ਸਾਡੀ ਮਰਜ਼ੀ, ਅਸੀਂ ਕਿਤਨਾ ਇਸ ਨਿਯਮ ਨੂੰ ਮੰਨਣਾ ਚਾਹੀਏ, ਇਹ ਟੈਂਜੀਬਲ ਨਿਯਮਸ ਨਹੀਂ ਨੇ, ਇਹਨਾਂ ਨੂੰ ਕੋਈ ਦਿਖਾ ਨਹੀਂ ਸਕਦਾ ਕਿ ਬਈ ਦੇਖੋ ਇਹ ਲਾਅ ਆਫ ਗ੍ਰੈਵਿਟੀ ਹੈ, ਲਾਅ ਆਫ ਨੇਚਰ ਜਿਹਨੂੰ ਕਹਿੰਦੇ ਮੈਂ, ਲਾਅ ਆਫ ਨੇਚਰ ਇਜ਼ ਲਾਅ ਆਫ ਗੋਡ, ਇਹਦੇ ਕੋਈ ਸ਼ੱਕ ਹੈ ਹੀ ਨਹੀਂ। ਮੈਂ ਬੋਲ ਚੁੱਕਿਆ, ਦੇਖੋ ਜੇ ਸੱਟਣਾ ਪਿਆ ਹੇਠਾਂ ਗਿਰਨੇ ਵਾਲਾ ਹੈ। ਲਾਅ ਆਫ ਗ੍ਰੈਵਿਟੀ ਜਿਹੜੀ ਆਪਣੇ ਆਪ ਪ੍ਰੂਵ ਹੋ ਜਾਂਦੀ ਪਈ ਹੈ। ਜਿਹੜੇ ਸਪਿਰਿਚੁਅਲ ਲਾਅਸ ਨੇ ਜਿਨ੍ਹਾਂ ਦੇ ਬਾਰੇ ਜਿਨ੍ਹਾਂ ਦੇ ਬਾਰੇ ਬੰਦਾ ਕੋਈ ਅੱਛਾ ਮੈਨੂੰ ਕਰਕੇ ਦਿਖਾ, ਕੋਈ ਬੰਦਾ ਕੋਈ ਜਿਸ ਅੰਤਰ ਤਾਤ ਪਰਾਈ ਹੋਵੇ ਤੇ ਉਸਦਾ ਕਦੇ ਨਾ ਹੋਈ ਭਲਾ ਮੈਨੂੰ ਕਰਕੇ ਦਿਖਾ। ਇਹ ਤੇ ਤੈਨੂੰ ਐਕਸਪੀਰੀਅੰਸ ਕਰਨੇ ਪਾਂਗੇ, ਇਹ ਤੇ ਤੈਨੂੰ ਭਰੋਸਾ ਕਰਨਾ ਪਏਗਾ ਗੁਰੂ ਦੀ ਗੱਲ ਤੇ। ਹਾਂ ਜ਼ਿੰਦਗੀ ਵਿੱਚ ਤੇਰੇ ਵਰਤੇਗਾ ਜ਼ਰੂਰ। ਇਹ ਤੇ ਜਿਹੜਾ ਗੁਰੂ ਕਹਿੰਦਾ ਵੀ ਰੱਬ ਦਾ ਨਿਯਮ ਕੀ ਹੈ, ਕਹਿੰਦੇ ਨਿਮਾਣੇ ਮਾਣ ਕਰੇ ਤੂੰ ਤਾਂ ਭਾਵੇਂ, ਤੈਨੂੰ ਪਾਉਂਦਾ ਹੀ ਹੈ ਵੇ। ਜੋ ਨਿਮਾਣੇ ਬਣ ਜਾਂਦੇ ਨਾ, ਕਹਿੰਦੇ ਜਿਨ ਕੋ ਆਪ ਦੇ ਵਡਿਆਈ, ਕਹਿੰਦੇ ਜਗਤ ਵੀ ਆਪੇ ਆਣ ਤਿਨ ਕੋ ਪੈਰੀ ਪਾਈ। ਜਿਸ ਨੂੰ ਰੱਬ ਆਪ ਜਿਹਦਾ ਮਾਣ ਬਣ ਜਾਂਦਾ ਨਾ, ਕਹਿੰਦਾ ਸਾਰਾ ਸੰਸਾਰ ਮਨ ਨੂੰ ਰੱਬ ਉਹਨਾਂ ਦੇ ਪੈਰਾਂ 'ਚ ਆ ਕੇ ਗਿਰਾ ਦਿੰਦਾ। ਉਹ ਜਿਹੜਾ ਅਸਾਂ ਦੀ ਆਪਣਾ 16 ਸਾਹਿਬ ਦਾ ਵੀ ਪਾਠ ਕਰਨੇ ਆ, ਉਧਰ ਜਿਹੜੀ ਲਾਈਨ ਆਉਂਦੀ ਹੈ, लाइन याद नहीं आ रही, अगेन याद आई कि मैं बोलना भाई, अपने सेवकों की आप पैज रखे, अपने आप भगतां की पैरी पावे। हाँ, जिन नानक सतगुरु पूजया तिन हर पूज करावा। ਜਿਹੜਾ 16 ਸਾਹਿਬ ਦੇ ਅਸੀਂ ਪੜ੍ਹਨੇ ਆ, ਜਿਨ੍ਹਾਂ ਨੇ ਨਾਨਕ ਸਤਗੁਰੂ, ਅਸੀਂ ਕਹਿੰਦੇ ਨਿਊਟਨ ਲਾਅ, ਨਾਨਕ ਸਤਗੁਰ, ਨਾਨਕ ਨੇ ਉਹ ਰੱਬੀ ਸਿਧਾਂਤ, ਜੋ ਸਿਧਾਂਤ ਰੱਬ ਦਾ ਹੀ ਹੈ, ਨਾਨਕ ਨੇ ਉਹਦੇ ਨਾਲ ਸਾਡੀ ਸਾਂਝ ਪਾਈ ਹੈ। ਤੇ ਗੁਰੂ ਸਾਹਿਬ ਨੇ ਜਿਨ ਨਾਨਕ ਸਤਗੁਰੂ ਪੂਜਿਆ,
कहते रब ने करामात कैसी करवाई, कहते तिन हर पूज करावा। रब ने सारे संसार को ओदी पूजा करवाई, निमाणे मान करें तू कहते मन तू मत मान करें जिवें हो किसी जानदा, गुरमुख निमाणा हो। ਹੁਣ ਇਹ ਬੰਦਾ ਆਮ ਤੌਰ ਤੇ ਕਹੇਗਾ ਕਿ ਬਈ ਸੈਲਫ ਸਟੀਮ ਸੈਲਫ ਪ੍ਰਾਈਡ ਹੈ, ਉਹ ਮੈਂ ਨਾ ਕਰਾਂ ਕਿ ਮੈਂ ਨਾ ਬੋਲਾਂ, ਮੈਂ ਆਪਣੇ ਆਪ ਨੂੰ ਨਾ ਜਨਾਵਾਂ। ਜੇ ਤੂੰ ਗੁਰੂ ਤੇ ਭਰੋਸਾ ਰੱਖਣਾ ਹੈ ਨਾ, ਤੇ ਗੁਰੂ ਤੈਨੂੰ ਕਹਿੰਦਾ ਬਈ ਉਲਟਾ ਕਹਿੰਦੇ ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਤੇਰੇ ਮਨ ਦੀ ਰੀਝ, ਜੇ ਤੂੰ ਮਨ ਦੀ ਰੀਝ ਰੱਖੀ ਕਿ ਮੈਂ ਆਪਣੇ ਆਪ ਨੂੰ ਪ੍ਰਗਟ ਕਰਾਂ, ਤੂੰ ਭਗਤੀ ਵਾਲੇ ਪਾਸੇ ਟੁਰਦਾ ਨਹੀਂ ਪਿਆ। ਲੇਕਿਨ ਰੱਬ ਦਾ ਨਿਯਮ ਕੀ ਹੈ? ਰੱਬ ਦਾ ਨਿਯਮ ਨਿਮਾਣੇ ਮਾਣ ਕਰੇ। ਤੂੰ ਨਿਮਾਣਿਆਂ ਨੂੰ ਮਾਣ ਦਵਾਉਣਾ ਹੈ। ਇਹ ਹੁਣ ਤੈਨੂੰ ਇਹ ਤੇਰਾ ਸਿਸਟਮ ਹੈ ਹੋਏਗਾ ਤੇ ਉਹ ਕਹਿੰਦੇ ਤੁਧ ਭਾਵ ਹੈ। ਜੋ ਰੱਬ ਨੂੰ ਭਾਉਂਦਾ ਉਹ ਨਾ ਹੋਵੇ ਤੇ ਹੋ ਹੀ ਨਹੀਂ ਸਕਦਾ। ਜੋ ਰੱਬ ਨੂੰ ਭਾਉਂਦਾ ਹੈ ਉਹ ਰੱਬ ਦੀ ਸਮਰੱਥਾ ਦੇ ਬਾਰੇ ਕੋਈ ਸਵਾਲੀਆ ਚਿੰਨ੍ਹ ਹੈ ਹੀ ਨਹੀਂ। ਤੈਨੂੰ ਭਾਉਂਦਾ ਹੈ, ਤੈਨੂੰ ਭਾਉਂਦਾ ਕੀ ਹੈ? ਕੋਈ ਨਿਮਾਣੇ ਮਾਣ ਕਰੇ। ਜੋ ਨਿਮਾਣੇ ਬਣ ਜਾਂਦੇ ਨੇ ਉਹਨਾਂ ਨੂੰ ਤੂੰ ਮਾਣ ਦਵਾਉਣਾ ਹੀ ਦਵਾਉਣਾ ਹੈ। ਬਾਕੀਆਂ ਬਾਰੇ ਕਹਿੰਦੇ ਨੇ ਹੋਰ ਕੇਤੀ ਝੱਕ ਚੱਕ ਆਵੇ ਜਾਵੇ। ਉਹ ਆ ਕੇ ਜਿਹੜੇ ਨਿਮਾਣੇ ਨਹੀਂ ਬਣੇ, ਕਿਨ ਹੀ ਜ਼ੋਰ ਅਹੰਕਾਰ ਬੋਲਣ ਕਾ, ਕਿਨ ਹੀ ਜ਼ੋਰ ਦੀਵਾਨ ਮਾਇਆ ਕਾ, ਉਹਨਾਂ ਬਾਰੇ ਗੁਰੂ ਸਾਹਿਬ ਕੀ ਕਹਿ ਰਹੇ ਨੇ? ਉਹ ਦੁਨੀਆ ਤੇ ਆਏ ਵੀ ਝੱਕ ਮਾਰ ਕੇ ਚਲੇ ਗਏ, ਆਪਣਾ ਸਮਾਂ ਸਰਮਾਇਆ ਸਾਰਾ ਇਹਨਾਂ ਵੀ ਉਹ ਸਾਰਾ ਇੱਥੋਂ ਵੇਸਟ ਕਰਕੇ ਚਲੇ ਗਏ। ਹੋਰ ਕੇਤੀ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਤੇ ਜੀਵਨ ਵਿੱਚ ਨਿਮਾਣੇ ਹੋ ਕੇ ਵਿਚਰੇ, ਜਿਨ੍ਹਾਂ ਨੇ ਗੁਰੂ ਕੋਲੋਂ ਜੀਵਨ ਜਾਚ ਲੈ ਕੇ ਅਦਰਵਾਈਜ਼ ਉਹ ਮੈਂ ਕਰ ਦਾਂਗਾ, ਮੈਨੂੰ ਪਤਾ ਹੈ ਨਾਮ ਅਸੀਂ ਕਹਿੰਦੇ ਨੇ ਕਿ ਹੋਮੇ ਹੋਰ ਨਾਮ ਜਪਣ ਦਾ ਫਰਕ ਕੀ ਹੈ? ਵੀ ਜਿਹੜੇ ਨਾਮ ਜਪਣਾ ਤੂੰ ਕਰਨਾ ਹੈ, ਹੋਮੇ ਡਾਓ ਮੈਂ ਕਰਨਾ ਹੈ, ਮੈਂ ਕਰ ਦਾਂਗਾ, ਮੈਨੂੰ ਪਤਾ ਹੈ ਮੈਂ ਕਰਨਾ। ਕਹਿੰਦੇ ਵੀ ਹੋਰ ਬਾਕੀ ਜਿਹੜੇ ਨੇ ਨਾ ਉਹ ਜਿਨ੍ਹਾਂ ਨੂੰ ਪਰਮਾਤਮਾ ਜਿਨ੍ਹਾਂ ਨੂੰ ਵੱਲ ਹੋ ਜਾਵੇ ਨਾ, ਕਹਿੰਦੇ ਜਿਸ ਕੋ ਰਾਖੈ ਸਿਰਜਣਹਾਰ, ਕਹਿੰਦੇ ਝਾਕ ਮਾਰੋ ਸਗਲ ਸੰਸਾਰ। ਜੋ ਉਹਦਾ ਕੁਝ ਵਿਗਾੜ ਨਹੀਂ ਸਕਦੇ। ਜਿਹਦੇ ਪੱਖ ਵਿੱਚ ਰੱਬ ਹੋ ਜਾਵੇ ਨਾ, ਜਿਹਦੀ ਸਾਈਡ ਵਿੱਚ ਰੱਬ ਖਲੋ ਜਾਵੇ। ਕਈ ਬੰਦੇ ਹੁੰਦੇ ਨੇ ਯਾਰ ਤੂੰ ਮੇਰੇ ਪੱਖ ਵਿੱਚ ਖਲੋ ਜਾ, ਯਾਰ ਤੂੰ ਮੇਰੇ ਸਾਈਡ ਵਿੱਚ ਆ ਜਾ, ਵੀ ਤੂੰ ਬੜਾ ਤੂੰ ਵੀ ਤੇਰੀ ਫੇਸ ਵੈਲਿਊ ਬਹੁਤ ਚੰਗੀ, ਤੇਰਾ ਬ੍ਰਾਂਡ ਨੇਮ ਬਹੁਤ ਚੰਗਾ ਹੈ। ਕਹਿੰਦੇ ਜਿਹਦੇ ਪੱਖ ਵਿੱਚ ਰੱਬ ਖਲੋ ਜਾਵੇ ਨਾ, ਕਹਿੰਦੇ ਬਾਕੀਆਂ ਦੇ ਬਾਰੇ ਕੀ? ਕਹਿੰਦੇ ਹੋਰ ਕੇਤੀ ਝੱਕ ਝੱਕ ਆਵੇ ਜਾਵੇ। ਉਹ ਜਿਨ੍ਹਾਂ ਦਾ ਪੱਖ ਰੱਬ ਕਰਦਾ ਨਾ, ਕਹਿੰਦਾ ਜਿਨ੍ਹਾਂ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝੱਕ ਮਾਰਾ। ਜੋ ਮਰਜ਼ੀ ਕਰ ਲੋ, ਕਹਿੰਦੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ। ਜਿਹਦਾ ਪੱਖ ਰੱਬ ਕਰਦਾ ਹੈ, ਇਹ ਸਾਨੂੰ ਇਹ ਭਰੋਸਾ ਜਿਹੜਾ ਹੈ ਨਾ, ਸਾਨੂੰ ਆਪਣੇ ਆਪ ਦੇ ਉੱਤੇ ਭਰੋਸਾ ਅਸੀਂ ਉਦਮ ਜ਼ਰੂਰ ਕਰਨਾ। ਮੈਂ ਫਿਰ ਤੋਂ ਕਿਉਂਕਿ ਕਈ ਵਾਰ ਉਹ ਮਿਸਕਨਸੈਪਸ਼ਨ ਐਸਾ ਨਾ ਹੋ ਜਾਵੇ ਕਿ ਅਸੀਂ ਕਰਨਾ ਹੀ ਨਹੀਂ, ਸਾਨੂੰ ਗੁਰੂ ਕਿਸੇ ਕੰਮੋਂ ਸਾਨੂੰ ਨਾ ਉਹ ਆਲਸੀ ਬਣਾਉਂਦਾ ਪਿਆ, ਬਿਲਕੁਲ ਨਹੀਂ। ਲੇਕਿਨ ਇਹ ਕਰਦਿਆਂ ਉਹ ਕਰਮ ਕਰਤ ਹੋਵੇ ਨਹਿ ਕਰਮ, ਇਹ ਵੀ ਬਹੁਤ ਜ਼ਰੂਰੀ ਹੈ। ਵੀ ਉਹ ਜੇ ਅਸੀਂ ਉਹ ਕਹਿੰਦਾ ਕਬੀਰ ਝੰਖ ਨਾ ਝਨਕੀਏ, ਹਮਰੋ ਤੁਮਰੋ ਕਹਿਓ ਨਾ ਹੋਏ। ਬਹੁਤ ਝੱਕਾ ਮਾਰੀ ਜਾਂਦਾ, ਮੈਂ ਕਰ ਦਾਂਗਾ ਉਹ ਕਰ ਦਾਂਗਾ। ਕਬੀਰ ਝਨਕ ਨਾ ਝਨਕੀ ਹੈ, ਤੁਮਰੋ ਕਹਿਓ ਨਾ ਹੋਏ। ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਾਕੇ ਕੋਈ। ਜਿਹੜੀ ਚੀਜ਼ ਰੱਬ ਦੀ ਬਖਸ਼ਿਸ਼ ਸਦਕਾ ਹੋਏਗੀ ਨਾ, ਉਹ ਕਹਿੰਦਾ ਕਿਆ ਹੋਵੇ ਕਿ ਸਹੀ ਕੀ ਝੱਕ ਮਾਰੀ ਜਾਂ ਸੱਚੇ ਸਿਓ ਬਣ ਆਈ। ਜੇ ਉਸ ਪਰਮਾਤਮਾ ਦੇ ਨਾਲ ਬਣ ਆਵੇ ਨਾ, ਤੇ ਕਹਿੰਦਾ ਤੇਰਾ ਕੋਈ ਕੁਝ ਨਹੀਂ। ਜੋ ਜਿਹਦੇ ਪੱਖ ਵਿੱਚ ਰੱਬ ਖਲੋ ਜਾਵੇ। ਅਸੀਂ ਤੇ ਕਈ ਵਾਰ ਸੋਚ ਜਾਂਦੀ ਕਿ ਗੁਰੂ ਸਾਡੇ ਵਿੱਚ ਰੱਬ ਦਾ ਕਿਤਨਾ ਨਾਮ ਕੁੱਟ ਕੇ ਪਾਣਾ ਚਾਹੁੰਦੇ ਨੇ। ਅਸੀਂ ਮੇਰੀ ਦੇ ਖਲੋਤੇ ਹਾਂ, ਹੋਮੇ ਤੇ ਖਲੋਤੇ ਹਾਂ। ਕਹਿੰਦੇ ਗੁਰਬਾਣੀ ਹਰ ਨਾਮ ਸਮਾਇਆ। ਗੁਰਬਾਣੀ ਵਿੱਚ ਤੇ ਪਰਮਾਤਮਾ ਦਾ ਨਾਮ, ਉਹਦੀਆਂ ਵਡਿਆਈਆਂ, ਉਹਦੀਆਂ ਸਿਫਤਾਂ, ਉਹਦੀ ਸਮਰੱਥਾ, ਉਹਦੇ ਹੁਕਮ ਇਤਨੇ ਕੁੱਟ ਕੇ ਭਰੇ ਪਏ ਨੇ। ਤੂੰ ਮਤਾਂ ਆਪਣੇ ਉਸ ਚਾਲ ਹੀ ਚਲੇ ਜਾਂਦੇ ਵੀ ਕਿਸੇ ਹੀ ਜ਼ੋਰ ਹੰਕਾਰ ਬੋਲਣ ਕਾ, ਕਿਸੇ ਹੀ ਜ਼ੋਰ ਦੀਵਾਨ ਮਾਇਆ ਕਾ। ਉਹ ਕਹਿੰਦੇ ਨਹੀਂ, ਨਿਮਾਣੇ ਮਾਣ ਕਰ। ਤੇਰਾ ਸੁਭਾਅ ਕੀ ਹੈ? ਤੂੰ ਜੋ ਬੰਦੇ ਨਿਮਾਣੇ ਬਣ ਕੇ ਤੇਰੇ ਦਰ ਤੇ ਆਉਂਦੇ ਨੇ ਨਾ, ਤੂੰ ਉਹਨਾਂ ਦੀ ਪੈਜ ਰੱਖਣਾ। ਕਹਿੰਦਾ ਜਿਨ ਕਾ ਪੱਖ ਕਰੇ ਤੂੰ ਸੁਆਮੀ। ਕਹਿੰਦਾ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ। ਤੂੰ ਤੈਨੂੰ ਚਿੰਤਾ ਫਿਕਰ ਕਰਨ ਦੀ ਲੋੜ ਨਹੀਂ। ਜੇ ਰੱਬ ਤੇਰੇ ਪੱਖ ਵਿੱਚ ਖਲੋਤਾ ਨਾ, ਵਿੱਚ ਕਰਤਾ ਪੁਰਖ ਖਲੋਆ, ਬਸ ਤੇਰਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਤੈਨੂੰ ਦੂਜਾ ਕੋਈ ਨੁਕਸਾਨ ਜਿਹੜਾ ਨਾ ਵੀ ਉਹ ਪਹੁੰਚਾਉਣ ਦੀ ਗੱਲ ਕਿਹੜੀ ਰਹੀ। ਉਹ ਕਹਿੰਦਾ ਵੀ ਜਿਨ ਕਾ ਪੱਖ ਕਰੇ ਤੂੰ ਸੁਆਮੀ। ਕਹਿੰਦਾ ਤਿਨ ਕੀ ਉੱਪਰ ਗੱਲ ਤੁਧ ਆਣੀ ਹੈ।
ਸੋ ਉਹਨਾਂ ਦੀ ਇੱਕ ਹੋਰ ਸ਼ਬਦ ਆਉਂਦਾ, ਕਹਿੰਦੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਤੇ। ਫਿਰ ਉਹ ਜਿਹੜੇ ਅੱਛੇ ਜੀਵਨ ਵਾਲੇ ਹੁੰਦੇ ਨੇ ਨਾ, ਰੱਬ ਉਹਨਾਂ ਦੀ ਗੱਲ ਨੂੰ, ਉਹ ਕੱਲ ਵੀ ਮੈਂ ਇੱਕ ਲਾਈਨ ਮੈਨੂੰ ਅੱਧੇ ਤੋਂ ਸਟ੍ਰਾਈਕ ਹੋ ਰਹੀ ਸੀ, ਜਿਹੜੇ ਭਗਤ ਨੇ ਉਹਨਾਂ ਦੇ ਬੋਲ ਕੈਸੇ ਹੁੰਦੇ ਨੇ, ਕਹਿੰਦਾ ਸ਼ਬਦੋਂ ਹੀ ਭਗਤ ਜਾਪਦੇ ਜਿਸ ਕੀ ਬਾਣੀ ਸੱਚੀ ਹੋਏ। ਬੰਦਾ ਕਹੇ ਅੱਛਾ ਫਲਾਣਾ ਬੰਦਾ ਭਗਤ, ਅਸੀਂ ਕਿਵੇਂ ਡਿਫਾਈਨ ਕਰਨੇ ਪਏ ਆ? ਉਹਦੇ 4 ਚੇਲੇ ਚਪਾਟੇ ਨੇ, ਉਹਨਾਂ ਨੇ ਗੜਵੇ ਫੜੇ ਹੋਏ ਨੇ, ਉਹਨਾਂ ਨੇ ਪਜਾਮੇ ਪਾਏ ਹੋਏ ਨੇ, ਗੋਲ ਪੱਗਾਂ ਪਾਇਆ ਹੋਏ ਨੇ। ਗੁਰੂ ਕਹਿੰਦੇ ਨੇ ਉਹਦੀ ਬੋਲ ਚਾਲ ਦੇਖ, ਸ਼ਬਦੋਂ ਹੀ ਭਗਤ ਜਾਪ। ਉਹਨਾਂ ਦੇ ਬੋਲ ਚਾਲ ਵਿੱਚ ਨਾਮ ਹੈ ਜਾਂ ਹਉਮੈ ਹੈ। ਬਾਬਾ ਜੀ ਨੇ ਉਹ ਆਏ ਨੇ, ਉਹਨਾਂ ਨੇ ਮਤਲਬ ਮੈਂ ਤੇ ਨੇਮ, ਲੇਕਿਨ ਉਹ ਤੋਂ ਕ੍ਰਾਸ ਕਰਨ ਤੇ ਤੁਹਾਨੂੰ ਇਤਨੀ ਉਹਨਾਂ ਨੇ ਇੱਤਰ ਮਾਰੀ ਹੋਈ ਆਪਣੇ ਆਪ ਦੇ ਉੱਤੇ। ਬੰਦਾ ਕਵੇ ਤੋਂ ਪਜਾਮਾ ਪਿਛਲੇ ਉਹਨਾਂ ਦੇ 4 5 6 ਬੰਦੇ ਉਹਨਾਂ ਦੇ ਨਾਲ, ਬਿਲਕੁਲ ਕੋਈ ਕਿਸੇ ਨੇ ਗੜਵਾ ਚੁੱਕਿਆ, ਕਿਸੇ ਨੇ ਕੀ ਚੁੱਕਿਆ ਹੋਇਆ। ਗੱਲ ਤੇ ਆ ਕੇ ਟਿਕੇਗੀ ਤੇਰੀ ਬੋਲ ਚਾਲ ਕੈਸੀ ਹੈ। ਹੋਰ ਜਿਹੜੇ ਰੱਬ ਨੂੰ, ਜਿਹੜੇ ਰੱਬ ਜਿਨ੍ਹਾਂ ਦੇ ਪੱਖ ਵਿੱਚ ਖਲੋ ਜਾਂਦਾ ਨਾ, ਫਿਰ ਉਹਨਾਂ ਦੀ ਗੱਲ ਵਿੱਚ ਉਹ ਆਪ ਵਜਨ ਪਾ ਦਿੰਦਾ। ਉਹ ਉਹਨਾਂ ਦੀ ਗੱਲ ਨੂੰ ਉੱਪਰ ਕਰਕੇ ਉਹਨਾਂ ਦੇ ਬੋਲਾਂ ਨੂੰ, ਕਿਉਂਕਿ ਉਹਨਾਂ ਸਿਧਾਂਤ ਹੀ ਰੱਬ ਦਾ ਬੈਠਿਆ ਹੋਇਆ ਹੈ, ਉਹ ਉਹਨਾਂ ਦੀ ਗੱਲ ਨੂੰ ਉੱਪਰ ਕਰਕੇ ਉਹ ਦਿਖਾਈ ਦਿੰਦਾ। ਹਾਂਜੀ ਧੰਨਵਾਦ ਵੀਰ ਜੀ, ਆਪ ਜੀ ਬੜੀ ਖੂਬਸੂਰਤੀ ਨਾਲ ਸ਼ਬਦ ਖੋਲ ਰਹੇ ਹੋ ਅੱਜ ਕੱਲ ਹਮੇਸ਼ਾ ਹੀ। ਧੰਨਵਾਦ ਆਪ ਜੀ ਦਾ। ਜੀ ਭੂਆ ਜੀ। ਨਿਮਾਣੇ ਮਾਨ ਕਰੇ ਤੁਧ ਪਾਵੇ, ਹੋਰ ਕੀਤੀ ਚੱਕ ਚੱਕ ਆਵੇ ਜਾਵੇ। ਕਹਿੰਦੇ ਉਸ ਮਨ ਦੀ ਗੱਲ ਕਰ ਰਹੇ ਹਨ ਜਿਸ ਮਨ ਨੇ ਇੱਕ ਪਾ ਜਾਂਦਾ ਹੈ, ਨਾਮ ਨੂੰ ਪਾ ਜਾਂਦਾ ਹੈ। ਉਸ ਵਿਰਲੇ ਮਨ ਨੂੰ ਉਹ ਨਿਮਾਣਾ ਬਣ ਗਿਆ, ਔਰ ਇਹੀ ਵਿਰਲਾ ਮਨ ਜਿਹੜਾ ਨਿਮਾਣਾ ਬਣ ਗਿਆ, ਉਸੇ ਨੂੰ ਮਾਣ ਦਿੰਦਾ ਹੈ, ਕਿਉਂਕਿ ਉਹ ਵਿਰਲਾ ਮਨ ਨੇ ਉਸ ਇੱਕ ਨੂੰ ਪਾ ਗਿਆ। ਮੀਨ ਇੱਕ ਪਾਣਾ ਦਾ ਮਤਲਬ ਇਹ ਨਹੀਂ ਕਿ ਇੱਕ ਨੂੰ ਪਾ ਗਿਆ, ਇੱਕ ਪਾ ਗਿਆ, ਨਾਮ ਪਾ ਗਿਆ, ਉਹਦੇ ਗੁਣਾਂ ਨੂੰ ਇੰਪਲੀਮੈਂਟ ਕਰ ਲਿੱਤਾ, ਫਿਰ ਉਸੇ ਨਿਮਾਣੇ ਮਨ ਨੂੰ ਮਾਣ ਦਿੰਦਾ ਹੈ ਉਹ। ਔਰ ਜਿਹੜੇ ਉਸ ਤੋਂ ਟੁੱਟੇ ਹੋਏ ਹਨ, ਉਹ ਚੱਕ ਦਾ ਮਤਲਬ ਕਿ ਉਹ ਖੁਆਰ ਹੁੰਦੇ ਨੇ, ਉਹ ਆਵਾ ਜਾਵਨ ਦੇ ਵਿੱਚ ਆਣ ਜਾਣ, ਜਨਮ ਮਰਨ ਦੇ ਵਿੱਚ ਹੀ ਗੇੜ ਵਿੱਚ ਫਸੇ ਰਹਿੰਦੇ ਨੇ। ਕਿਹੜਾ ਜਨਮ ਮਰਨ? ਆਪਣੇ ਵਾਇਸਸ ਦੇ ਵਿੱਚ ਹੀ। ਇੱਕ ਤਾਂ ਜਾਂਦਾ ਤੇ ਇੱਕ ਦੂਸਰਾ ਆਉਂਦਾ, ਦੂਸਰਾ ਗਿਆ ਤੇ ਤੀਸਰਾ ਆਇਆ, ਉਸ ਦੇ ਵਿੱਚ ਹੀ ਗੇੜ ਵਿੱਚ ਹੀ ਫਸਿਆ ਰਹਿੰਦਾ, ਦੁੱਖ ਵਿੱਚ ਹੀ ਵਿਚਰਦਾ ਰਹਿੰਦਾ ਹੈ। ਪਰ ਜਿਸ ਨੂੰ ਮਾਣ ਮਿਲ ਗਿਆ ਤੇ ਫਿਰ ਕਹਿੰਦਾ ਉਹ ਜਿਹੜਾ ਮਨ ਹੈ ਉਸ ਦਾ ਹੁਣ ਮਦਦਗਾਰ ਕੌਣ ਬਣ ਗਿਆ? ਉਹ ਇੱਕ, ਕਿਉਂਕਿ ਇੱਕ ਦਾ ਵਾਸਾ ਹੋ ਗਿਆ। ਹੁਣ ਇੱਕ ਹੀ ਉਹਦੀ ਮਦਦ ਕਰਦਾ ਹੈ। ਔਰ ਮਦਦ ਕਿੰਜ ਕਰਦਾ ਹੈ ਕਿ ਉਹ ਉਹਦੇ ਉੱਪਰ ਮਦਦ ਕਿੰਜ ਕਰਦਾ ਹੈ ਕਿ ਉਹਦੀ ਸਾਰੀ ਸ੍ਰਿਸ਼ਟੀ, ਉਹਦੇ ਸਾਰੇ ਜੀਵ ਜੰਤ ਹੁਣ ਉਸ ਦੀ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਹਨ। ਹਾਂਜੀ, ਜਿਨ੍ਹਾਂ ਦੇ ਮਨ ਵਿੱਚ ਇੱਕ ਦਾ ਵਾਸਾ ਹੋ ਜਾਂਦਾ, ਫਿਰ ਉਹ ਉਸ ਬਾਬਤ ਆਪ ਜੀ ਨੇ ਕਿਸ ਤਰ੍ਹਾਂ ਵਿਕਾਰ ਨਿਕਲਦੇ ਨੇ, ਔਰ ਕਿਸ ਤਰ੍ਹਾਂ ਉਹ ਸੱਚ ਦੀ ਰਾਹ ਤੇ ਟੁਰਨ ਲੱਗ ਪੈਂਦਾ ਹੈ, ਮਨ ਤੇ ਟੁਕਾ ਕੇ ਆਪ ਜੀ ਨੇ ਸਮਝਾਇਆ। ਧੰਨਵਾਦ ਆਪ ਜੀ ਦਾ। ਅਜੇ ਸਮਾਂ ਹੈ, ਆਓ ਕੋਸ਼ਿਸ਼ ਕਰਦੇ ਹਾਂ ਇੱਕ ਨਹੀਂ ਤੇ 2 ਪੱਦੇ, ਕਿਉਂਕਿ 16 ਸਾਹਿਬ ਦੀ ਸਮਾਪਤੀ ਹੋ ਜਾਣੀ 2 ਪੱਦਿਆਂ ਦੀ, ਤੇ ਜੇ 10 ਮਿੰਟ ਫालतू ਵੀ ਲੱਗ ਜਾਣ। ਹਰ ਹਰ ਨਾਮ ਜਿਨੀ ਸਦਾ ਧਿਆਇਆ, ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਬਿਨ ਸੇਵਾ ਪਛੁਤਾਣੀ ਹੈ। ਹਰ ਹਰ ਨਾਮ ਜਿਨੀ ਸਦਾ ਧਿਆਇਆ। ਜਿਨ੍ਹਾਂ ਨੇ ਹਰੀ ਦਾ ਨਾਮ ਧਿਆਉਣਾ ਕੀਤਾ, ਕਦੋਂ? ਸਦੀਵ ਹੀ ਧਿਆਇਆ। ਦੇਖੋ ਅੱਖਰ ਧਿਆਉਣਾ ਆਇਆ, ਜਪਣਾ ਜਾਂ ਪੜਨਾ ਜਾਂ ਸੁਣਨਾ ਨਹੀਂ ਆਇਆ, ਧਿਆਉਣਾ ਆਇਆ। ਜਿਨ੍ਹਾਂ ਦੇ ਧਿਆਨ ਵਿੱਚ ਗੁਰੂ ਦੀ ਦਸੀਆਂ ਸਿੱਖਿਆਵਾਂ ਰਹਿ ਗਈਆਂ, ਸਦੀਵ ਗੁਰੂ ਦੀ ਦਸੀ ਸਿੱਖਿਆ ਮੁਤਾਬਕ ਜੋ ਕਾਰ ਵਿਹਾਰ ਕਰਦਾ ਹੈ। ਗੁਰੂ ਸਾਹਿਬ ਸਾਨੂੰ ਸੱਚ ਦੀ ਰਾਹ ਸਮਝਾ ਰਹੇ ਹਨ। ਅਸੀਂ ਮਨ ਦੇ ਪ੍ਰਭਾਵ ਹੇਠ, ਵਿਕਾਰਾਂ ਦੇ ਪ੍ਰਭਾਵ ਹੇਠ ਮਨ, ਔਰ ਵਿਕਾਰੀ ਹੋਏ ਮਨ ਦੇ ਪ੍ਰਭਾਵ ਹੇਠ ਅਸੀਂ ਝੂਠ ਦੀ ਰਾਹ ਤੇ ਟੁਰਦੇ ਰਹਿੰਦੇ ਹਾਂ। ਨਾਲ ਅਸੀਂ ਜਪਜੀ ਵੀ ਪੜੀ ਜਾਂਦੇ ਆ, ਨਾਲ ਵਿਕਾਰਾਂ ਦੀ ਰਾਹ ਵੀ ਫੜੀ ਰੱਖਦੇ ਆ। ਔਰ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ, ਹਰ ਹਰ ਨਾਮ ਜਿਨੀ ਸਦਾ ਧਿਆਇਆ। ਸਦਾ, ਐ ਨਹੀਂ ਕਿ ਸਵੇਰੇ ਨਿਤਨੇਮ ਕੀਤਾ, ਸ਼ਾਮੀ ਨਿਤਨੇਮ ਕੀਤਾ, ਉਸ ਉਪਰੰਤ ਬਾਕੀ ਦਾ ਸਮਾਂ ਸਾਨੂੰ ਛੂਟ ਹੈ, ਅਸੀਂ ਜੋ ਮਰਜ਼ੀ ਕਰਦੇ ਰਹੀਏ। ਸਾਡਾ ਨਿਤਨੇਮ ਤੇ ਹੋ ਗਿਆ,
ਗੁਰਦੁਆਰਾ ਮੱਥਾ ਟੇਕਣਾ ਸੀ, ਨੱਕ ਰਗੜਨਾ ਸੀ, ਰਗੜ ਆਏ, ਮੱਥਾ ਟੇਕ ਆਏ, ਸਾਡੀ ਡਿਊਟੀ ਖਤਮ। ਹੁਣ ਅਸੀਂ ਆਜ਼ਾਦ ਹਾਂ ਝੂਠ ਮਾਰਨ ਦੇ, ਝੂਠ ਬੋਲਣ ਦੇ, ਠੱਗੀਆਂ ਕਰਨ ਦੇ, ਬੇਈਮਾਨੀ, ਨਿੰਦਿਆ, ਚੁਗਲੀ, ਗੰਦਗੀ ਘੋਲਣ ਦੇ ਅਸੀਂ ਆਜ਼ਾਦੀ ਹੈ ਨਹੀਂ। ਗੁਰੂ ਸਾਹਿਬ ਕਹਿ ਰਹੇ ਨੇ ਜਿਹੜੀ ਤੂੰ ਪਾਠ ਕੀਤੇ ਹਨ, ਗੁਰਬਾਣੀ ਪੜ੍ਹੀਏ, ਉਹ ਗੁਰਬਾਣੀ ਨੂੰ ਸਦੀਵ ਧਿਆਉਣਾ ਹੈ, ਧਿਆਨ ਵਿੱਚ ਰੱਖਣਾ ਹੈ। ਗੁਰੂ ਸਾਹਿਬ ਨੇ ਜੋ ਹੁਕਮ ਦਿੱਤਾ ਹੈ, ਜੋ ਸਿੱਖਿਆ ਦਿੱਤੀ ਹੈ, ਉਹ ਸਿੱਖਿਆ ਦਾ ਧਾਰਨੀ ਬਣਨਾ ਹੈ, ਉਸ ਸਿੱਖਿਆ ਮੁਤਾਬਕ ਟੁਰਨਾ ਹੈ। ਔਰ ਜਿਨੀ ਸਦਾ ਧਿਆਇਆ, ਕਹਿੰਦੇ ਜਿਨ੍ਹਾਂ ਨੇ ਹਰੀ ਦਾ ਨਾਮ ਸਦਾ ਧਿਆਨ ਵਿੱਚ ਰੱਖਣਾ ਕੀਤਾ ਹੈ, ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ। ਤਿਨਾਂ ਨੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਹਰੀ ਦਾ ਨਾਮ ਧਿਆਉਣਾ ਹੈ। ਪਰ ਧਿਆਉਣਾ ਕਿਸ ਤਰ੍ਹਾਂ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੇ ਸ਼ਬਦ ਦੇ ਰਾਹੀਂ, ਗੁਰੂ ਦੇ ਸ਼ਬਦ ਨੂੰ ਕਮਾਉਣਾ ਹੈ। ਧਿਆਉਣਾ ਵੀ ਦੱਸ ਦਿੱਤਾ ਹਰੀ ਦੇ ਨਾਮ ਨੂੰ, ਧਿਆਉਣਾ ਕਿਸ ਤਰ੍ਹਾਂ ਹੈ ਉਹ ਵੀ ਦੱਸ ਦਿੱਤਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਰਾਹੀਂ। ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ। ਪਰਮ ਤੋਂ ਭਾਵੇਂ ਸਭ ਤੋਂ ਉੱਚੀ ਪਦ। ਹੁਣ ਦੁਨਿਆਵੀ ਪਦ ਦਾ ਜ਼ਿਕਰ ਨਹੀਂ ਕਰ ਰਹੇ ਕਿ ਅਸੀਂ ਨਾਮ ਜਪੀਏ ਤੇ ਸਾਨੂੰ ਪ੍ਰਾਈਮ ਮਿਨਿਸਟਰ ਦਾ ਅਹੁਦਾ ਮਿਲ ਜਾਏਗਾ। ਪਰਮ ਪਦ ਪਾਇਆ ਤੋਂ ਭਾਵੇਂ ਮਨ ਦੀ ਉਹ ਅਵਸਥਾ ਪ੍ਰਾਪਤ ਹੋ ਜਾਏਗੀ ਜਿਹੜੀ ਉੱਚੀ ਤੋਂ ਉੱਚੀ ਅਵਸਥਾ ਹੈ। ਜਿਸ ਅਵਸਥਾ ਬਾਰੇ ਜਪਜੀ ਸਾਹਿਬ ਵਿੱਚ ਵੀ ਜ਼ਿਕਰ ਕਰਦੇ ਨਾ, ਮੰਨੇ ਕੀ ਗਤ ਕਹੀ ਨਾ ਜਾਏ। ਜਿਹੜਾ ਮੰਨਣ ਵਾਲਾ ਹੈ ਉਸ ਦੀ ਅਵਸਥਾ ਇੰਨੀ ਉੱਚੀ ਤੇ ਸੁੱਚੀ ਬਣ ਜਾਂਦੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜੇ ਕੋ ਕਹੇ ਪਿੱਛੇ ਪਛਤਾਏ। ਜੇਕਰ ਉਸ ਅਵਸਥਾ ਨੂੰ ਕੋਈ ਬਿਆਨ ਕਰਨਾ ਵੀ ਚਾਹੇ ਤੇ ਅਗਰ ਕਰੇ ਵੀ ਤੇ ਉਹਨੂੰ ਪਛਤਾਉਣਾ ਪੈਂਦਾ ਹੈ। ਪਛਤਾਉਣਾ ਪੈਂਦਾ ਤੇ ਭਾਵ ਹੈ ਕਿ ਉਹ ਤਦ ਵੀ ਬਿਆਨ ਨਹੀਂ ਕਰ ਪਾਉਂਦਾ ਤੇ ਉਹਦੇ ਬੋਲ ਝੂਠੇ ਸਾਬਤ ਹੋ ਜਾਂਦੇ ਹਨ, ਕਿਉਂਕਿ ਮੰਨਣ ਵਾਲੇ ਦੀ ਆਤਮਿਕ ਅਵਸਥਾ ਬਹੁਤ ਉੱਚੀ ਤੇ ਸੁੱਚੀ ਅਵਸਥਾ ਤੱਕ ਪਹੁੰਚ ਜਾਂਦਾ ਹੈ। ਉਹ ਅਵਸਥਾ ਬਿਆਨ ਤੋਂ ਪਰੇ ਹੋ ਜਾਂਦੀ ਹੈ। ਇੱਥੇ ਵੀ ਗੁਰੂ ਸਾਹਿਬ ਸਮਝਾਣਾ ਕਰ ਰਹੇ ਨੇ, ਤਿੰਨੀ ਗੁਰ ਪ੍ਰਸਾਦ ਪਰਮ ਪਦ ਪਾਇਆ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ। ਫਿਰ ਹਰੀ ਦਾ ਜ਼ਿਕਰ ਕਰ ਰਹੇ ਨੇ, ਜਿਨ ਹਰ ਸੇਵਿਆ। ਸੇਵਾ ਕੀ ਹੈ ਹਰੀ ਦੀ? ਗੁਰੂ ਦੇ ਸ਼ਬਦ ਨੂੰ ਪੜ੍ਹਨਾ, ਗੁਰੂ ਦੇ ਸ਼ਬਦ ਨੂੰ ਸੁਣਨਾ। ਪੜ੍ਹਨਾ ਵੀ ਬੜਾ ਉੱਤਮ ਕਰਮ ਹੈ, ਸੁਣਨਾ ਵੀ ਉੱਤਮ ਕਰਮ ਹੈ, ਪਰ ਬੁੱਝਣ ਦੀ ਵੀ ਲੋੜ ਹੈ। ਬੁੱਝ ਵੀ ਲਈਏ ਕਿ ਗੁਰੂ ਸਾਹਿਬ ਕਹਿ ਕੀ ਰਹੇ ਹਨ। ਅਗਰ ਬੁੱਝਾਂਗੇ ਨਹੀਂ, ਕੇਵਲ ਪੜ੍ਹਨ ਤੇ ਸੁਣਨ ਤੱਕ ਰਹਿ ਜਾਵਾਂਗੇ ਤਾਂ ਵੀ ਖੇਡ ਨਹੀਂ ਬਣਨੀ। ਬੁੱਝਣ ਤੋਂ ਭਾਵੇਂ ਸਮਝ ਲਈਏ, ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਮੰਨਣ ਵਿੱਚ ਲਿਆਈਏ। ਜਿਨ ਹਰ ਸੇਵਿਆ, ਸੇਵਨ ਤੋਂ ਭਾਵ ਇਹੀ ਹੋਵੇ ਕਿ ਗੁਰੂ ਦੀ ਦੱਸੀ ਸਿੱਖਿਆਵਾਂ ਤੇ ਕਾਰ ਵਿਹਾਰ ਕਰਨਾ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ। ਜਿਨ ਨੰਨੇ ਨੂੰ ਸਿਆਰੀਏ ਇੱਕ ਵਚਨ ਰੂਪ ਵਿੱਚ ਆਇਆ, ਤਿੰਨ। ਉਸਨੇ, ਜਿਸਨੇ ਵੀ ਹਰੀ ਨੂੰ ਸੇਵਿਆ ਹੈ, ਉਸਨੇ, ਤਿੰਨ ਵੀ ਇੱਕ ਵਚਨ ਰੂਪ ਵਿੱਚ ਆਇਆ, ਸੁਖ ਪਾਇਆ, ਆਤਮਕ ਆਨੰਦ ਦੀ ਪ੍ਰਾਪਤੀ ਕਰ ਲਈ। ਬਿਨ ਸੇਵਾ ਪਛਤਾਣੀ ਹੈ। ਕਹਿੰਦੇ ਜਿਹੜੇ ਨਹੀਂ ਸੇਵਾ ਕਰਦੇ, ਗੁਰੂ ਦੇ ਸ਼ਬਦ ਨੂੰ ਪੜ੍ਹ ਸੁਣ ਬੁੱਝ ਸਮਝ ਕੇ ਜਿਹੜੇ ਮੰਨਣ ਵਿੱਚ ਨਹੀਂ ਲੈ ਕੇ ਆਉਂਦੇ, ਜਿਹੜੇ ਸੱਚ ਦੀ ਰਾਹ ਤੇ ਨਹੀਂ ਤੁਰਦੇ, ਉਹ ਬਿਨ ਸੇਵਾ ਪਛਤਾਣੀ ਹੈ। ਕਹਿੰਦੇ ਨੇ ਉਹਨਾਂ ਨੂੰ ਪਛਤਾਉਣਾ ਪੈਂਦਾ ਹੈ, ਦੁਖੀ ਹੋਣਾ ਪੈਂਦਾ ਹੈ। ਉਹ ਸਾਰਾ ਕਾਰ ਵਿਹਾਰ ਕੀਤਾ ਹੋਇਆ ਉਹਨਾਂ ਦਾ ਵਿਅਰਥ ਚਲਾ ਜਾਂਦਾ ਹੈ। ਜੀ ਇਕਬਾਲ ਵੀਰ ਜੀ। ਹਰ ਨਾਮ ਜਿਨੀ ਸਦਾ ਧਿਆਇਆ। ਜਿਨ੍ਹਾਂ ਜੀਵਾਂ ਨੇ ਹਰੀ ਪ੍ਰਮਾਤਮਾ ਦਾ ਨਾਮ ਨੂੰ ਸਦਾ ਧਿਆਉਣਾ ਕੀਤਾ, ਤਿੰਨੀ ਗੁਰ ਪ੍ਰਸਾਦ ਪਰਮ ਪਦ ਪਾਇਆ। ਧਿਆਉਣਾ ਕਿਵੇਂ ਕੀਤਾ? ਗੁਰੂ ਦੀ ਸ਼ਰਨ ਪੈ ਕੇ। ਜਿਹੜੇ ਗੁਰੂ ਦੇ ਦੱਸੇ ਹੋਏ ਮਾਰਗ, ਪੰਧ, ਰਸਤੇ, ਉਪਦੇਸ਼, ਸਿੱਖਿਆ ਤੇ ਚੱਲ ਕੇ ਉਸ ਸਿੱਖਿਆ ਨੂੰ ਮੰਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਅਮਲ ਲੈ ਆਉਂਦੇ ਹਨ, ਉਹ ਸੇਵਦੇ ਹਨ, ਸਿਮਰਦੇ ਹਨ। ਸਦਾ ਧਿਆਇਆ, ਉਹ ਸਦਾ ਹੀ ਧਿਆਉਣਾ ਕਰਦੇ ਹਨ। ਤਿਨੀ, ਉਹਨਾਂ ਨੇ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਦੁਆਰਾ ਪਰਮ ਪਦ ਪਾਇਆ। ਪਰਮ ਪਦ, ਪਦਵੀ ਪ੍ਰਾਪਤ ਕਰਦਾ। ਇਹ ਜਿਹੜਾ ਸਰੀਰ ਹੈ, ਇਹ ਜਦੋਂ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਤੇ ਪਦਵੀ ਪ੍ਰਾਪਤ ਕਰਦਾ। ਇਹਦੀ ਅਵਸਥਾ ਵਿਵੇਕ ਬੁੱਧ ਬਣ ਜਾਂਦੀ ਹੈ,
ਇਹਨੂੰ ਚੰਗੇ ਮਾੜੇ ਦੀ ਪਛਾਣ ਹੋ ਜਾਂਦੀ, ਵਿਵੇਕੀ ਹੋ ਜਾਂਦਾ ਹੈ, ਪਰਮ ਸ੍ਰੇਸ਼ਟ ਪਦਵੀ ਦਾ ਮਾਲਕ ਬਣ ਜਾਂਦਾ ਹੈ। ਜਿਨ੍ਹਾਂ ਹਰ ਸੇਵਿਆ ਤਿੰਨ ਸੁਖ ਪਾਇਆ। ਜਿਹੜੇ ਜੀਵ ਹਰੀ ਪ੍ਰਮਾਤਮਾ ਨੂੰ ਮਨ-ਵਚ ਕਰਮਾਂ ਅਨੁਸਾਰ ਜਿਉਣਾ ਕਰਦੇ ਹਨ, ਸੇਵਦੇ ਹਨ, ਸਿਮਰਦੇ ਹਨ, ਤਿੰਨ ਸੁਖ ਪਾਇਆ, ਉਹੀ ਆਤਮਕ ਆਨੰਦ ਪ੍ਰਾਪਤ ਕਰਦੇ। ਕਿਉਂਕਿ ਹਰੀ ਦੀ ਸ਼ਰਨ ਪੈ ਕੇ ਗੁਰੂ ਦੇ ਦੱਸੇ ਹੋਏ ਮਾਰਗ ਦੇ ਮਨ-ਵਚ ਕਰਮਾਂ ਵਿੱਚ ਜਦੋਂ ਲੈ ਆਉਂਦੇ ਹਨ ਤੇ ਉਹ ਆਤਮਕ ਆਨੰਦ ਨੂੰ ਪ੍ਰਾਪਤ ਹੁੰਦੇ ਹਨ। ਬਿਨ ਸੇਵਾ ਪਛਤਾਨੀ ਹਾਂ। ਪਰ ਜਿਹੜੇ ਜੀਵ ਗੁਰੂ ਦੇ ਸ਼ਬਦ ਵਿੱਚ ਨਹੀਂ ਜੁੜਦੇ, ਗੁਰੂ ਦੇ ਸ਼ਬਦ ਨੂੰ ਸਮਝਦੇ ਨਹੀਂ, ਬੁੱਝਦੇ ਨਹੀਂ, ਮਨ-ਵਚ ਕਰਮਾਂ ਵਿੱਚ ਨਹੀਂ ਲੈ ਕੇ ਆਉਂਦੇ, ਉਹਨਾਂ ਦਾ ਜਿਹੜਾ ਜੀਵਨ ਹੈ ਪਛਤਾਣੀ ਹੈ। ਉਹ ਸਦਾ ਉਹਨਾਂ ਦਾ ਜਿਹੜਾ ਜੀਵਨ ਹੈ ਉਹਦੇ ਵਿੱਚ ਸਦਾ ਹੀ ਪਛਤਾਵਾ ਬਣਿਆ ਰਹਿੰਦਾ ਹੈ। ਭਾਵ ਸਦਾ ਹੀ ਮਾਇਆ ਵਿੱਚ ਗਰਸਦੇ ਹੋਏ ਉਹ ਦੁਖੀ ਰਹਿੰਦੇ ਹਨ, ਪਛਤਾਉਂਦੇ ਹਨ ਜੀ। ਧੰਨਵਾਦ ਵੀਰ ਜੀ। ਆਪ ਜੀ ਦੀ ਇਸ ਸਥਾਨ ਤੇ ਬਿਲਕੁਲ ਕਲੀਅਰ ਆਵਾਜ਼ ਆ ਰਹੀ ਹੈਗੀ, ਮਾਰਕ ਕਰ ਲਓ ਬੇਸ਼ੱਕ। ਸ਼ਾਇਦ ਇੱਧਰ ਬਿਲਕੁਲ ਕਲੀਅਰ ਆਉਂਦਾ, ਬਿਨ ਸੇਵਾ ਪਛਤਾਣੀ ਹੈ। ਪਛਤਾਣੀ ਬਿਲਕੁਲ ਮਾਇਆ ਦੇ ਵਿੱਚ ਗਰਸੇ ਹੋਏ ਦੁੱਖਾਂ ਵਾਲਾ ਜੀਵਨ ਬਤੀਤ ਕਰਦੇ ਹਨ। ਟੂ ਦਾ ਪੁਆਇੰਟ ਆਪ ਜੀ ਨੇ ਸਮਝਾਇਆ, ਧੰਨਵਾਦ ਆਪ ਜੀ ਦਾ। ਜੀ ਹਰਵਿੰਦਰ ਵੀਰ ਜੀ। ਇੱਥੇ ਜਿਹੜਾ ਗੁਰੂ ਸਾਹਿਬ ਸਾਨੂੰ ਜਿਹੜਾ ਕਹਿਣਾ ਚਾਹੁੰਦੇ ਵੀ ਹਰ ਹਰ ਨਾਮ ਜਿਨੀ ਸਦਾ ਧਿਆਇਆ ਤਿਨੀ ਗੁਰ ਪ੍ਰਸਾਦ ਪਰਮ ਪਦ ਪਾਇਆ। ਜਿਹਨੂੰ ਅਸੀਂ ਕਈ ਵਾਰ ਗੱਲ ਕਰਨੇ ਵੀ ਜਿਹੜਾ ਬਾਣੀ ਉਹ ਸਾਨੂੰ ਨਾਮ ਨਾਲ ਜੋੜਨ ਦੀ ਕਿਰਿਆ ਜਿਹੜੀ ਹੈ ਨਾ, ਗੁਰਬਾਣੀ ਹਰ ਨਾਮ ਸਮਾਇਆ, ਗੁਰਬਾਣੀ ਵਿੱਚੋਂ ਹੀ ਨਾਮ ਦੀ ਦਾਤ ਮਿਲਣੀ ਹੈ। ਤੇ ਜਿਨ੍ਹਾਂ ਨੇ ਨਾਮ ਨੂੰ ਸਨਮੁਖ ਰੱਖ ਕੇ, ਨਾਮ ਨੂੰ ਚੇਤੇ ਰੱਖ ਕੇ ਸਾਰੇ ਕੰਮ ਕੀਤੇ ਨੇ। ਅਸੀਂ ਕਹਿੰਦੇ ਏਕੋ ਨਾਮ ਹੁਕਮ ਹੈ, ਬਹੁਤ ਰੱਬੀ ਹੁਕਮਾਂ ਦੇ ਅਨੁਕੂਲ ਕੰਮ ਕੀਤੇ ਨੇ। ਹੁਕਮਾਂ ਦੀ ਸੋਝੀ ਸਾਨੂੰ ਫਿਰ ਗੁਰੂ ਕੋਲ ਮਿਲੇਗੀ। ਮਤਾ ਅਸੀਂ ਕਿਤੇ ਭੁਲੇਖੇ ਵਿੱਚ ਰਹੀਏ ਕਿ ਅਸੀਂ ਨੰਗੇ ਪੈਰੀ ਜਾ ਰਹੇ ਹਾਂ, ਤੀਰਥਾਂ ਤੇ ਜਾ ਰਹੇ ਹਾਂ, ਤਾਂ ਅਸੀਂ ਕੋਈ ਨਾਮ ਵਾਲੀ ਕਿਰਿਆ ਕਰਨੇ ਪਏ। ਕਹਿੰਦਾ ਗੁਰਮਤਿ ਸਾਰ ਹੋਰ ਨਾਮ ਵੀ ਹੋਣੀ। ਗੁਰਮਤਿ ਸ੍ਰੇਸ਼ਟ ਕਿਉਂ ਹੈ? ਕਿਉਂਕਿ ਉਹਦੇ 'ਚ ਨਾਮ ਹੈ। ਅਸੀਂ ਤਾਂ ਕਈ ਵਾਰ ਕਹਿੰਦੇ ਬਾਕੀ ਉਹ ਗ੍ਰੰਥ ਕਹਿ ਲਓ, ਕਹਾਣੀਆਂ ਕਹਿ ਲਓ, ਉਹਨਾਂ 'ਚ ਨਾਮ ਨਹੀਂ, ਰੱਬੀ ਹੁਕਮਾਂ ਦੀ ਸੋਝੀ ਨਹੀਂ। ਤੇ ਜਿਨ੍ਹਾਂ ਨੇ ਨਾਮ ਨੂੰ ਚੇਤੇ ਨਹੀਂ ਰੱਖਿਆ ਨਾ, ਕਹਿੰਦਾ ਜਿਨੀ ਐਸਾ ਹਰ ਨਾਮ ਵਿਸਾਰਿਆ ਮੇਰਾ ਹਰ ਹਰ, ਕਹਿੰਦਾ ਤਿਨ ਕੈ ਕੁਲ ਲਾਗੀ ਗਾਰੀ। ਉਹਨੂੰ ਗਾਲੀ ਲੱਗਦੀ ਹੈ। ਜਿਨ੍ਹਾਂ ਨੇ ਰੱਬੀ ਨਾਮ ਨੂੰ ਚੇਤੇ ਨਹੀਂ, ਕਹਿੰਦੇ ਉਸ ਤੋਂ ਉਲਟ ਕਹਿੰਦੇ ਵੀ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ। ਜਿਨ੍ਹਾਂ ਨੇ ਨਾਮ ਨੂੰ ਚੇਤੇ ਰੱਖ ਕੇ ਜੀਵਨ ਜੋ ਬਤੀਤ ਕੀਤਾ ਹੈ ਨਾ, ਉਹ ਆਪਣੇ ਜੀਵਨ ਦੀ ਜਿਹੜੀ ਉਹ ਜੋ ਮਿਹਨਤ ਘਾਲਣਾ ਕਰਕੇ ਗਏ ਨਾ, ਉਹ ਇੱਥੋਂ ਦੀ ਸਫਲ ਕਰਕੇ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਪੂਜਲੇ ਖੇਤੀ ਛੁੱਟੀ ਨਾਲ। ਇਹ ਜਿਨੀ ਹਰ ਨਾਮ ਜਿਨੀ ਸਦਾ ਧਿਆਇਆ, ਕਹਿੰਦੇ ਤਿੰਨ ਗੁਰ ਪ੍ਰਸਾਦ ਪਰਮ ਪਦ ਪਾਇਆ। ਉਹਨਾਂ ਨੇ ਉੱਚੀ ਆਤਮਿਕ ਅਵਸਥਾ ਜਿਹੜੀ ਹੈ ਨਾ, ਇੱਕ ਉਹ ਕਬੀਰ ਸਾਹਿਬ ਦਾ ਕਹਿੰਦੇ ਨੇ ਕਹਿਤ ਕਬੀਰ ਪੰਚ ਜੋ ਚੂਰੇ ਤਿੰਨ ਤੇ ਨਾਹੀ ਪਰਮ ਪਦ ਦੂਰੇ। ਪਰਮ ਪਦ ਵਾਲੀ ਬੜੀ ਅਵਸਥਾ ਕਿਹੜੀ ਹੈ? ਵਿਕਾਰਾਂ ਤੋਂ ਰਹਿਤ, ਭਰਮਾਂ ਤੋਂ ਰਹਿਤ, ਡਰ ਤੋਂ ਰਹਿਤ ਜਿਹੜਾ ਜੀਵਨ ਹੋਰ ਵੀ ਜੋ ਜਿੱਦਾਂ ਤੱਕ ਮੈਂ ਰੱਬ ਨੇ ਸੋਝੀ ਦਿੱਤੀ ਹੈ ਵੀ ਸਾਨੂੰ ਰੱਬ ਤੋਂ ਦੂਰ ਕਰਨ ਵਾਲੇ ਮੇਨ ਫੈਕਟਰਸ ਨੇ ਨਾ, ਵਿਕਾਰ ਹੈ ਹੀ ਨੇ, ਫਿਰ ਭਰਮ ਨੇ, ਤੇ ਫਿਰ ਡਰ ਹੈ। ਤੇ ਇੱਥੇ ਕਹਿੰਦੇ ਕਹਿਤ ਕਬੀਰ ਪੰਚ ਜੋ ਚੂਰੇ, ਪੰਜ ਤੋਂ ਪਾਓ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਚੂਰੇ ਤੋਂ ਪਾਓ ਜਿਹਨਾਂ ਉਹਨਾਂ ਨੂੰ ਚਕਨਾ ਚੂਰ ਕਰ ਦਿੱਤਾ, ਔਰ ਜਿਨ੍ਹਾਂ ਨੇ ਉਹਨੂੰ ਟੋਟਲੀ ਡਿਸਟਰੋਏ ਕਰਨਾ। ਕਹਿਤ ਕਬੀਰ ਪੰਚ ਜੋ ਚੂਰੇ, ਕਹਿੰਦਾ ਤਿੰਨ ਤੇ ਨਾਹੀ ਪਰਮ ਪਦ ਦੂਰੇ। ਉਹ ਮਨੋ ਪਰਮ ਪਦਵੀ ਜਿਹੜੀ ਹੈ ਨਾ, ਕਿਉਂਕਿ ਉਹ ਕਹਿੰਦਾ ਇਸ ਦੇਹੀ ਅੰਦਰ ਪੰਜ ਪਿਓਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅੰਮ੍ਰਿਤ ਲੂਟ ਹੈ, ਅੰਮ੍ਰਿਤ ਰੱਬ ਹੈ। ਉਹ ਤੇਰੇ ਜੀਵਨ ਵਿੱਚ ਰੱਬ ਨੂੰ ਟਿਕਣ ਨਹੀਂ ਦਿੰਦੇ। ਵੈਸੇ ਰੱਬ ਹਰ ਥਾਂ ਦੇ ਉੱਤੇ ਟਿਕਿਆ। ਤੁਹਾਨੂੰ ਰੀਟਰੀਟ ਕਰਨਾ ਪਏਗਾ। ਕਿ ਬੰਦੇ ਕਹਾਂਗੇ ਕਿ ਨਹੀਂ ਸਭ ਮੈਂ ਜੋਤ ਹੈ ਸੋਈ ਹੈ, ਬਿਲਕੁਲ ਕੋਈ ਸ਼ੱਕ ਨਹੀਂ, ਜੋਤ ਸਾਰਿਆਂ ਵਿੱਚ ਉਸ ਪ੍ਰਮਾਤਮਾ ਦੀ ਹੈ। ਲੇਕਿਨ ਜਦ ਤੱਕ ਇਹ ਵਿਕਾਰ ਅੰਦਰ ਬੈਠੇ ਹੋਏ ਨੇ ਨਾ, ਤਦ ਤੱਕ ਰੱਬ ਤੁਹਾਡੇ ਹਿਰਦੇ ਰੂਪੀ ਘਰ ਵਿੱਚ ਆ ਕੇ ਪ੍ਰਗਟ ਨਹੀਂ ਹੁੰਦਾ। ਜਦੋਂ ਵਿਕਾਰ ਚਲੇ ਜਾਣਗੇ ਨਾ, ਫਿਰ ਤੁਹਾਡੀ ਉਹ ਵਾਲੀ ਅਵਸਥਾ ਜਿੱਥੇ ਕਹਿੰਦੇ ਕਬੀਰ ਸਾਹਿਬ ਕਹਿੰਦੇ ਨੇ ਵੀ ਕਦੋਂ ਅਬ ਤੋਂ ਜੈ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ। ਤੂੰ ਮਨੁ ਰੱਬ ਦਾ ਸਰੂਪ ਜਿਹੜਾ ਹੈ ਨਾ ਉਹ ਹੋ ਹੀ ਜਾਏਗਾ। ਉਹ ਹੋਏਗਾ ਕਿਵੇਂ? ਕਹਿੰਦਾ ਹੁਕਮ ਬੂਝ ਪਰਮ ਪਦ ਪਾਈ। ਰੱਬੀ ਹੁਕਮਾਂ ਨੂੰ ਮੰਨ ਕੇ, ਜੋ ਗੁਰੂ ਕਹਿੰਦਾ ਨਾਮ ਨੂੰ ਮੰਨ ਕੇ, ਰੱਬੀ ਹੁਕਮਾਂ ਨੂੰ ਮੰਨ ਕੇ ਉਹ ਉਲਟਾ ਨਾ ਵੀ ਉਹ ਤੇ ਗੁਰੂ ਜੀ ਤਾਂ ਕਹਿੰਦੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ।
ਜਿਹੜੇ ਬੰਦੇ ਜਿਨ੍ਹਾਂ ਨੂੰ ਜਿਹੜੇ ਉਹਨਾਂ ਨੂੰ ਵੀ ਉਹ ਦੇਵੀ ਗੁਣਾਂ ਵਾਲੇ ਹੋ ਜਾਂਦੇ ਨੇ। ਜਿਹੜੇ ਬੰਦੇ ਨਾਮ ਨੂੰ ਧਿਆਉਂਦੇ ਰਹਿੰਦੇ ਨੇ ਨਾ, ਉਹ ਵੀ ਰੱਬ ਦੀ ਸਿਫਤ ਸਲਾਹ ਕਰਨੀ, ਰੱਬ ਦੇ ਗੁਣ ਗਾਣੇ, ਰੱਬ ਦੀ ਕੀਰਤੀ ਕਰਨੀ, ਉਹਦੇ ਹੁਕਮਾਂ ਨੂੰ ਪੜ੍ਹਨਾ, ਸੁਣਨਾ, ਪਛਾਣਨਾ, ਇਹੀ ਨਾਮ ਨੂੰ ਧਿਆਉਣਾ ਹੈ। ਕਹਿੰਦੇ ਹਰ ਹਰ ਜਸ ਗਾਇਆ ਪਰਮ ਪਦ ਪਾਇਆ। ਜਿਹੜਾ ਬੰਦਾ ਰੱਬ ਦੀ ਸਿਫਤ ਸਲਾਹ ਵਿੱਚ ਜੁੜ ਜਾਵੇ, ਪਰਮ ਪਦ ਵੀ ਪਾਉਣ ਦਾ ਤਰੀਕਾ ਕੀ ਹੈ? ਕਹਿੰਦੇ ਹਰ ਹਰ ਜਸ ਗਾਇਆ। ਜਦੋਂ ਆਪਣੀ ਸਿਫਤ ਸਲਾਹ ਕਰਵਾਉਣੀ ਛੱਡ ਕੇ ਰੱਬ ਦੀ ਸਿਫਤ ਸਲਾਹ ਕਰਨੀ ਸ਼ੁਰੂ ਹੋ ਜਾਏਗਾ ਨਾ, ਕਹਿੰਦੇ ਹਰ ਹਰ ਜਸ ਗਾਇਆ ਪਰਮ ਪਦ ਪਾਇਆ ਤੇ ਊਤਮ ਜਨ ਪ੍ਰਧਾਨ ਜੀਓ। ਉਹ ਊਤਮ ਪੁਰਖ ਨੇ, ਉਹ ਸਹੀ ਮਾਇਨੇ ਵਿੱਚ ਪ੍ਰਧਾਨ ਨੇ। ਉਹਨਾਂ ਨੂੰ ਰੱਬ ਨੇ ਮਾਨਸ ਤੇ ਦੇਵਤੇ ਜਿਹੜਾ ਨਾ ਉਹ ਕਰ ਦਿੱਤਾ ਹੋਇਆ ਹੈ। ਤਿੰਨ ਗੁਰ ਪ੍ਰਸਾਦੀ ਪਰਮ ਪਦ ਪਾਇਆ, ਜਿਨ੍ਹਾਂ ਨੇ ਨਾਮ ਨੂੰ ਚੇਤੇ ਰੱਖਿਆ। ਰੱਬੀ ਨਾਮ, ਸਾਡੇ ਗੁਰੂ ਬਹੁਤ ਇੰਪੋਰਟੈਂਟ ਹੈ। ਗੁਰੂ ਕੋਲੋਂ ਨਾਮ ਦੀ ਦਾਤ ਮਿਲਦੀ ਹੈ। ਨਾਮ ਤੋਂ ਬਿਨਾਂ ਤੇਰਾ ਹੋਰ ਕੋਈ ਨਾਨਕੇ ਕਰ ਕੇਵਲ ਨਾਮ। ਵੀ ਉਹ ਕਹਿੰਦਾ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਮ। ਮੂਰਖਾਂ ਵਿੱਚੋਂ ਵੱਡਾ ਮੂਰਖ ਹੈ ਜੋ ਰੱਬੀ ਹੁਕਮਾਂ ਨੂੰ ਨਹੀਂ ਮੰਨਦਾ। ਹੁਕਮਾਂ ਦੀ ਸੋਝੀ ਗੁਰੂ ਦੇ ਰਾਹੀਂ ਹੋਏਗੀ। ਜਬ ਤੱਕ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਮੰਨੇ ਨਾਉ ਸੋਈ ਜਣ ਜਾਏ। ਜਿਹੜਾ ਹੁਕਮਾਂ ਨੂੰ ਮੰਨੇਗਾ, ਮੰਨੇ ਨਾਉ, ਇੱਥੇ ਜਿਹੜਾ ਮੰਨਣ ਦੀ ਗੱਲ ਆਏਗੀ, ਜਿਹੜਾ ਮੰਨੇ ਨਾਉ ਤੇ ਹੁਕਮ ਸਰੂਪ ਹੋ ਜਾਏਗਾ ਨਾਮ। ਮੰਨੇ ਨਾਉ ਸੋਈ ਜਣ ਜਾਏ, ਆਪਣੇ ਜੀਵਨ ਦੀ ਬਾਜੀ ਉਹੀ ਜਿੱਤ ਕੇ ਜਾਏਗਾ ਇੱਥੋਂ ਦੀ ਜਿਹਨੇ ਨਾਮ ਨੂੰ ਮੰਨਿਆ। ਤੇ ਇਹਦੇ ਗੁਰੂ ਕਹਿੰਦੇ ਵੀ ਜਿਨ ਹਰ ਨਾਮ ਜਿਨੀ ਸਦਾ ਧਿਆਇਆ ਤਿਨ ਗੁਰ ਪ੍ਰਸਾਦ। ਉਹਨਾਂ ਨੇ ਗੁਰੂ ਦੀ ਕਿਰਪਾ, ਕਿਉਂਕਿ ਨਾਮ ਗੁਰੂ ਕੋਲੋਂ ਮਿਲਦਾ। ਅਸੀਂ ਗੁਰੂ ਤੋਂ ਬਾਹਰ ਨਾਮ ਨਹੀਂ ਮਿਲ ਸਕਦਾ। ਮਤ ਕੋ ਭਰਮ ਭੁਲੇ ਸੰਸਾਰ, ਗੁਰੂ ਬਿਨ ਕੋਇ ਨਾ ਉਤਰ ਸਵਾਰ। ਗੁਰੂ, ਕਿਉਂਕਿ ਤੂੰ ਉਹ ਦੂਜਿਆਂ ਨੂੰ ਤੇ ਗੁਰੂ ਕਈ ਮਨਮੁਖ ਰਿਹਾ, ਇੱਕ ਨੂੰ ਗੁਰਮੁਖ ਕਹਿ ਰਿਹਾ, ਇੱਕ ਨੂੰ ਮਨਮੁਖ ਕਹਿ ਰਿਹਾ। ਤੂੰ ਆਪਣੇ ਮਨ ਅੰਦਰ ਦੀ ਗੱਲ ਕਿਵੇਂ ਕਹਿ ਦੇਵਾਂਗੇ ਉਹਨੂੰ? ਅੰਦਰ ਤੇ ਸਾਰੇ ਭਰਮ ਭੁਲੇਖੇ ਪਏ ਹੋਏ ਨੇ। ਜਦ ਤੱਕ ਗੁਰੂ ਨਹੀਂ ਮਿਲੇਗਾ ਨਾ, ਗੁਰੂ ਤੁਹਾਡੀ ਥਾਟ ਪ੍ਰੋਸੈਸ ਨੂੰ ਚੇਂਜ ਕਰ ਸਕਦਾ ਹੈ। ਬੰਦਾ ਅੰਦਰ ਤੇ ਮੇਰੇ ਜਿਹੜਾ ਰੱਬ ਨੇ ਜੋ ਮਾਇਆ ਮਮਤਾ ਕਰਤੇ ਲਾਈ ਹੈ, ਉਸਨੇ ਤੇ ਉਹ ਜਿਹੜਾ ਬਣਾਇਆ ਉਹਨੂੰ, ਸਭ ਤੈ ਉਪਾਈ ਭਰਮ ਭੁਲਾਈ। ਮਾਲਕ ਨੇ ਤੇ ਸਾਰਿਆਂ ਨੂੰ ਭਰਮ, ਜਿਨ੍ਹਾਂ ਨੂੰ ਗੁਰੂ ਬਖਸ਼ਿਸ਼ ਕਰਕੇ ਉਹ ਮਾਲਕ ਜਿਨ੍ਹਾਂ ਦੀ ਸਾਂਝ ਕਰਾ ਦਿੰਦਾ ਨਾ, ਉਹਨਾਂ ਨੂੰ ਫਿਰ ਜਿਹੜਾ ਉਹ ਗੁਰੂ ਦੀ ਗੱਲ ਜਿਹਨਾਂ, ਉਹ ਗੁਰੂ ਦੀ ਕਿਰਪਾ ਸਦਕਾ ਤਿਨੀ ਗੁਰ ਪ੍ਰਸਾਦੀ। ਨੇ ਸ਼ਰਤ ਹੈ ਵੀ ਉਹਨਾਂ ਨੂੰ ਇਹ ਜਿਨ੍ਹਾਂ ਨੇ ਨਾਮ ਤੇ ਆਇਆ ਧਿਆਨ ਵੀ ਕੀ ਕਰ ਸਕਦੇ ਨੇ, ਉਹਨਾਂ ਨੇ ਗੁਰੂ ਦੀ ਕਿਰਪਾ ਸਦਕਾ ਫਿਰ ਉਹ ਪਰਮ ਪਦਵੀ ਪਰਮਾਤਮਾ ਦੇ ਨਾਲ ਮਿਲਾਪ ਵਾਲੀ ਅਵਸਥਾ ਜਿਉਂਦਿਆਂ ਜੀ। ਬੇਨੀ ਕਹੇ ਸੁਨੂਰ ਭਗਤੋਂ ਮਰਨ ਮੁਕਤ ਕਿਨ ਪਾਈ। ਮਰਨ ਤੋਂ ਬਾਅਦ ਵਾਲੀ ਮੁਕਤੀ ਜਿਹੜੀ ਹੈ ਜਿਉਂਦਿਆਂ ਜੀ ਆਜ ਮਿਲਾਵਾ। ਤੂੰ ਜਿਹੜੇ ਉਹ ਗੁਰੂ ਦੀ ਕਿਰਪਾ ਸਦਕਾ ਰੱਬ ਨਾਲ ਅੱਜ ਵੀ ਮਿਲਾਪ ਵਾਲਾ ਜੀਵਨ ਬਤੀਤ ਕਰ ਸਕਦੇ ਨੇ। ਕਹਿੰਦੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਇਹ ਪਹਿਲੇ ਪਦਿਆਂ ਵਿੱਚ ਵੀ ਕਿਹਾ ਸੀ, ਜਿਹਨਾਂ ਨੇ ਰੱਬ ਦੀ ਸੇਵਾ ਕੀਤੀ ਨਾ, ਫਿਰ ਉਹ ਪੂਰੀ ਚਾਲ ਚਲੇ ਸਨ ਗੁਰੂ ਸਾਹਿਬ ਕੀ ਬਈ ਉਹ ਜੋ ਜਿਹਨਾਂ ਨੂੰ ਰੱਬ ਭਾਉਂਦਾ ਹੈ ਉਹ ਹੀ ਰੱਬ ਦੀ ਸੇਵਾ ਕਰ ਸਕਦੇ ਨੇ। ਫਿਰ ਹਉਮੈ ਵਿੱਚ ਸੇਵਾ ਨਾ ਹੋਵੇ। ਵੀ ਜੇ ਤੂੰ ਆਪਣੇ ਮਨ ਦੇ ਉਹ ਹੰਕਾਰ ਦੇ ਤਲ ਤੇ ਰੁਕਿਆ ਹੋਇਆ ਹੈ, ਤਾਂ ਕਹਿੰਦੇ ਕੋਈ ਸੇਵਾ ਵੀ ਨਹੀਂ ਹੋ ਸਕਦੀ। ਲੇਕਿਨ ਗੁਰੂ ਸਾਹਿਬ ਫਿਰ ਤੇ ਰੀਟਰੇਟ ਕਰਦੇ, ਤੇਰਾ ਜੀਵਨ ਸੁਖੀ ਕਿਵੇਂ ਹੋਏਗਾ? ਕਹਿੰਦੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਹੜੇ ਬੰਦੇ ਹੰਕਾਰ ਵਿੱਚ ਜਿੰਨਾ ਕਹਿੰਦੇ ਗਰਭ ਗਹੇਲੀ ਮਹਿਲ ਨਾ ਪਾਵੇ, ਜਿਹੜੇ ਆਪਣੇ ਗਰਭ ਹੰਕਾਰ ਵਿੱਚ ਜਿਹੜੇ ਟਿੱਕੇ ਹੋਏ ਨੇ ਨਾ, ਕਹਿੰਦੇ ਗਰਭ ਗਹੇਲੀ ਪਾਓ, ਗਹਿ ਲੈਣਾ ਪਾਓ, ਫੜ ਲੈਣਾ। ਜਿਹੜੇ ਜਿਨ੍ਹਾਂ ਨੇ ਹੰਕਾਰ ਨੂੰ ਫੜ ਕੇ ਰੱਖਿਆ ਹੋਇਆ, ਇੱਕ ਨੇ ਜੋ ਨਾਮ ਨੂੰ ਪਕੜਨਾ ਚਾਹੁੰਦੇ ਨੇ, ਇੱਕ ਨੇ ਹੰਕਾਰ ਨੂੰ ਗਰਭ ਨੂੰ ਫੜ ਕੇ ਰੱਖਿਆ ਹੋਇਆ। ਕਹਿੰਦੇ ਗਰਭ ਗਹੇਲੀ ਮਹਿਲ ਨਾ ਪਾਵੇ, ਫਿਰ ਪਛਤਾਵੇ ਜਬ ਰੈਣ ਬਿਹਾਵੇ। ਜਦੋਂ ਜੀਵਨ ਨੁਮਾ ਰਾਤ ਜਿਹਦੀ ਬਤੀਤ ਹੋ ਜਾਏਗੀ ਨਾ, ਕਹਿੰਦੇ ਅਬ ਕੇ ਕਹੀਏ ਨਾਮ ਨਾ ਮਿਲੇ ਹੁਣ ਸੋ। ਹੁਣ ਤੇ ਤੈਨੂੰ ਭੁਗਤਣਾ ਪਏਗਾ। ਤੈਨੂੰ ਮਿਲਿਆ ਸੀ ਜਿਹੜਾ 1 ਸਾਲ ਦਾ ਸਮਾਂ ਹੁੰਦਾ ਐਗਜ਼ਾਮ ਤੋਂ ਪਹਿਲਾਂ, ਉਹ ਪੜ੍ਹਦਾ ਤੇ ਪੜ੍ਹਨ ਵਾਸਤੇ ਤੇ ਮਿਲਦਾ ਸਾਨੂੰ। ਬੰਦਾ ਐਗਜ਼ਾਮ ਦੇ ਦੌਰਾਨ ਕਿ ਮੈਨੂੰ ਥੋੜਾ ਪੜ੍ਹਨ ਦਿਓ, ਨਹੀਂ। ਕਹਿੰਦੇ ਫਿਰ ਪਛਤਾਵੇ ਜਬ ਰੈਣ ਬਿਹਾਵੇ। ਜ਼ਿੰਦਗੀ ਨੁਮਾ ਰਾਤ ਮਿਲੀ ਸੀ, ਨਾਮ ਦੀ ਕਮਾਈ ਵਾਸਤੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਦ ਕੋ ਫਕੜੇ। ਸਭ ਮੁਕਦੀ ਚੱਲੀ ਰਹਿਣ, ਤੇਰੀ ਜੀਵਨ ਰੂਪੀ ਰਾਤ ਏਕ ਰਹਿਣ ਕੇ ਪਾਉਣ ਤੁਮੇ ਆਏ। ਗੁਰੂ ਸਾਡੀ ਜੋ 50 60 70 80 90 ਸਾਲ ਵਾਲੀ ਜੋ ਉਮਰ ਹੈ, ਗੁਰੂ ਨੂੰ ਕਹਿੰਦੇ ਮਨੋ ਇੱਕ ਰਾਤ ਦੀ ਨਿਆਈ। ਤੂੰ ਆਇਆ ਸੀ ਅਤੇ ਪ੍ਰਾਣੀ ਤੂੰ ਆਇਆ ਲਾਹਾ ਲੈਣ ਕਰ, ਉਲਝ ਕੇ ਕਿਤੇ ਵਿੱਚ ਰਹਿ ਗਿਆ। ਲੱਗਾ ਕਿਤ ਕੋ ਫਕੜੇ, ਖਾਣਾ ਪੀਣਾ ਹਸਣਾ ਸੋਨਾ ਵਿਸਰ ਗਿਆ ਹੈ ਮਰਨਾ। ਇਹਦੇ ਕਹਿੰਦੇ ਵੀ ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਕਹਿੰਦੇ ਬਿਨ ਸੇਵਾ ਪਛੋਤਾਣੀ, ਤੇਰੇ ਹੱਥ ਵਿੱਚ ਕੇਵਲ ਪਛਤਾਤਾਪ ਰਹਿ ਜਾਏਗਾ।
ਕਹਿੰਦੇ ਫਿਰ ਇਹ ਅਵਸਰ ਚਰੇ ਨਾ ਹਾਤਾ। ਫਿਰ ਉਹ ਜੋ ਮੌਕਾ ਜਿਹੜਾ ਤੈਨੂੰ ਮਿਲਿਆ ਸੀ ਨਾ, ਜੋ ਸਵਾਸਾਂ ਨੂੰ ਤੂੰ ਵੇਸਟ ਕਰ ਦਿੱਤਾ ਹੈ, ਉਹ ਤੈਨੂੰ ਦੁਬਾਰਾ ਨਹੀਂ ਮਿਲ ਸਕਦਾ। ਫਿਰ ਇਹ ਅਵਸਰ ਚਰੇ ਨਾ ਹਾਤਾ। 84 ਲੱਖ ਜੂਨ ਸਬਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੈ ਆਏ ਜਾਏ ਦੁੱਖ ਪਾਇੰਦਾ। ਹਾਂਜੀ ਵੀਰ ਜੀ। ਧੰਨਵਾਦ ਵੀਰ ਜੀ। ਬਹੁਤ ਖੂਬਸੂਰਤੀ ਨਾਲ ਆਪ ਜੀ ਨੇ ਬਿਆਨ ਕੀਤਾ ਜੀ। ਭੂਆ ਜੀ। ਹਾਂਜੀ। ਹਰ ਹਰ ਨਾਮ ਜਿਨੀ ਸਦਾ ਧਿਆਏ, ਤਿਨੀ ਗੁਰ ਪ੍ਰਸਾਦ ਪਰਮ ਪਦ ਪਾਏ। ਜਿਹੜਾ ਵਿਰਲਾ ਮਨ ਹੈ, ਜਿਸ ਨੇ ਉਸ ਨਾਮ ਨੂੰ, ਉਸ ਪ੍ਰਭੂ ਨੂੰ, ਉਹਦੇ ਗੁਣਾਂ ਨੂੰ, ਉਸ ਦੀ ਵਿਜ਼ਡਮ ਨੂੰ ਪੂਰੀ ਤਰ੍ਹਾਂ ਇੰਪਲੀਮੈਂਟ ਕਰ ਲਿੱਤਾ, ਪੂਰੀ ਤਰ੍ਹਾਂ ਭਿੱਜ ਜਾਂਦਾ ਹੈ, ਤੇ ਫਿਰ ਕਿਹੜੀ ਅਵਸਥਾ ਪ੍ਰਾਪਤ ਕਰਦਾ? ਪਰਮ ਪਦ। ਇੱਕ ਚੌਥਾ ਪਦ ਹੈ ਜਿਸ ਨੂੰ ਅਸੀਂ ਕਹਿੰਦੇ ਇਨਲਾਈਟਨਮੈਂਟ, ਜਿੱਥੇ ਇੱਕ ਦੇ ਨਾਲ ਇੱਕ ਮਿਤ ਹੋ ਜਾਂਦਾ ਹੈ, ਨਿਜ ਘਰ ਵਿੱਚ ਪਹੁੰਚ ਜਾਂਦਾ ਹੈ। ਇਹੀ ਉਸਦੀ ਗ੍ਰੇਸ ਹੈ, ਇਹ ਪ੍ਰਾਪਤ ਹੋਣਾ ਹੀ ਉਸਦੀ ਗ੍ਰੇਸ ਹੈਗੀ ਹੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਹੁਣ ਜਦੋਂ ਇਸ ਪਰਮ ਪਦ ਤੇ ਪਹੁੰਚ ਕੇ ਇਨਲਾਈਟਨਮੈਂਟ ਵਿੱਚ ਹੋ ਗਿਆ, ਇਤਨੇ ਗੁਣ, ਇਤਨੀ ਵਿਜ਼ਡਮ ਕਿ ਉਹ ਫਿਰ ਸੁਖ ਹੀ ਸੁਖ ਹੈ। ਔਰ ਜਿਸ ਮਨ ਨੇ ਇਹ ਸੇਵਾ, ਕਿਉਂਕਿ ਇਹ ਜਿਹੜਾ ਮਨ ਨੂੰ ਧਿਆਇਆ ਹੈ, ਇੰਪਲੀਮੈਂਟ ਕੀਤਾ, ਇਹ ਉਸਨੂੰ ਕਹਿੰਦੇ ਨੇ ਧਿਆਣਾ, ਇसी ਨੂੰ ਕਹਿੰਦੇ ਨੇ ਸੇਵਾ ਕਰਨੀ। ਔਰ ਜਿਸ ਮਨ ਨੇ ਇਹ ਸੇਵਾ ਨਹੀਂ ਕੀਤੀ, ਨਾਮ ਨੂੰ ਨਹੀਂ ਧਿਆਇਆ, ਤਾਂ ਫਿਰ ਕਿੰਜ ਪਛਤਾਉਂਦਾ? ਕਿਉਂਕਿ ਉਹਦੇ ਅੰਦਰ ਹੁਣ ਵਾਈਸਸ ਹੀ ਵਾਈਸਸ ਹਨ, ਉਹ ਦੁੱਖ ਦਿੰਦੇ, ਤਾਂ ਫਿਰ ਉਹ ਪਛਤਾਉਂਦਾ ਹੈ। ਹਾਂਜੀ। परम पद मतलब सहज अवस्था प्राप्त कर ली, परमात्मा नाल एक तरह तो समझिए सुरत एक मिक हो गई, कोई भेद नहीं रह गया, आनंद वाली अवस्था। धन्यवाद भूआ जी। जे इजाजत होए ते एक पदे दा पाठ रह गया है सोले विच, ते वो भी कर लियो ने परविंदर वीर जी। भूआ जी इजाजत देंदे हो तो एक पदे दा पाठ, क्योंकि समा हो गया ਜੀ साडा। ਕੱਲ ਦਾ ਇੱਕ ਕੱਲ ਦੇ ਸ਼ਬਦ ਦਾ ਇੱਕ ਅਜੇ ਬਾਕੀ ਰਹਿੰਦਾ ਹੈ, ਜਿਵੇਂ ਮਰਜ਼ੀ ਆਪ ਚਲੋ ਆਪ ਹੀ ਡਿਸਾਈਡ ਕਰੋ। जी ठीक है, कल कर लेंगे। आज 3 पदियां दा पाठ होया है। हाँ जी अरविंदर वीर जी, आप जी गायन कर लिया जे 3 पदियां नु, ते फिर पाठ सेशन की समाप्ति कर लेंगे। किस ही जोर अहंकार बोलन का, किस ही जोर दीवान माया का। मैं हर बिन टेक तारे अवर न काई, तू करते राख मैंने मानी है। निमाने मान करह तुद पावै, और के ती चाख चाख आवे जावे, जिनका पख करह तू स्वामी, तिनकी ऊपर गल तुद आनी है। हर हर नाम जी सदा ते आया, तिनि गुर प्रसाद परम पद पाया। जिन हर सेवया तिन सुख पाया, बिन सेवा पछुतानी है। वाहिगुरु जी का खालसा, वाहिगुरु जी की फतेह। वहीं बेअंत पुरना दी खिमा। वाहिगुरु जी का खालसा, वाहिगुरु जी की फतेह। जी तजिंदर वीर जी सवाल ले लिया जाए कल वाला। जी वीर जी, वाहिगुरु जी की फतेह। कपिल वीर जी, आप जी वो स्क्रीन पे शेयर कर दो कल वाला शब्द। हविंदर वीर जी, आप जी उसके विचार आरंभ करें।
ਜੀ ਹਵਿੰਦਰ ਜੀ। ਇਹ ਸ਼ਬਦ ਸ਼ਾਇਦ ਜੋਗ ਮਤ ਦੇ ਕਿਸੇ ਜੋ ਅਨੁਯਾਈ ਹੋਣਾ ਜਾਂ ਜੋਗੀ ਹੋਣਾ ਨਾ, ਉਹਨੂੰ ਸ਼ਾਇਦ ਗੁਰੂ ਸਾਹਿਬ ਐਡਰੈਸ ਕਰਕੇ ਇਹਨਾਂ ਨੂੰ ਉਹਨੂੰ ਗੱਲ ਪੇ ਕਰਦੇ ਨੇ। ਜੋਗੀਆਂ ਵਿੱਚ ਨਾ ਇਹ ਸਵਾਸ ਦੀ ਜਿਹੜੀ ਪ੍ਰਕਿਰਿਆ ਨਾ, ਵੀ ਉਹ ਸੱਜੇ ਉਹ ਕਰਨ ਵੀ ਇਹ ਸ਼ਾਇਦ ਇਹਨੂੰ ਈੜਾ, ਇਹ ਨਾਸਕਾਂ ਨੂੰ ਈੜਾ, ਇਹ ਪਿੰਗਲਾ, ਤੇ ਫਿਰ ਉਹ ਇੱਥੇ ਮੰਨਦੇ ਨੇ ਕਿ ਇੱਥੇ ਕੋਈ ਤ੍ਰਿਕੁਟੀ ਕਹਿ ਲਓ ਜਾਂ ਸੁਖਮਨ ਜਿਹਨੂੰ ਉਹ ਕਹਿੰਦੇ ਨੇ ਵੀ ਉਹ ਕੋਈ ਹੈ। ਉਹ ਸਵਾਸਾਂ ਦੇ ਨਾਲ ਨਾ ਇੱਕ ਉਹਨਾਂ ਦੀ ਜੋ ਥਾਟ ਪ੍ਰੋਸੈਸ ਹੈ ਬਈ ਇੱਕ ਨਾਸਕਾ ਦੇ ਨਾਲ ਈੜਾ ਦੇ ਨਾਲ ਵੀ ਸਵਾਸ ਨੂੰ ਜਿਹੜਾ ਨਾ ਉਹ ਬਾਹਰ ਛੱਡੋ ਸਾਰਾ, ਦੂਜੀ ਨਾਸਕਾ ਦੇ ਨਾਲ ਜਿਹੜਾ ਨਾ ਵੀ ਸਵਾਸਾਂ ਨੂੰ ਉੱਤੇ ਚੜਾਓ। ਫਿਰ ਉਹ ਉਹਨਾਂ ਦੀ ਕੋਈ ਟੈਕਨੀਕ ਜਿਹਨੂੰ ਉਹ ਜਾਣਦੇ ਹੋਣ, ਉਹਨਾਂ ਨੂੰ ਪਤਾ ਹੋਏਗਾ, ਉਹ ਕਹਿੰਦੇ ਫਿਰ ਸਵਾਸਾਂ ਨੂੰ ਕਿੱਥੇ ਰੋਕਦੇ ਨੇ, ਉਹ ਸੁਖਮਨਾ ਨਾੜੀ ਜਿਹਨੂੰ ਕਹਿੰਦੇ ਵੀ ਉਹ ਤੇ ਉਹ ਰੋਕਦੇ ਨੇ। ਉਹ ਫਿਰ ਕਹਿੰਦੇ ਦਸਮ ਦੁਆਰ ਵਿੱਚ ਚੜਾਇਆ ਵਗੈਰਾ ਜਿਹੜੀ ਉਹ ਗੱਲ ਕਰਦੇ ਨੇ। ਗੁਰੂ ਸਾਹਿਬ ਨਾਲ ਐਸੇ ਯੋਗੀ ਨੂੰ ਐਡਰੈਸ ਕਰਕੇ ਗੱਲ ਕਰਦੇ ਪਏ ਨੇ। ਗੁਰਮਤਿ ਦਾ ਇੱਕ ਹੋਰ ਸਿਧਾਂਤ ਹੈ। ਗੁਰੂ ਸਾਹਿਬ ਜਦੋਂ ਕਹਿੰਦੇ ਨੇ ਏੜਾ ਪਿੰਗਲਾ ਸੁਖਮਨ ਬੰਦੇ, ਕਹਿੰਦੇ ਨੇ ਇਹ ਅਵਗੁਣ ਕਤ ਜਾਹੀ। ਜੇ ਤੂੰ ਇਹ ਸਾਰੀਆਂ ਪ੍ਰਕਿਰਿਆਵਾਂ ਕਰ ਵੀ ਲਿੱਤੀਆਂ ਕਿ ਤੇਰੇ ਜੀਵਨ ਵਿੱਚੋਂ ਅਵਗੁਣ ਜਿਹੜਾ ਗੁਰਮਤਿ ਦਾ ਸਿਧਾਂਤ ਹੈ ਨਾ, ਕਰਮਾਂ ਉੱਪਰ ਨਹੀਂ ਬੜੇ, ਕਰਮੀ ਆਪੋ ਆਪ ਨਹੀਂ, ਕਰਮ ਭੂਮੇ ਬੋ ਨਾਮ, ਗੁਰਮਤਿ ਦਾ ਸਿਧਾਂਤ ਉਹ ਹੈ। ਕੋਈ ਅਸੀਂ ਕਈ ਵਾਰ ਕਹਿੰਦੇ ਕਿ ਮੈਡੀਟੇਸ਼ਨ ਗੁਰਮਤਿ ਦਾ ਸਿਧਾਂਤ ਨਹੀਂ, ਐਜੂਕੇਸ਼ਨ ਗੁਰਮਤਿ ਦਾ ਸਿਧਾਂਤ ਹੈ। ਤੇ ਜਿਹੜੇ ਬੰਦੇ ਉਹ ਕਹਿੰਦੇ ਵੀ ਈੜਾ ਪਿੰਗਲਾ ਸੁਖਮਨ ਬੰਦੇ, ਕਹਿੰਦੇ ਇਹ ਅਵਗੁਣ ਕਤ ਜਾਹੀ, ਤੇਰੇ ਜੀਵਨ ਵਿੱਚ ਅਵਗੁਣ ਚਲੇ ਜਾਣਗੇ? ਨਹੀਂ ਜਾਣਗੇ। ਇੱਕ ਹੋਰ ਸ਼ਬਦ ਆਉਂਦਾ, ਕਹਿੰਦੇ ਚਾੜਸ ਪਵਨ ਸਿੰਘਾਸਨ ਭੀਜੈ। ਤੂੰ ਇਹ ਸਵਾਸ ਚਾੜ ਕੇ ਨਾ, ਉਹ ਕਹਿੰਦਾ ਵੀ ਮੈਂ ਇੱਥੇ ਤ੍ਰਿਕੁਟੀ ਤੋਂ ਉਹਨੂੰ ਰੋਕ ਲਿੱਤਾ, ਦਸਮ ਦੁਆਰ ਚੜਾ ਦਿੱਤਾ। ਤੂੰ ਕਹਿੰਦੇ ਚਾੜਸ ਪਵਨ ਸਿੰਘਾਸਨ ਭੀਜੈ, ਨਿਉਲੀ ਕਰਮ ਖਟ ਕਰਮ ਕਰੀ ਜੈ, ਕਹਿੰਦਾ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਤੂੰ ਇਹ ਸਵਾਸਾਂ ਵਾਲੀ ਐਕਸਰਸਾਈਜ਼ ਜਿਤਨੀ ਮਰਜ਼ੀ ਕਰ ਲੈ, ਜੋ ਨਿਉਲੀ ਕਰਮ, ਜੋ ਇੰਦਰੀਆਂ ਨੂੰ ਸਾਫ਼ ਕਰਨ ਦਾ, ਜੋ ਵੀ ਉਹਨਾਂ ਦੇ ਆਈ ਡੋਨਟ ਨੋ ਦ ਡਿਟੇਲਸ ਆਫ ਜੋ ਹੋਣਾ ਹੈ, ਕਹਿੰਦੇ ਨਿਉਲੀ ਕਰਮ ਖਟ, ਉਹਨਾਂ ਦੇ 6 ਜੋ ਵੀ ਉਹਨਾਂ ਦੇ ਤਰੀਕੇ ਹੋਣੇ, ਜੁੱਤੀਆਂ ਉਹਨਾਂ ਨੇ, ਕਹਿੰਦੇ ਲੇਕਿਨ ਪਰਮਾਤਮਾ ਦਾ ਨਾਮ ਨਹੀਂ ਜਪਦਾ ਪਿਆ ਨਾ। ਅਸੀਂ ਗੱਲ ਹੀ ਕਰਨਾ ਵੀ ਗੁਰਮਤਿ ਵਿੱਚ ਕੇਵਲ ਨਾਮ ਦੀ ਗੱਲ ਹੈ। ਮੰਨੇ ਨਾਮ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ, ਤੂੰ ਕਰਤਾ ਤੂੰ ਦਾਨਾ ਬੀਨਾ, ਤੇਰੇ ਨਾਮ ਰਹਾ ਮੈਂ। ਤੇ ਕੇਵਲ ਗੁਰਮਤਿ ਦਾ ਆਧਾਰ ਕੇਵਲ ਤੇ ਕੇਵਲ ਨਾਮ ਹੈ। ਰੱਬੀ ਹੁਕਮ ਨੇ, ਰੱਬੀ ਹੁਕਮਾਂ ਦੀ ਸੋਝੀ ਗੁਰੂ ਕੋਲੋਂ। ਮੈਂ ਚਾੜਸ ਪਵਨ ਸਿੰਘਾਸਨ ਪੀਜੈ, ਨਿਉਲੀ ਕਰਮ ਖੱਟ ਕਰਮ ਕਰੀ ਜੈ, ਕਹਿੰਦੇ ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਇੱਕ ਹੋਰ ਥਾਂ ਤੇ ਗੁਰੂ ਸਾਹਿਬ ਹਿਦਾਇਤ ਵੀ ਕਰਦੇ, ਕਹਿੰਦੇ ਆਸਨ ਪਵਨ ਦੂਰ ਕਰ ਬਵਰੇ, ਮਤਲਬ ਬਵਰਾ ਝੱਲਾ। ਉਹ ਕਹਿੰਦੇ ਤੂੰ ਇਹ ਬੜੇ ਆਸਨ ਲਗਾ ਕੇ ਬਹਿ ਜਾਣਾ ਹੈ, ਤੂੰ ਹਵਾ ਚ, ਸਾਰੀ ਖੇਡ ਐਕਸਰਸਾਈਜ਼ ਉਹਨਾਂ ਦੀ ਉਹ ਸਵਾਸਾਂ ਦੀ ਹੁੰਦੀ ਹੈ। ਕਹਿੰਦੇ ਨੇ ਆਸਨ ਪਵਨ ਦੂਰ ਕਰ ਬਵਰੇ, ਛਾੜ ਕਪਟ ਨਿਤ ਹਰ ਭਜ ਬਵਰੇ। ਗੁਰਮਤਿ ਜਿਹੜੀ ਹੈ ਨਾ, ਉਹ ਇੱਕ ਪ੍ਰੈਕਟੀਕਲ ਨਾਨ ਕਪਟੀ, ਉਹ ਨਾਨਕ ਘਰ ਹੀ ਬੈਠਿਆਂ ਸ਼ੋ ਮਿਲੇ ਜੇ ਨੀਅਤ ਰਾਸ ਕਰੇ, ਉਹ ਵਾਲੀ ਗੱਲ ਪੈ ਕਰਦੇ ਨੇ। ਨਾਓ ਅਗੇਨ ਆਈ ਵਿਲ ਕਮ ਬੈਕ ਟੂ ਦ ਸ਼ਬਦ। ਸ਼ਬਦ ਇਹਦੇ ਨਾਲ ਸਾਨੂੰ ਸਮਝਣਾ ਸੌਖਾ ਹੋ ਜਾਏਗਾ, ਕਿਉਂਕਿ ਜੋਗੀਆਂ ਦੀ ਪ੍ਰੈਕਟਿਸ ਐਸੀ ਜਾਂ ਅਜੇ ਵੀ ਹੋਣੀ ਹੈ। ਉਹਨਾਂ ਦੀ ਜੋ ਮਤ ਹੈ, ਮੁਬਾਰਕ ਉਹਨਾਂ ਨੂੰ ਬੋਲੋ। ਗੁਰੂ ਸਾਹਿਬ ਜੋ ਸਾਨੂੰ ਸਿੱਖਿਆ ਦੇਣਾ ਚਾਹੁੰਦੇ ਨੇ ਨਾ, ਉਹ ਕਹਿੰਦੇ ਨੇ ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਸੂਰ ਸਰ ਦਾ ਮਤਲਬ ਹੁੰਦਾ ਹੈ ਤਲਾਬ। ਅਸੀਂ ਕਹਿੰਦੇ ਅੰਮ੍ਰਿਤ ਸਰ, ਅੰਮ੍ਰਿਤ ਦਾ ਸਰੋਵਰ। ਇੱਥੇ ਕਹਿੰਦੇ ਨੇ ਸੂਰਜ ਦਾ ਸਰੋਵਰ। ਸੂਰਜ ਦਾ ਸਰੋਵਰ ਪਹੁੰਚੇ ਤੇ ਬਹੁਤ ਤਪਸ਼ ਹੋਵੇ। ਉਹ ਜੀਵਨ, ਕਈ ਵਾਰ ਕਹਿੰਦੇ ਤ੍ਰਿਸ਼ਨਾ ਅੱਗ, ਤ੍ਰਿਸ਼ਨਾ ਨੂੰ ਅੱਗ ਕਿਉਂ ਕਿਹਾ ਜਾਂਦਾ ਹੈ? ਉਹਦੇ ਜੀਵਨ ਸੜਦਾ ਬੜਾ ਹੈ। ਸੜਦਾ ਤਾਂ ਉਹ ਫਿਜ਼ੀਕਲੀ ਉਹ ਵਾਲੀ ਅੱਗ ਵਾਲਾ ਨਹੀਂ ਹੈ, ਲੇਕਿਨ ਜੀਵਨ ਵਿੱਚ ਤਪਸ਼ ਹਮੇਸ਼ਾ ਬਣਾਈ ਰਹਿੰਦੀ। ਤੇ ਗੁਰੂ ਸਾਹਿਬ ਕਹਿੰਦੇ ਨੇ, ਜਿਹੜੇ ਜੋਗੀ ਨੂੰ ਸੰਬੋਧਨ ਕਰਕੇ ਕਹਿੰਦੇ ਨੇ ਨਾ ਵੀ ਤੂੰ ਇੱਕ ਜਿਹੜਾ ਨਾ ਇੱਕ ਸਵਾਸ ਇੱਥੋਂ ਦੀ ਖਿੱਚਣਾ ਹੈ, ਫਿਰ ਉਹਨੂੰ ਟਿਕਾਣਾ ਹੈ, ਦੂਜੀ ਨਾਸਿਕਾ ਦੇ ਰਾਹੀਂ ਜਿਹੜਾ ਛੱਡ ਦੇਣਾ ਤੂੰ। ਕਹਿੰਦੇ ਜਿਹੜਾ ਸੂਰ ਸਰ ਜਿਹੜਾ ਸੀ ਨਾ ਤੇਰੇ ਵਿੱਚ, ਜੋ ਤਪਸ਼ ਦਾ, ਤਾਮਸਿਕ ਗੁਣਾ ਦਾ, ਜੋ ਤੂੰ ਤੇਰੇ ਅੰਦਰ ਇੱਕ ਸਰੋਵਰ ਬਣਾ ਕੇ ਬੈਠਿਆ ਹੋਇਆ, ਜਿਹਦੇ ਤਪਸ਼ ਬੜੀ ਹੈ, ਕਹਿੰਦਾ ਉਸ ਨੂੰ ਕਹਿੰਦਾ ਸੋਸ ਲੈ, ਉਹਨੂੰ ਖਤਮ ਕਰ ਦੇ। ਤੂੰ ਸਵਾਸ ਛੱਡਣਾ ਨਾ ਬਾਹਰ, ਕਹਿੰਦਾ ਤੂੰ ਆਪਣੇ ਜੀਵਨ ਵਿੱਚ ਜੋ ਹੈ ਤਪਸ਼ ਦੀ ਅੱਗ ਦਾ ਸਰੋਵਰ ਬਣਾ ਕੇ ਬੈਠਿਆ ਹੋਇਆ ਸੀ ਨਾ, ਕਹਿੰਦਾ ਉਹਨੂੰ ਖਾਲੀ ਕਰ। ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ। ਕਹਿੰਦਾ ਫਿਰ ਤੂੰ ਦੂਜੇ ਇਹਦੇ ਨਾਲ ਸਵਾਸ ਚੁੱਕਣਾ ਵੀ ਹੈ ਉੱਤੇ। ਕਹਿੰਦਾ ਕਰ ਕੀ? ਸੋਮ ਤੋਂ ਪਾਓ ਚੰਦਰਮਾ। ਹੁਣ ਇੱਥੇ ਇੱਕ ਉਹ ਕਹਿ ਲਓ ਵੀ ਸੂਰਜ ਦਾ ਤਪਸ਼ ਦਾ ਸਰੋਵਰ, ਤੇ ਦੂਜੇ ਪਾਸੇ ਠੰਡਕ ਦਾ ਸਰੋਵਰ। ਨੈ ਸ਼ੀਤਮ ਚੰਦਰ ਦੇਵਾ, ਵੀ ਉੱਥੇ ਕਹਿੰਦੇ ਵੀ ਉਹ
ਗੁਰੂ ਸ਼ਬਦ ਸਭ ਤੋਂ ਵੱਡੀ ਠੰਡ ਵਰਤਾਂਦਾ ਹੈ, ਲੇਕਿਨ ਚੰਦਰਮਾ ਨੂੰ ਠੰਡਕ ਦਾ ਪ੍ਰਤੀਕ ਮੰਨਿਆ ਗਿਆ। ਜਿਸ ਤਰ੍ਹਾਂ ਸੂਰਜ ਜਿਹੜਾ ਹੈ ਉਹ ਤਪਸ਼ ਦਾ ਪ੍ਰਤੀਕ ਹੈ, ਉਸੇ ਤਰੀਕੇ ਦੇ ਨਾਲ ਚੰਦਰਮਾ ਜਿਹੜਾ ਹੈ ਉਹ ਠੰਡਕ ਦਾ ਪ੍ਰਤੀਕ ਹੈ। ਤੇ ਵੀ ਜਿਹੜੇ ਅੱਛੇ ਗੁਣ ਨੇ, ਅੱਛਾ ਸੁਚੱਜਾ ਜੀਵਨ ਜਿਹਨੂੰ ਕਹਿ ਰਹੇ ਆ, ਵੀ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਵੀ ਪਰਤਰਿਆ ਰੂਪ ਨਾ ਪੇਕੇ ਨੇਤਰ, ਮਿੱਠ ਬੋਲੜਾ ਹਰ ਸੱਜਣ ਸੁਆਮੀ ਮੇਰਾ, ਵੀ ਨਿੰਦਾ ਭਲੀ ਕਿਸੇ ਕੀ ਨਹੀਂ। ਤਾਂ ਅੱਛਾ ਜੀਵਨ ਹੈ ਨਾ, ਤਾਂ ਠੰਡਕ ਦੇਣ ਇੱਕ ਜੀਵਨ ਹੈ ਜੋ ਤੇਰੇ ਜੀਵਨ ਨੂੰ ਬੜਾ ਤਪਸ਼ ਵਿੱਚ ਰੱਖੇਗਾ। ਤੇ ਗੁਰੂ ਸਾਹਿਬ ਉਹਨੂੰ ਹਿਦਾਇਤ ਕਰਦੇ ਪਏ ਨੇ ਵੀ ਜਿਹੜਾ ਤੂੰ ਉਹ ਸਵਾਸ ਚੜਾਣਾ ਹੈ, ਇੱਕ ਪਹਿਲਾ ਸਵਾਸ ਛੱਡਣਾ ਹੈ, ਕਹਿੰਦਾ ਤੂੰ ਛੱਡ ਕਿਹੜੀ ਸਵਾਸ ਛੱਡ, ਤਾਮਸਿਕ ਗੁਣਾਂ ਦਾ ਸੰਭਾਲਣਾ ਨਾ, ਉਹਦਾ ਜੋ ਸਰੋਵਰ ਤੂੰ ਅੰਦਰ ਜਿਹੜਾ ਬਣਾ ਕੇ ਬੈਠਾ ਨਾ ਤਪਸ਼ ਦਾ, ਉਹਨੂੰ ਕਹਿੰਦਾ ਖਾਲੀ ਕਰ ਦੇ, ਉਹਨੂੰ ਡਰੇਨ ਆਊਟ ਕਰ ਦੇ, ਤੇ ਅੱਛੇ ਗੁਣਾਂ ਦਾ ਸਰੋਵਰ ਜਿਹੜਾ ਹੈ ਨਾ ਉਹ ਆਪਣੇ ਅੰਦਰ ਕ੍ਰੀਏਟ ਕਰ ਲੈ, ਸੋਮ ਸਰ ਪੋਖ ਲੈ, ਉਹਨਾਂ ਨੂੰ ਆਪਣੇ ਅੰਦਰ ਲੈ ਜਾ। ਕਹਿੰਦੇ ਜੁਗਤ ਕਰ ਮਰਤ, ਮਰਤ ਜਿਹੜਾ ਨਾ ਇੱਥੇ ਉਹ ਜਿਹੜਾ ਆਈ ਵਾਸ ਰੀਡਿੰਗ ਦਰਪਣ ਦਾ ਅਰਥ ਕਰਦੇ ਪਏ ਨੇ, ਮਰਤ ਕਰਕੇ ਅੱਗੇ ਕਹਿੰਦੇ ਨੇ ਮਾਰੁਤ। ਅਸੀਂ ਜਦੋਂ ਦੇਖਾਂਗੇ ਨਾ, ਅਸੀਂ ਜਦੋਂ ਹਨੂਮਾਨ ਦੇ ਬਾਰੇ ਵੀ ਗੱਲ ਕਰਦੇ, ਹਨੂਮਾਨ ਨੂੰ ਮਾਰੁਤੀ ਕਹਿੰਦੇ ਨੇ। ਹਨੂਮਾਨ ਦਾ ਇੱਕ ਹੋਰ ਨਾਮ ਪਵਨ ਪੁੱਤਰ ਵੀ ਹੈ। ਹਨੂਮਾਨ ਨੂੰ ਐਸ ਪਰ ਇਤਿਹਾਸ, ਆਈ ਐਮ ਨਾਟ ਸੇਇੰਗ ਕੋਈ ਹੈ ਜਾਂ ਨਹੀਂ ਹੈ, ਉਹ ਸਾਡਾ ਕੰਸਰਨ ਵੀ ਨਹੀਂ ਹੈ, ਲੇਕਿਨ ਹਨੂਮਾਨ ਨੂੰ ਪਵਨ ਪੁੱਤਰ ਮੰਨਿਆ ਜਾਂਦਾ ਹੈ, ਉਹਨੂੰ ਮਾਰੁਤੀ ਵੀ ਕਹਿੰਦੇ ਨੇ। ਉਹ ਜਿਹੜਾ ਤੂੰ ਸਵਾਸਾਂ ਦੀ ਜੋ ਖੇਡ ਖੇਡਣੀ ਸੀ ਨਾ, ਜੋ ਇਹ ਜੁਗਤ, ਉਹਨੇ ਕੀ ਜੁਗਤ ਸਿੱਖੀ ਹੋਈ ਸੀ, ਉਹਨੇ ਇੱਕ ਸਵਾਸ ਦੇ ਨਾਲ ਉਹ ਖਿੱਚਣੀ, ਫਿਰ ਉਹ ਕਿੱਥੇ ਟਿਕਾਣੀ, ਫਿਰ ਉਹਨਾਂ ਦੇ ਰਾਹੀਂ ਉਹ ਕਹਿੰਦੇ ਜੁਗਤ ਕਰ, ਜਿਹੜਾ ਸਵਾਸ ਰੱਬੀ ਹੁਕਮ ਨੂੰ ਚੇਤੇ ਰੱਖਣਾ, ਹਰ ਸਵਾਸ ਦੇ ਨਾਲ ਉਹਨਾਂ ਨੂੰ ਆਪਣੇ, ਉਹ ਕਹਿੰਦਾ ਤੂੰ ਸਵਾਸਾਂ ਨੂੰ ਸੁਖ ਬਣਾ ਤੇ ਟਿਕਾਣਾ ਹੈ। ਗੁਰੂ ਸਾਹਿਬ ਕਹਿੰਦੇ ਵੀ ਤੂੰ ਹਰ ਸਵਾਸ ਦੇ ਨਾਲ ਨਾ ਰੱਬੀ ਗੁਣਾਂ ਨੂੰ, ਰੱਬੀ ਹੁਕਮ ਨੂੰ ਆਪਣੇ ਉਹ ਜਿਹਨੂੰ ਸੁਖਮਨਾ ਕਹਿੰਦੇ ਪਏ ਨੇ, ਆਪਣੀ ਬੁੱਧੀ ਵਿੱਚ ਟਿਕਾ। ਕਹਿੰਦੇ ਇਸ ਦੇ ਨਾਲ ਤੇਰਾ ਪਰਮਾਤਮਾ ਦੇ ਨਾਲ ਸੰਬੰਧ ਕਾਇਮ ਹੋ ਸਕਦਾ ਹੈ। These can be exercises, ਇਹ ਤੁਹਾਡੇ ਬਰੀਥਿੰਗ ਐਕਸਰਸਾਈਜ਼ ਕੋਈ ਕਰਨਾ ਚਾਹੁੰਦਾ ਮੁਬਾਰਕ ਹੈ, ਅੰਦਰ ਸਪਿਰਿਚੁਅਲਿਟੀ ਨਹੀਂ ਹੈ। ਜੇ ਕੋਈ ਐਕਸਰਸਾਈਜ਼ ਕਰਨਾ ਚਾਹੁੰਦਾ ਹੈ, ਉਹ ਉਹਨਾਂ ਦੀ ਮਤ ਵੀ ਹੈ, ਜੋ ਕਰਨਾ ਚਾਹੁੰਦੇ ਨੇ ਉਹ ਮੁਬਾਰਕ ਵੀ ਹੈ। ਵੀ ਆਰ ਨੋ ਵਨ ਟੂ ਸੇ ਐਨੀਥਿੰਗ ਅਗੇਂਸਟ ਦੈਟ, ਲੇਕਿਨ ਗੁਰੂ ਜੋ ਹੈ तो स्पष्ट होता है, शायद किसी जोगी नाल ही संबोधन करके गल की जा रही भी तू ए वाली जुगत जिहड़ी है ना, भी ए गुरु दे शब्द नूं सवास तो हर समय अपने दसम द्वार विच कह लै, वो दसम द्वार सवास चढ़ाते सन। गुरु कहते तू दसम द्वार विच की चढ़ा लै, गुरु कोलों एक सुचज्जी जीवन जाच ढंग नूं अपनी सुरत मंडल विच हमेशा टिकाई रख। कहते मीन की चप्पल स्यों जुगत मन राखीए, जिहड़ी मीन मच्छी ਉਹਨਾਂ ਬੜੀ ਚਪਲ ਹੁੰਦੀ, ਬੜੀ ਚੰਚਲ ਹੁੰਦੀ, ਇਮੀਡੀਏਟਲੀ ਇੱਥੇ ਉਹਦੇ ਮੂਵਮੈਂਟ ਇੱਕ ਨਾ ਕੁਝ ਹੁੰਦੀਆਂ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਤੇਰਾ ਮਨ ਵੀ ਜਿਹੜਾ ਹੈ ਨਾ, ਉਹ ਮਨੋਂ ਇੱਕ ਮੀਨ ਦੀ ਨਿਆਈ ਹੀ ਜਿਹੜਾ ਨਾ ਉਹ ਚੰਚਲ ਤੇ ਚਪਲ ਹੈ। ਜਿਹੜੇ ਜਿਸ ਮਨ ਨੇ ਮਨੋਂ ਮੱਛੀ ਕੋਲੋਂ ਇਹ ਚੰਚਲਤਾ ਔਰ ਚਪਲਤਾ ਸਿੱਖੀ ਹੋਈ ਹੈ ਨਾ, ਉਹ ਕੋਈ ਮੱਛੀ ਕੋਲੋਂ ਜੁਗਤ ਲਿੱਤੀ ਹੋਈ ਹੈ ਨਾ, ਇਸ ਤਰੀਕੇ ਦੇ ਨਾਲ ਜਦੋਂ ਤੂੰ ਇਹ ਜਿਹੜਾ ਗੁਰੂ ਸਾਹਿਬ ਕਹਿੰਦੇ ਵੀ ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਰਤ ਸੋ ਸੰਬੰਧ ਕੀਜੈ। ਫਿਰ ਕਹਿੰਦਾ ਉਸ ਤਾਂ ਇਹ ਕਰਨ ਦੇ ਨਾਲ ਹੀ ਜਿਹੜਾ ਤੇਰਾ ਮਨ ਹੈ, ਜੋ ਮੱਛੀ ਦੀ ਨਿਆਈ, ਮਨ ਨੇ ਕਿਹੜੀ ਜੋਤ ਫੜੀ ਹੋਈ ਹੈ, ਮਨ ਕਿਹੜੀ ਜੁਗ, ਉਹ ਮੱਛੀ ਦੀ ਨਿਆਈ ਜਿਹੜਾ ਉਹਨੇ ਚੰਚਲਤਾ ਚਪਲਤਾ ਇੱਕ ਥਾਂ ਤੇ ਟਿੱਕੇ ਪੈਂਦਾ ਹੀ। ਕਹਿੰਦੇ ਗੁਰੂ ਕਹਿੰਦੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਮਨ ਨੂੰ ਭੁਲਾਣਾ ਪੈਂਦਾ ਵੀ ਤੂੰ ਆ ਹੁਣ ਘਰ ਆ ਕੇ ਟਿਕ। ਕਹਿੰਦੇ ਇਸ ਤਰੀਕੇ ਦੇ ਨਾਲ ਵੀ ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਰਤ ਸੋ ਸੰਬੰਧ ਕੀਜੇ। ਇਸ ਤਰੀਕੇ ਦੇ ਨਾਲ ਨਾ ਮਨ ਚੰਚਲ ਚਪਲ ਉਹ ਬਣ ਚੁੱਕਾ ਹੈ ਨਾ, ਮਨ ਕੀ ਚਪਲ ਸਿਓ ਜੁਗਤ ਮਨ ਰਾਖੀਏ, ਉੜੇ ਨਾ ਹੰਸ ਨਾ ਕੰਧ ਛੀਜੇ। ਇਸ ਤਰੀਕੇ ਦੇ ਨਾਲ ਜਿਹੜਾ ਉੜੇ ਨਾ ਹੰਸ ਪਾਓ ਤੇਰਾ ਮਨ, ਇਸ ਤਰੀਕੇ ਦੇ ਨਾਲ ਤੂੰ ਮਨ ਨੂੰ ਫਿਰ ਟਿਕਾ ਸਕੇਂਗਾ। ਨਾ ਕੰਧ ਛੀਜੇ, ਤੇਰਾ ਜਿਹੜਾ ਸਰੀਰ ਰੂਪੀ ਕੰਧ ਜੋ ਤੈਨੂੰ ਮਿਲੀ ਹੋਈ ਹੈ ਨਾ, ਉਹ ਛਿਜੇਗੀ ਨਹੀਂ। ਪੌਸ ਨਾ ਉਹ ਇੱਕ ਹੋਰ ਸ਼ਬਦ ਆਉਂਦਾ, ਕਹਿੰਦਾ ਵੀ ਉਹ ਜਿੱਥੇ ਕਹਿੰਦੇ ਨੇ ਵੀ ਉਹ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਟਾਲੈ। ਵੀ ਜੇ ਸੋਨੇ ਨੂੰ ਗਲਾਣਾ ਹੋਵੇ ਤੇ ਅੰਦਰ ਸ਼ਾਇਦ ਉਹ ਸੁਹਾਗਾ ਪਾਉਂਦੇ ਨੇ, ਜਾਂ ਸ਼ਾਇਦ ਸੁਹਾਗਾ ਫਲੇਮ ਨੂੰ ਕਹਿੰਦੇ ਨੇ, ਜਾਂ ਕੋਈ ਕੈਮੀਕਲ ਪਾਉਂਦੇ ਜਿਹਦੇ ਨਾਲ ਉਹਦਾ ਸ਼ਾਇਦ ਮੈਲਟਿੰਗ ਪੁਆਇੰਟ ਲੋ ਹੋ ਜਾਂਦਾ ਰਹੇਗਾ। ਇੱਥੇ ਵੀ ਬੜਾ ਗੁਰੂ ਕਹਿੰਦੇ ਵੀ ਉਹ ਫਿਰ ਨਾ ਕੰਧ ਛੀਜੇ। ਜੇ ਤੂੰ ਇਹ ਜਿਹੜੇ ਤਾਮਸਿਕ ਗੁਣ ਨੇ ਨਾ, ਜੋ ਤੇਰੇ ਜੀਵਨ ਵਿੱਚ ਅਗਨ ਤਪਸ਼ ਪੈਦਾ ਕਰਦੇ ਪਏ, ਉਹਨਾਂ ਨੂੰ ਛੱਡਣਾ ਸਿੱਖ ਜਾਵੇਂ। ਰੱਬੀ ਗੁਣਾਂ ਨੂੰ ਆਪਣੇ ਜੀਵਨ ਜੋ ਠੰਡਕ ਦੇਣ ਵਾਲੇ ਨੇ, ਉਹਨਾਂ ਨੂੰ ਅੰਦਰ ਲੈਣਾ ਸਿੱਖ ਜਾਵੇਂ,
ਔਰ ਫਿਰ ਉਹਨਾਂ ਨੂੰ ਅੰਦਰ ਟਿਕਾਣਾ ਵੀ ਸਿੱਖ ਜਾਵੇ ਨਾ, ਇਸ ਤਰੀਕੇ ਦੇ ਨਾਲ ਚੰਚਲ ਮਨ ਨੂੰ ਜਿਹੜਾ ਨਾ ਉਹ ਟਿਕਾਇਆ ਜਾ ਸਕਦਾ ਹੈ। ਫਿਰ ਉੜੇ ਨਾ ਹੰਸ, ਫਿਰ ਤੇਰਾ ਜਿਹੜਾ ਉਹ ਕਹਿੰਦਾ ਕਬੀਰ ਮਨ ਪੰਖੀ ਪਇਓ, ਉੜਦਾ ਦਿਸ ਜਾਵੇ, ਫਿਰ ਤੇਰਾ ਮਨ ਜਿਹੜਾ ਨਾ ਉਹ ਟਿਕ ਜਾਏਗਾ। ਫਿਰ ਅੱਗੇ ਕਹਿੰਦੇ ਨੇ ਮੂੜੇ ਕਾਇਸ ਕਾਏ ਚੇ ਭਰਮ ਭੁਲਾ, ਤੂੰ ਕਿਉਂ ਐਵੇਂ ਕਿਸੇ ਭਰਮ ਭੁਲੇਖੇ ਵਿੱਚ ਪਿਆ ਹੋਇਆ ਹੈ, ਇਹਨਾਂ ਦੇ ਨਾਲ ਤੇਰਾ ਜੀਵਨ ਨਹੀਂ ਸੁਧਰ ਸਕਦਾ। ਤੂੰ ਇਹ ਕੇਵਲ ਇਹ ਅੰਦਰ ਸਪਿਰਿਚੁਅਲਿਟੀ ਨਹੀਂ ਹੈ। ਅੱਜ ਕਹਿੰਦੇ ਅੱਜ ਨਾਨਕ ਕੇ ਕਰ ਕੇਵਲ ਨਾਮ, ਅਸੀਂ ਕਿਉਂ ਕਹਿੰਦੇ, ਅਸੀਂ ਜਦੋਂ ਕਈ ਗ੍ਰੰਥਾਂ ਬਾਰੇ ਵੀ ਗੱਲ ਕਰਦੇ, ਅਸੀਂ ਕਹਿੰਦੇ ਅੰਦਰ ਨਾਮ ਨਹੀਂ ਹੈ। ਜੇ ਕੋਈ ਕਹਾਣੀਆਂ, ਸਾਨੂੰ ਕਹਾਣੀਆਂ ਨਾਲ ਕੀ ਕਰਨਾ? ਕਹਾਣੀਆਂ ਵਿੱਚੋਂ ਪਰਮਾਤਮਾ ਦਾ ਨਾਮ ਝਲਕਦਾ ਪਿਆ ਜਾਂ ਨਹੀਂ ਝਲਕਦਾ ਪਿਆ? ਗੁਰਬਾਣੀ ਹਰ ਨਾਮ ਸਮਾਇਆ ਹੈ। ਗੁਰਬਾਣੀ ਵਿੱਚ ਪਰਮਾਤਮਾ ਦਾ ਨਾਮ ਕੁੱਟ-ਕੁੱਟ ਕੇ ਭਰਿਆ ਪਿਆ। ਗੁਰਬਾਣੀ ਪਰਮਾਤਮਾ ਦੀ ਕਹਿ ਲੋ ਸਮਰੱਥਾ, ਵਡਿਆਈ, ਜਸ, ਕੀਰਤੀ ਸਾਡੇ ਵਿੱਚ ਕੁੱਟ-ਕੁੱਟ ਕੇ ਭਰਦੀ ਪਈ। ਅਦਰਵਾਈਜ਼ ਕਹਿੰਦੇ ਨੇ ਉਹ ਕਹਿੰਦਾ ਮੂੜੇ ਕਾਏ ਚੇ ਭਰਮ ਭੁਲਾ, ਨਹਿ ਚੀਨਿਆ ਪਰਮਾਨੰਦ ਬੈਰਾਗੀ। ਇਹ ਬੈਰਾਗੀ, ਤੂੰ ਜਗਤ ਦੇ ਉਪਰਾਮ ਹੋਇਆ ਬੈਠੇ ਹੈ, ਲੇਕਿਨ ਜੋ ਪਰਮ ਆਨੰਦ ਦਾ ਸੋਰਸ ਸੀ ਪਰਮਾਤਮਾ, ਉਹਨੂੰ ਚੀਨਿਆ ਨਹੀਂ ਪਾਓ, ਉਹਨੂੰ ਪਛਾਣਿਆ ਨਹੀਂ। ਤੂੰ ਆਪਣੇ ਵੱਲੋਂ ਤੇ ਬੈਰਾਗੀ ਬਣ ਕੇ ਪਿਆ ਜੇ ਕਿ ਜੋ ਉਹ ਪਰਮਾਤਮਾ ਜੋ ਪਰਮ ਆਨੰਦ ਦਾ, ਪਰਮ ਬਲਿਸ ਦਾ ਸੋਰਸ ਸੀ, ਉਹਦੇ ਨਾਲ ਤੂੰ ਪਛਾਣ ਨਹੀਂ ਪਾਈ। ਅੱਗੇ ਕਹਿੰਦੇ ਨੇ ਅਜਰ ਗੋਹ ਜਾਰ ਲੈ, ਅਮਰ ਗੋਹ ਮਾਰ ਲੈ। ਜਰ ਕਹਿੰਦੇ ਨੇ ਬੁਢੇਪੇ ਨੂੰ, ਜਬ ਲਗ ਜਰਾ ਰੋਗ ਨਹੀਂ ਆਇਆ। ਤੇ ਅਜਰ ਕੇਵਲ ਦੇ, ਬਾਕੀ ਸਾਰੇ ਜਿਹੜੇ ਨੇ ਨਾ ਉਹ ਉਹਨਾਂ ਦੀ ਏਜ ਹੈ ਹੀ ਹੈ। ਉਹ ਛਿਨ ਆਰਜਾ ਘਟਦੀ ਜਾਏ, ਹਰ ਇੱਕ ਚੀਜ਼ ਜਿਹੜੀ ਨਾ ਉਹਦੀ ਏਜ ਫੈਕਟਰ ਹੈ। ਰੱਬ ਦੀ ਏਜ ਫੈਕਟਰ ਨਹੀਂ ਹੈ। ਰੱਬ ਜਿਹੜਾ ਨਾ ਉਹਦੇ ਨਾ ਕਦੀ ਪੈਦਾ ਹੋਇਆ, ਨਾ ਕਦੀ ਉਹਨੇ ਮਰਨਾ, ਉਹਨੇ ਨਾ ਕਦੀ ਬੁੱਢਾ ਵੀ ਨਹੀਂ ਹੁੰਦਾ। ਕਹਿੰਦੇ ਅਜਰ, ਜੋ ਰੱਬ, ਜੋ ਪਰਮਾਤਮਾ ਜੋ ਹੈ ਨਾ, ਜੋ ਅਜਰ ਹੈ, ਉਸ ਨੂੰ ਪਕੜ ਕੇ ਲੈ ਲੈ। ਉਹਨੂੰ ਅਜਰ ਗਹਿ ਲੈਣਾ ਪਾਓ, ਪਕੜ ਲੈਣਾ। ਜਾਰ ਲੈ, ਤੇ ਜਾਰ ਦੇ ਅਰਥ ਦੇ ਮੈਨੇ ਜਰਾ ਰਹਿਤ ਪ੍ਰਭੂ ਨੂੰ ਮਿਲਾ ਲੈ, ਤੇ ਦੇਰਾ ਵਿੱਚ ਰੋਗ ਪਾਉਣ ਵਾਲੇ ਮੂੰਹ ਨੂੰ ਅੰਦਰੋਂ ਦੀ ਸਾੜ ਦੇ। ਅਜਰ ਪਰਮਾਤਮਾ ਨੂੰ ਫੜ ਲੈ, ਤੇ ਜਿਹੜਾ ਮੂੰਹ ਤੇਰੇ ਜੀਵਨ ਵਿੱਚ ਸੀ ਨਾ ਉਹਨੂੰ ਸਾੜ ਦੇ, ਜਾਰ ਲੈ। ਅਮਰ ਗੋਹ, ਫਿਰ ਅਮਰ ਕੌਣ ਹੈ? ਅਮਰ ਫਿਰ ਪਰਮਾਤਮਾ। ਜੋ ਅਮਰ ਦੇ ਅਖਰੀ ਅਰਥ ਕੀ ਨੇ? ਨਾ ਮਰਨ ਵਾਲਾ। ਅਮਰ ਪਰਮਾਤਮਾ ਹੈ। ਕਹਿੰਦੇ ਅਮਰ ਗੋਹ, ਜਿਹੜਾ ਪਰਮਾਤਮਾ ਉਹਨੂੰ ਗਹਿ ਲੈ, ਉਹਨੂੰ ਫੜ ਲੈ। ਮਾਰ ਲੈ, ਮਾਰਨਾ ਕਿਹਨੂੰ? ਮਨ ਨੂੰ ਮਾਰ। ਤੇਰਾ ਜਿਹੜਾ ਮਨ ਜਿਹੜਾ ਹੈ ਨਾ, ਉਹ ਜਿਹੜਾ ਮਨ ਖੁਟਰ ਹੈ, ਮਨ ਕਮੀਨ ਕਮਤਰੀਨ ਜਿਹੜਾ ਹੈ, ਕਮੀਨਾ ਜਿਹੜਾ ਮਨ ਜਿਹੜਾ ਹੈ। ਹੁਣ ਅਸੀਂ ਵੀ ਸੋਚੇ ਕਿ ਮਨ ਨੂੰ ਇੱਕ ਪਾਸੇ ਜੋਤ ਸਰੂਪ ਕਿਹਾ ਜਾ ਰਿਹਾ, ਉਸੇ ਮਨ ਨੂੰ ਕਮੀਨਾ ਕਿਹਾ ਜਾ ਰਿਹਾ। ਕਿਉਂਕਿ ਜਦ ਤੱਕ ਇਹ ਜਿਹੜਾ ਗੁਰੂ ਦਾ ਅਨੁਯਾਈ ਨਹੀਂ ਬਣਦਾ ਨਾ, ਉਹ ਜਦ ਤੱਕ ਇਹਨੂੰ ਖੁਟਰ ਵੀ ਕਿਹਾ ਜਾ ਰਿਹਾ। ਇਹਨੂੰ ਹੋਰ ਵੀ ਸ਼ਾਇਦ ਬਹੁਤ ਸਾਰੀ ਸੰਗਿਆਵਾਂ ਦਿੱਤੀਆਂ ਹੋਣੀਆਂ ਨੇ ਗੁਰੂ ਸਾਹਿਬ, ਜੇਕਰ ਪੜਾਂਗੇ ਸਾਨੂੰ ਹੋਰ ਉਹ ਕਲੈਰਿਟੀ ਆਏਗੀ। ਕਹਿੰਦੇ ਅਮਰ ਗਹੁ ਮਾਰ ਲੈ ਉਸ ਮਨ ਨੂੰ। ਅਸੀਂ ਕਈ ਵਾਰ ਕਹਿੰਦੇ ਕਿ ਮਨ ਔਰ ਜ਼ਮੀਰ ਦੋਨੋਂ ਮਨ ਇੱਕ ਸਿੱਕੇ ਦੇ ਹੀ ਦੋ ਸਾਈਡਸ ਨੇ। ਜ਼ਮੀਰ ਨੂੰ ਮਰਨ ਨਹੀਂ ਦੇਣਾ ਤੇ ਮਨ ਨੂੰ ਜਿੱਤਣ ਨਹੀਂ ਦੇਣਾ। ਤੂੰ ਮਨ ਨੂੰ ਜਿੱਤ ਕੇ ਰੱਖਣਾ। ਮਨ ਤੈਨੂੰ ਕੰਟਰੋਲ ਨਾ, ਆਪਣੇ ਜ਼ਮੀਰ ਨੂੰ ਮਰਨ ਨਾ ਦੇ। ਜਦੋਂ ਗੁਰੂ ਸ਼ਬਦ ਅੰਦਰ ਜਾਏਗਾ ਨਾ, ਫਿਰ ਉਹ ਜੋ ਤੈਨੂੰ ਅੰਦਰੋਂ ਆਵਾਜ਼ ਦੇਗਾ ਨਾ, ਉਹਨੂੰ ਦਬਾਈ ਨਾ, ਉਹਨੂੰ ਮਰਨ ਨਾ ਦੀ। ਮਨ ਦੀ ਆਵਾਜ਼ ਨੂੰ ਦਬਾ ਦੀ। ਮਨ ਨੇ ਤੈਨੂੰ ਪੁੱਠੇ ਪਾਸੇ ਡਰਾਈਵ ਕਰਨਾ। ਕਹਿੰਦੇ ਅਮਰ ਗਹੁ ਮਾਰ ਲੈ, ਮਨ ਨੂੰ ਮਾਰ ਦੇ। ਭਰਾਤ ਤਜ ਛੋੜ, ਜੋ ਤੂੰ ਭਟਕਣਾ ਵਿੱਚ ਪਿਆ ਹੋਇਆ ਨਾ, ਜੋ ਭਰਮ ਭੁਲੇਖਿਆਂ ਵਿੱਚ ਪਿਆ, ਕਹਿੰਦਾ ਭਰਾਤ ਜਿਹੜਾ ਉਹ ਉਹਨਾਂ ਨੂੰ ਛੱਡ ਦੇ। ਭਰਾਤ ਤਜ ਛੋੜ, ਤੋ ਉਪਜਿਓ ਤੋ ਅਪਿਓ ਪੀਜੈ। ਅਪਿਓ ਅੰਮ੍ਰਿਤ ਨੂੰ ਕਿਹਾ ਜਾ ਰਿਹਾ, ਉਹ ਚੀਜ਼ ਅਪਿਓ ਤੋਂ ਪਾਓ ਜੋ ਆਮ ਈਜ਼ੀਲੀ ਅਵੇਲੇਬਲ ਨਾ ਹੋਵੇ। ਵੀ ਉਹ ਐਲਿਕਸੀਅਰ ਕਹਿ ਲੋ, ਅਪਿਓ ਉਹ ਅੰਮ੍ਰਿਤ ਕਹਿ ਲੋ। ਕਹਿੰਦੇ ਤਾਂ ਜੇ ਤੂੰ ਇਹ ਅੰਮ੍ਰਿਤ ਕਿਵੇਂ ਪੀ ਪਾਏਗਾ? ਕਹਿੰਦੇ ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਣੀ ਸ਼ੁਰੂ ਹੋ ਜਾਵੇ, ਜਿਨ੍ਹਾਂ ਨੂੰ ਗੁਰਮਤਿ ਦੇ ਸਿਧਾਂਤ ਪਰ ਤੇਰਾ ਰੂਪ ਨਾ ਪੇਖੇ ਨੇਤਰ, ਫਰੀਦਾ ਬੁਰੇ ਦਾ ਭਲਾ ਕਰ, ਜਿਨ੍ਹਾਂ ਨੂੰ ਇਹ ਸਿਧਾਂਤ ਚੰਗੇ ਲੱਗਣੇ ਸ਼ੁਰੂ ਹੋ ਜਾਣ, ਉਹ ਮਾਨੋ ਅੰਮ੍ਰਿਤ ਪੀਣਾ ਸ਼ੁਰੂ ਕਰ ਦਿੰਦੇ। ਇੱਥੇ ਵੀ ਉਹੀ ਕਹਿ ਰਹੇ ਨੇ, ਕਹਿੰਦੇ ਅਜਰ ਗਹੋ, ਪਰਮਾਤਮਾ ਨੂੰ, ਰੱਬੀ ਗੁਣਾਂ ਨੂੰ ਫੜ ਲੈ, ਜਾਰ ਲੈ, ਮੋਹ ਨੂੰ ਜਾਲ ਦੇ। ਜਾਲ ਮੋਹ ਘਸ ਮਸ ਕਰ, ਮਤ ਕਾਗਤ ਕਰ ਸਾਰ। ਉਹ ਉੱਥੇ ਕਹਿੰਦੇ ਮੋਹ ਨੂੰ ਜਾਲ ਦੇ। ਅਮਰ ਗਹੋ, ਅਗੇਨ ਅਮਰ ਪਾਓ, ਰੱਬ ਰੱਬੀ ਗੁਣ ਉਹਨਾਂ ਨੂੰ ਫੜ ਲੈ, ਮਾਰ ਲੈ, ਮਨ ਨੂੰ ਮਾਰ ਦੇ। ਪ੍ਰਾਂਤ ਤਜ ਛੋੜ, ਤੋ ਆਪੇ ਉਹ ਪੀਜੇ, ਤਾਂ ਤੂੰ ਇਹ ਅੰਮ੍ਰਿਤ ਜਿਹੜਾ ਹੈ ਨਾ, ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਜਿਹੜਾ ਨਾ, ਤਾਂ ਤੂੰ ਪੀ ਸਕੇਗਾ। ਅੱਗੇ ਫਿਰ ਉਹ ਸੇਮ ਲਾਈਨ ਹੈ, ਮਨ ਕੀ ਚਪਲ ਸਿਓ ਜੁਗਤ ਮਨ ਰਾਖੀ ਹੈ, ਉੜੇ ਨਾ ਹੰਸ
ਨਹਿ ਕੰਧ ਛੀਜੇ। ਇਸ ਤਰੀਕੇ ਦੇ ਨਾਲ ਜਿਹੜਾ ਤੇਰਾ ਮਨ ਉਹ ਬੜਾ ਚੰਚਲ ਚਪਲ, ਜਿਵੇਂ ਮਨੋਂ ਮੱਛੀ ਕੋਲੋਂ ਇਹ ਜੁਗਤ ਸਿੱਖੀ ਹੋਵੇ, ਉਹਨੂੰ ਤੂੰ ਫਿਰ ਕੰਟਰੋਲ ਕਰ ਸਕੇਗਾ। ਇਹ ਮਤਲਬ ਜਿਹੜਾ ਗੁਰੂ ਸਾਹਿਬ ਜਿਹਨੂੰ ਜਪਜੀ ਸਾਹਿਬ ਦੇਖਦੇ ਅਸੀਂ ਭਾਈ ਮਾਈਂਡ ਕੰਟਰੋਲ ਜਿਹੜਾ ਹੈ ਨਾ, ਅਸੀਂ ਕਹਿੰਦੇ ਵੀ ਅਸੀਂ ਮੈਡੀਟੇਸ਼ਨ ਕਰਨੇ ਪਰ ਮਾਈਂਡ ਕੰਟਰੋਲ ਗੁਰੂ ਬੜਾ ਸਪਸ਼ਟ ਹੈ, ਕਹਿੰਦਾ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾ। ਵੀ ਮਨ ਜਿਹੜਾ ਹੈ ਨਾ ਉਹ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ, ਗੁਰੂ ਦੇ ਗਿਆਨ ਦੇ ਰਾਹੀਂ ਮਨ ਨੂੰ ਟਿਕਾਇਆ ਜਾ ਸਕਦਾ ਹੈ। ਅਦਰਵਾਈਜ਼ ਜਿਹੜਾ ਹੈ ਨਾ ਉਹ ਮਨ ਨੂੰ ਉਹ ਕੁਛ ਇੱਕ ਸਵਾਲ ਜਵਾਬ ਵੀ ਆਉਂਦਾ ਹੈ, ਕਹਿੰਦਾ ਇਹ ਮਨਵਾ ਕਿਉਂ ਕਰ ਬਸਿਆ ਆਵੇ। ਮਨ ਜਿਹੜਾ ਹੈ ਨਾ ਉਹਨੂੰ ਕੰਟਰੋਲ ਵਿੱਚ ਕਿਵੇਂ ਕੀਤਾ ਜਾਵੇ, ਇਹ ਮਨਵਾ ਕਿਉਂ ਕਰ ਬਸਿਆ ਆਵੇ। ਅੱਗੇ ਗੁਰੂ ਸਾਹਿਬ ਜਵਾਬ ਦਿੰਦੇ ਨੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਗੁਰੂ ਕੋਲੋਂ ਗਿਆਨ ਲੈ ਕੇ ਜਿਹੜਾ ਮਨ ਹੈ ਨਾ, ਕਹਿੰਦਾ ਮਨ ਕੁੰਚਰ, ਮਨ ਹਾਥੀ ਦੇ ਨਿਆਈ ਤਗੜਾ ਹੈ, ਤ੍ਰਿਲਕ ਗੁਰੂ ਉਹਦੇ ਉੱਤੇ ਮੁਹਾਵਤ ਜਿਹੜਾ ਉਹ ਗੁਰੂ ਬੈਠਿਆ ਹੋਇਆ ਹੈ। ਗਿਆਨ ਗੁਰੂ ਕੋਲ ਕੀ ਕਹਿੰਦਾ, ਗਿਆਨ ਕੁੰਡਾ, ਕਹਿੰਦਾ ਜੈ ਖਿੰਚੈ ਤੇ ਜਾਏ ਨਾਨਕ ਹਸਤੀ ਕੁੰਡੇ ਬਾਹਰਾ। ਉਹ ਮਨ ਹਾਥੀ ਜਿਹਦੇ ਉੱਤੇ ਗੁਰੂ ਨਹੀਂ ਬੈਠਿਆ ਹੋਇਆ, ਜਿਹਦੇ ਉੱਤੇ ਗੁਰੂ ਦਾ ਗਿਆਨ ਰੂਪੀ ਅੰਕੁਸ਼ ਦਾ ਕੁੰਡਾ ਨਹੀਂ ਹੈ, ਨਾਨਕ ਹਸਤੀ ਕੁੰਡੇ ਬਾਹਰਾ ਫਿਰ ਉੱਜੜ ਪਾਏ। ਤੂੰ ਇਹ ਮੈਡੀਟੇਸ਼ਨ ਦੇ ਰਾਹੀਂ, ਇਹ ਸਵਾਸਾਂ ਦੀ ਪ੍ਰੈਕਟਿਸ ਦੇ ਰਾਹੀਂ ਤੂੰ, ਗੁਰੂ ਕਹਿੰਦਾ ਕਿ ਨਹੀਂ ਇਹ ਤਰੀਕਾ ਕੀ ਹੈ, ਇਹ ਸਾਰਾ ਜਿਹੜਾ ਤਰੀਕਾ ਪੈ ਕਹਿੰਦਾ ਸੂਰ ਸਰ ਸੋਖ ਲੈ, ਸੋਮ ਸਰ ਪੋਖ ਲੈ, ਫਿਰ ਉਹਨੂੰ ਬਾਅਦ ਵਿੱਚ ਕਹਿੰਦੇ ਵੀ ਅਜਰ ਕਹੋ ਜਾਰ ਲੈ, ਅਮਰ ਕਹੋ ਮਾਰ ਲੈ, ਭ੍ਰਾਂਤ ਤਜ ਛੋੜ। ਇਹਨਾਂ ਤਰੀਕਿਆਂ ਦੇ ਨਾਲ ਮਨ ਨੂੰ ਟਿਕਾਇਆ ਜਾ ਸਕਦਾ ਹੈ। ਮੀਨ ਕੀ ਚੱਪਲ ਤੋਂ ਜੁਗਤ ਮਨ ਰਾਖੀਏ, ਉੜੇ ਨਾ ਕੰਸ ਨਹਿ, ਉੜੇ ਨਹਿ ਹੰਸ ਨਹਿ ਕੰਤ ਛੀਜੈ। ਪਣਤ ਨਾਨਕ ਜਨੋ ਰਵੈ ਜੇ ਹਰ ਮਨੋ। ਪਣਤ ਬਹੁਤ ਸਾਰੀ ਥਾਂ ਤੇ ਵੀ ਨਾਨਕ ਤੁਹਾਨੂੰ, ਨਾਨਕ ਦਾਸ ਜਨੋ, ਨਾਨਕ ਦਾਸ ਤੁਹਾਨੂੰ ਕੋਈ ਬੇਨਤੀ ਕਰਦਾ ਪਿਆ, ਤੁਹਾਨੂੰ ਕੁਝ ਕਹਿਣਾ ਚਾਹੁੰਦਾ ਪਿਆ। ਰਵੈ ਜੇ ਹਰ ਮਨੋ, ਜੇ ਤੂੰ ਮਨ ਕਰਕੇ, ਇਹ ਕਹਿੰਦੇ ਮਨ ਨਹੀਂ ਹਰ ਹਰ ਗਾਵਾ, ਗੀਤ ਨਾਦ ਮੁਖ ਰਾਧ ਅਲਾਪੇ, ਮਨ ਨਹੀਂ ਹਰ ਹਰ ਗਾਵਾ। ਜਦ ਤੱਕ ਤੂੰ ਤੇਰਾ ਮਨ ਹਰੀ ਹਰੀ ਨਹੀਂ ਕਰਦਾ, ਜਦ ਤੱਕ ਤੇਰਾ ਮਨ ਰੱਬ ਰੱਬ ਨਹੀਂ ਕਰਦਾ, ਤੇਰਾ ਮਨ ਮੈਂ ਤੇ ਰੁਕਿਆ ਹੋਇਆ, ਤੂੰ ਬਾਹਰੋਂ ਕਹਿੰਦਾ ਦਾਸ ਜੀ ਉਹ ਬੜੇ ਆਮ ਤੌਰ ਤੇ ਜਿਹੜੇ ਸਟੇਜ ਸੈਕਟਰੀ ਹੁੰਦੇ ਨੇ ਉਹਨਾਂ ਦੇ ਕੋਲ ਬੜੀ ਟੈਕਨੀਕਸ ਹੁੰਦੇ ਨੇ, ਉਹਨਾਂ ਕੋਲ ਉਹ ਬੋਲ ਟੁਕਾ ਕੇ ਸਾਰੀ ਗੱਲ ਲੈਕਨ ਕਰਾਂਗੇ ਦਾਸ ਵਗੈਰਾ ਉਹ ਕਹਿੰਦੇ, ਪਰ ਉਹ ਕਈ ਵਾਰ ਜੀਵਨ ਤੋਂ ਝਲਕਦਾ ਨਹੀਂ ਉਹਨਾਂ ਦਾ। I'm not generalizing, but I'm just ਜੋ ਉਹ ਕਹਿੰਦੇ ਵੀ ਇੱਥੇ ਗੁਰੂ ਸਾਹਿਬ ਆਪਣੇ ਆਪ ਨੂੰ ਦਾਸ ਕਹਿ ਕਹਿੰਦੇ ਵੀ ਭਣਤ ਨਾਨਕ ਜਨੋ ਰਵੈ ਜੇ ਹਰ ਮਨੋ, ਜੇ ਤੂੰ ਮਨ ਕਰਕੇ ਰੱਬ ਦੀ ਰਵੈ ਪਾਓ, ਉਹਦੇ ਗੁਣ ਗਾਉਂਦਾ ਰਵੇਂ, ਉਹਦੀਆਂ ਸਿਫਤ ਸਲਾਹ ਕਰਦਾ ਰਵੇਂ, ਉਹਦੀਆਂ ਰੱਬ ਦੀਆਂ ਗੱਲਾਂ ਬਾਤਾਂ ਕਰਦਾ ਰਵੇਂ। ਵੀ ਆਓ ਸੰਤ ਪਿਆਰਿਓ ਅਕਤ ਕੀ ਕਰਾਂ ਕਹਾਣੀ, ਉਸ ਅਕਤ ਪ੍ਰਮਾਤਮਾ ਦੀਆਂ ਗੱਲਾਂ ਰਵਦਾ ਰਵੇਂ, ਕਹਿੰਦਾ ਰਵੇਂ, ਗਾਉਂਦਾ ਰਵੇਂ। ਇਹਦਾ ਰਵੈ ਜੇ ਹਰ ਮਨੋ, ਮਨ ਪਵਨ ਸਿਉ ਅੰਮ੍ਰਿਤ ਪੀਜੈ। ਫਿਰ ਤੂੰ ਹਰ ਸਵਾਸ ਪਵਨ, ਹਰ ਇੱਕ ਸਵਾਸ ਦੇ ਨਾਲ ਮਨੋ ਤੂੰ ਅੰਮ੍ਰਿਤ ਪੀਂਦਾ ਰਹੇਗਾ, ਜੇ ਤੂੰ ਹਰ ਸਵਾਸ ਦੇ ਨਾਲ ਰੱਬ ਦੀ ਸਿਫਤ ਸਲਾਹ, ਕਿਉਂਕਿ ਗੁਰਬਾਣੀ ਦਾ ਸਿਮਰਨ ਹੈ ਹੀ 24 ਘੰਟਿਆਂ ਦਾ। ਦਿਨ ਵੀ ਗਾਉਂ ਰਹਿਣੀ ਗਾਉਂ ਸਾਸ ਰਸਨਾਨੀ ਦਮ ਦਮ ਸਦਾ ਸੰਭਾਲਦਾ। ਸਾਨੂੰ ਕਹਿੰਦੇ ਨੇ ਕਈ ਵਾਰ ਵੀ ਪੈਸੇ ਦਾ ਦਸਵੰਧ ਵੀ ਦੋ ਤੇ ਸਮੇਂ ਦਾ ਵੀ ਦਸਵੰਧ ਦੋ, 2.5 ਘੰਟਾ ਬੰਦੇ ਨੇ ਸਿਮਰਨ ਕਰਨਾ ਚਾਹੀਦਾ। ਗੁਰਬਾਣੀ ਵਿੱਚ ਮਿਲ ਨਹੀਂ ਲੱਭੀ, ਜੇ ਕੋਈ ਲੱਭ ਪਵੇ ਤਾਂ ਇਹਦੇ ਵੀ ਆਰ ਆਲ ਲਰਨਿੰਗ ਆਊਟ ਹੀਅਰ। ਜੇ ਕਿਸੇ ਨੂੰ ਲੱਭ ਪਵੇ ਵੀ 2.5 ਘੰਟੇ ਦਾ ਜ਼ਿਕਰ ਕਦੀ ਗੁਰਬਾਣੀ ਅੰਦਰ ਆਇਆ ਹੋਵੇ, ਇੱਥੇ ਤੇ ਵੀ ਉਹ ਕਹਿੰਦਾ ਸੁਪਨੇ ਹੂੰ ਬਰੜਾਈ ਕੇ ਜੈ ਮੁਖ ਨਿਕਸੇ ਰਾਮ, ਅਤੇ ਦਿਨ ਰਾਤੀ ਆ ਰਾਤੋ ਪਿਆਰੋ ਨਿਮਖਣਾ ਕੀ ਜੈ ਟੀਲਾ। ਉਹ ਹਰ ਜਪਦਿਆਂ ਖਿਨ ਢਿਲਣਾ ਕੀ ਜਈ ਮੇਰੀ ਜਿੰਦੜੀ, ਮਤ ਕੇ ਜਾਪੇ ਸਾ ਆਵੇ ਕੇ ਨਾ ਆਵੇ ਰਾਮ। ਇਹ ਕਹਿੰਦੇ ਵੀ ਜੇ ਭਣਤ ਨਾਨਕ ਜਨੋ ਰਵੇ ਜੇ ਹਰ ਮਨ, ਜੇ ਤੂੰ ਮਨ ਕਰਕੇ ਰੱਬੀ ਸਿਫਤ ਸਲਾਹ ਕਰਦਾ ਰਹੇਗਾ ਨਾ, ਕਹਿੰਦਾ ਮਨ ਪਵਨ ਸਿਉ ਅੰਮ੍ਰਿਤ ਪੀਜੈ। ਫਿਰ ਹਰ ਸਵਾਸ ਦੇ ਨਾਲ ਮਨ ਨੂੰ ਇਹ ਅੰਮ੍ਰਿਤ ਜਿਹੜਾ ਹੈ ਨਾ ਉਹਨੂੰ ਪੀਂਦਾ ਰਹੇਗਾ। ਮਨ ਕੀ ਚੱਪਲ ਸਿਉ ਜੁਗਤ ਮਨ ਰਾਖੀਏ, ਉੜੇ ਨਹਿ ਹੰਸ ਨਹਿ ਕੰਤ ਛੀਜੇ। ਜਿਤਨਾ ਆਈ ਕੁਡ ਦਰਪਣ ਤੋਂ ਪੜ੍ਹ ਕੇ ਮੈਨੂੰ ਤੇ ਬਹੁਤ ਪਿਆਰਾ ਸ਼ਬਦ ਲੱਗਿਆ, ਕਿਉਂਕਿ ਗੁਰੂ ਸਾਹਿਬ ਪਹਿਲੀ ਪਾਤਸ਼ਾਹ ਦੇ ਸ਼ਬਦ ਵੈਸੇ ਬਹੁਤ ਕਮਾਲ ਦੇ, ਉਹਨਾਂ ਦੇ ਚੋਇਸ ਆਫ ਵਰਡਸ, ਵੇ ਆਫ ਐਕਸਪਲੇਨੇਸ਼ਨ ਬਹੁਤ ਵਧੀਆ। ਮੈਨੂੰ ਤੇ ਆਈ ਰੀਅਲੀ ਇੰਜੋਇਡ, ਆਈ ਡੋਨਟ ਨੋ ਕਿਤਨਾ ਹੋਰਾਂ ਨੂੰ ਕਿਤਨਾ ਕੋ ਆਈ ਰੀਅਲੀ ਇੰਜੋਇਡ ਡੂਇੰਗ ਦਿਸ ਸ਼ਬਦ। ਹਾਂਜੀ, ਬਹੁਤ ਸੋਹਣਾ ਐਕਸਪਲੇਨ ਕੀਤਾ ਵੀਰ ਜੀ ਆਪ ਜੀ ਨੇ। ਭਗਤ ਬੇਣੀ ਜੀ ਦਾ ਵੀ ਬਿਲਕੁਲ ਐਸੀ ਸਬਜੈਕਟ ਦੇ ਉੱਤੇ ਸ਼ਬਦ ਆਉਂਦਾ, ਉਹਦੇ ਵਿੱਚ ਵੀ ਈੜਾ ਪਿੰਗਲਾ ਤੇ ਕੁੰਡਲਨੀ ਨਾੜੀ ਦੀ ਸੰਗਮ ਦਾ ਜ਼ਿਕਰ ਕਰਕੇ ਬਿਲਕੁਲ ਸੇਮ ਔਰ ਬੜੀ ਉੱਚੀ ਅਵਸਥਾ ਤੇ ਭਗਤ ਬੇਣੀ ਜੀ ਵੀ ਲੈ ਜਾਂਦੇ ਨੇ। ਬਹੁਤ ਸੋਹਣਾ ਐਕਸਪਲੇਨ ਕੀਤਾ, ਧੰਨਵਾਦ ਆਪ ਜੀ ਦਾ। ਜੇ ਭੂਆ ਜੀ ਆਪ ਜੀ ਇਸ ਬਾਬਤ ਆਪ ਜੀ ਕੁਝ
ਉੱਪਰੋਂ ਤੁਸੀਂ ਕੋਈ, ਕਿਉਂਕਿ ਬਹੁਤ ਸੋਹਣੀ ਡਿਟੇਲ ਇਹਦੇ ਵਿੱਚ, ਆਪ ਜੀ ਜ਼ਰੂਰ ਐਡ ਕਰੋਗੇ ਇਹਦੇ ਵਿੱਚ। ਹਾਂਜੀ, ਇਹ ਤੇ ਗੁਰੂ ਸਾਹਿਬ ਦੀ ਜਿਹੜੀ ਇੱਦਾਂ ਇਹਨਾਂ ਯੋਗੀਆਂ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਨਾ, ਸੋ ਗੁਰੂ ਸਾਹਿਬ ਨੇ ਇੱਕ ਪ੍ਰੋਡਾਵਾਕ ਈਡੀਅਮ ਯੂਜ਼ ਕੀਤਾ ਗਿਆ ਹੈ। ਪਹਿਲੇ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਵਾਟ ਇਜ਼ ਇੰਗਲਾ ਪਿੰਗਲਾ। ਇੰਗਲਾ ਪਿੰਗਲਾ ਦੇਖਿਆ ਜਾਏਗਾ ਕਿ when you go in for yoga ਤੇ ਕਹਿੰਦੇ ਨੇ the right nostril ਜਿਹੜਾ ਇੰਗਲਾ ਜਿਹੜਾ ਹੈ, it symbolizes Suraj, the sun, and the left side symbolizes the moon. Now the right side symbolizes the sun, means कि ਉਹਦੇ ਅੰਦਰ ਦੀ ਜਿਹੜੀ ਤਪਸ਼ ਹੈ। ਹੁਣ ਤਪਸ਼ ਕਿਸ ਚੀਜ਼ ਦੀ ਹੁੰਦੀ ਹੈ? ਸਾਡੇ ਵਾਈਸਸ ਦੀਆਂ, ਸਾਡੇ ਬਿਟਰਨੈਸ, ਸਾਡੇ ਗੁੱਸੇ ਦੀ ਇਹ ਵਾਈਸਸ। ਇਹ ਇੰਗਲਾ ਸਟੈਂਡਸ ਔਨ ਦ ਤਪਸ਼। ਔਰ ਜਿਹੜਾ ਲੈਫਟ ਹੈ ਉਹ ਹੈਗਾ ਵੇ ਚੰਦਰਮਾ, that is ਠੰਡਕ, that is the virtues। तो योगवाद ਦੇ ਵਿੱਚ ਕਹਿੰਦੇ ਨੇ ਕਿ you have to balance both of the ਇੰਗਲਾ ਪਿੰਗਲਾ ਨੂੰ ਬੈਲੈਂਸ ਕਰਨਾ ਪੈਂਦਾ ਹੈ। ਜਦੋਂ ਅਸੀਂ ਬਰੀਥਿੰਗ ਸਿਸਟਮ ਕਰਦੇ ਹਾਂ ਤੇ ਦੇਖਦੇ ਹਾਂ ਕਿ ਸਾਡਾ ਰਾਈਟ ਨੋਸਟਰਲ ਇਜ਼ ਕਲੋਜ਼ਡ, ਇਹਦਾ ਮਤਲਬ ਕਿ ਸਾਡੇ ਅੰਦਰ ਤਪਸ਼ ਬੜੀ ਹੈਗੀ ਹੈ, ਸਾਡੇ ਅੰਦਰ ਦੇ ਅਵਗੁਣ ਬੜੇ ਪੈਦਾ ਹੋ ਚੁੱਕੇ। ਔਰ ਅਗਰ ਸਾਡੇ ਅੰਦਰ ਦੇ ਜਿਹੜਾ ਲੈਫਟ ਬੰਦ ਹੋ ਜਾਏ ਤਾਂ ਅਸੀਂ ਕਹਿੰਦੇ ਕਿ ਸਾਡੇ ਅੰਦਰ ਦੀ ਸ਼ਾਂਤੀ, ਸਾਡੇ ਅੰਦਰ ਦੀ ਵਰਚੂਸ ਘਟ ਗਏ। ਸੋ ਦਿਸ ਇਜ਼ ਹਾਊ ਯੋਗ ਮਤ ਸੇਜ਼। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਇਹ ਤੇ ਯੋਗ ਮਤ ਦੇ ਵਿੱਚ ਸਿਸਟਮ ਹੈ। ਅਗਰ ਤੁਸੀਂ ਆਪਣੇ ਮਨ ਦੇ ਅੰਦਰ ਨਾਮ ਨੂੰ ਸੋਧ ਲਵੋ ਤਾਂ ਤੁਸੀਂ ਕੀ ਪਾ ਲਓਗੇ? ਤੁਸੀਂ ਆਪਣੇ ਆਟੋਮੈਟਿਕਲੀ ਤੁਹਾਡੇ ਇੰਗਲਾ ਪਿੰਗਲਾ ਬੈਲੈਂਸ ਹੋ ਜਾਣਗੇ। ਤੁਹਾਨੂੰ ਇਹ ਬਰੀਥਿੰਗ ਕਰਨ ਦੀ ਲੋੜ ਹੀ ਨਹੀਂ ਹੈਗੀ ਹੈ, ਕਿਉਂਕਿ ਤੁਹਾਨੂੰ ਆਪਣਾ ਨਾਮ ਨੂੰ ਹੀ ਸੋਧਣਾ, ਨਾਮ ਦੇ ਨਾਲ ਇੱਕ ਮਿਤ ਹੋਣਾ ਹੀ। ਤੁਸੀਂ ਟੋਟਲੀ ਆਪਣੇ ਅਵਗੁਣਾਂ ਦੇ ਉੱਪਰ ਕੰਟਰੋਲ ਕਰਕੇ ਐਂਡ ਯੂ ਆਰ ਪਲੇਇੰਗ ਇਨ ਦ ਵਰਚੂਸ, ਤੁਹਾਡੇ ਦੋਨੋਂ ਨੋਸਟਰਲ ਆਟੋਮੈਟਿਕਲੀ ਬੈਲੈਂਸ ਹੋ ਜਾਣਗੇ। ਨਾ ਅਗਰ ਉਹ ਕਰਦੇ ਅਗੇਨ ਅਬਾਊਟ ਦ ਫਿਸ਼, ਕਿ ਮੱਛੀ ਦੇ ਬਾਰੇ ਕੱਲ ਕਹਿੰਦੇ ਨੇ, ਤੇ ਉਹ ਚੰਚਲ ਹੈਗਾ, ਉਹ ਚੰਚਲ ਹੋ ਕੇ ਗੈਟਸ ਟ੍ਰੈਪਡ। ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਸਨੂੰ ਇੱਕ ਪ੍ਰੋਡਾਵਾਕ ਈਡੀਅਮ ਦੇ ਵਿੱਚ ਯੂਜ਼ ਕੀਤਾ ਹੈਗਾ ਕਿ ਇਹ ਮਨ, ਤੂੰ ਮੱਛੀ ਵਾਕਨ ਇਤਨਾ ਚੰਚਲ ਹੈਗਾ, ਯੂ ਆਰ ਆਲਵੇਜ਼ ਗੈਟਿੰਗ ਟ੍ਰੈਪਡ ਇਨ ਦ ਵਾਈਸਸ। ਤੂੰ ਨਾਮ ਨੂੰ ਸੋਧ ਲੈ, ਤੂੰ ਨਾਮ ਨੂੰ ਜਿਨ ਜਪੇਗਾ, ਉਹਦੇ ਗੁਣਾਂ ਨੂੰ ਲਏਗਾ, ਉਹਦੇ ਨੌਲੇਜ ਨਾਲ ਵਿਤਰੇਗਾ, ਤਾਂ ਆਟੋਮੈਟਿਕਲੀ ਤੂੰ ਮੱਛੀ ਵਾਕਨ ਨਹੀਂ, ਤੂੰ ਇੱਕ ਹੰਸ ਵਾਕਨ ਤੂੰ ਖਿਲ ਕੇ ਨਿਕਲ ਆਏਗਾ। ਦਿਸ ਇਜ਼ ਦ ਐਕਚੁਅਲੀ ਕਰਕਸ ਆਫ ਦ ਹੋਲ ਸ਼ਬਦ। ਹਾਂਜੀ, ਧੰਨਵਾਦ ਭੂਆ ਜੀ, ਬਿਲਕੁਲ ਆਪ ਜੀ ਨੇ ਠੀਕ ਸਮਝਾਣਾ ਕੀਤਾ। ਈੜਾ ਤੇ ਪਿੰਗਲਾ, ਈੜਾ ਜਿਹੜੀ ਹੈ ਉਹ ਤਪਸ ਦਾ ਜ਼ਿਕਰ ਹੈ, ਤਈਓ ਗੁਰੂ ਸਾਹਿਬ ਨੇ ਸੂਰਜ ਸੂਰ ਕਿਹਾ, ਉਹਨੂੰ ਸੂਰਜ ਨਾਲ ਵੀ ਰਿਲੇਟ ਕੀਤਾ ਜਾਂਦਾ, ਤੇ ਚੰਦਰਮਾ ਨਾਲ ਜਿਹੜੀ ਖੱਬੀ ਨਾੜੀ ਹੈ ਜਿਹਨੂੰ ਪਿੰਗਲਾ ਕਿਹਾ ਜਾਂਦਾ। ਤੇ ਇਹ ਜਿਹੜੀ ਤ੍ਰਿਵੇਣੀ ਦਾ ਜ਼ਿਕਰ ਕਰਦੇ ਨੇ, ਜਿਹੜੀ ਕੁੰਡਲਨੀ ਨਾੜੀ ਦਾ ਜ਼ਿਕਰ ਕਰਦੇ ਨੇ, ਉਹ ਬਿਲਕੁਲ ਸਾਡੇ ਲੋਅਰ ਹਿੱਸੇ ਵਿੱਚ ਹੁੰਦੀ ਹੈ। ਉਹ ਸੱਪ ਵਰਗੀ ਉਹਦੀ ਸ਼ੇਪ ਹੁੰਦੀ ਹੈ ਨਾੜੀ ਦੀ, ਕੁੰਡਲੀ, ਜਿਸ ਤਰ੍ਹਾਂ ਸੱਪ ਕੁੰਡਲੀ ਮਾਰ ਕੇ ਬੈਠਦਾ, ਉਸ ਨਾੜੀ ਦੀ ਸ਼ੇਪ ਵੀ ਕੁੰਡਲੀ ਵਰਗੀ ਹੁੰਦੀ, ਉਹਨੂੰ ਕੁੰਡਲਨੀ ਨਾੜੀ ਕਿਹਾ ਜਾਂਦਾ। ਉਧਰੋਂ ਸਵਾਸ ਚੜਾ ਕੇ ਤੇ ਈੜਾ ਤੇ ਪਿੰਗਲਾ, ਇਹ ਤਿੰਨੋਂ ਦੇ ਨਾਲ ਰਿਲੇਟ ਕਰਕੇ ਕਹਿੰਦੇ ਸੰਗਮ, ਉੱਥੇ ਸੰਗਮ ਕਰਕੇ ਕਹਿੰਦੇ ਸਾਨੂੰ ਦਸਮ ਦੁਆਰੇ ਅਸੀਂ ਪਹੁੰਚ ਗਏ। ਉਸ ਦਾ ਜ਼ਿਕਰ ਜਿਹੜਾ ਭਗਤ ਬੇਣੀ ਜੀ ਦਾ ਸ਼ਬਦ ਅਸੀਂ ਕੁਝ ਸਮਾਂ ਪਹਿਲੇ ਕਰਕੇ ਆਏ ਸੀ, ਕਾਫੀ ਖੂਬਸੂਰਤੀ ਨਾਲ ਭਗਤ ਬੇਣੀ ਜੀ ਨੇ, ਮੇਰੇ ਖਿਆਲ ਨਾਲ ਭਗਤ ਬੇਣੀ ਜੀ ਦਾ ਇੱਕੋ ਹੀ ਇੱਕ ਸ਼ਬਦ ਹੈ ਸ਼ਾਇਦ, ਅਗਰ ਮੈਂ ਗਲਤ ਨਹੀਂ ਹਾਂ ਤੇ ਉਹਨਾਂ ਨੇ ਵੀ ਬੜੀ ਖੂਬਸੂਰਤੀ ਨਾਲ ਬੜੀ ਉੱਚੀ ਅਵਸਥਾ ਤੇ ਲੈ ਜਾਂਦੇ ਹਨ। ਬਹੁਤ ਹੀ ਖੂਬਸੂਰਤ ਸ਼ਬਦ ਹੈ। ਕੋਈ ਕਦੀ ਸਮਾਂ ਹੋਇਆ ਤੇ ਉਸ ਬਾਬਤ ਵੀ ਵਿਚਾਰ ਜਿਹੜੀ ਉਹ ਇੱਥੇ ਪਲੇਟਫਾਰਮ ਤੇ ਰੱਖੀ ਜਾਏਗੀ। ਸਾਰਿਆਂ ਦਾ ਧੰਨਵਾਦ ਜੀ। ਤਜਿੰਦਰ ਵੀਰ ਜੀ ਵੀ ਜੀ, ਫਤਿਹ ਦੀ ਸਾਂਝ ਪਾ ਲਈਏ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,